ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਹਾਣ ਗਣਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ। ਮੇਰ ਕਰੋ ਤ੍ਰਿਣ ਤੇ ਮੋਹਿ ਜਾਹੇ ਗਰੀਬ ਨਿਵਾਜ ਨਾ ਦੂਸਰ ਤੋਸੋ। ਭੂਲ ਛਿਮੋ ਹਮਰੀ ਪ੍ਰਭ ਆਪ ਨਾ ਭੂਲਣ ਹਾਰ ਕਹੂੰ ਕੋ ਮੋਸੋ। ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰੰਗ ਚੜ ਜਾਏ। ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤੁਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਘ ਮਜਨ ਸੰਗ ਸਾਧੂਆ ਧੂੜੀ ਕਰ ਇਸਨਾਨ। ਹਰ ਕਾ ਨਾਮ ਧਿਆਏ ਸੁਨ ਸਭਨਾ ਨੌਕਰ ਦਾਨ। ਜਨਮ ਕਰਮ ਮਲ ਉਤਰੇ ਮਨ ਤੇ ਜਾਏ ਗੁਮਾਨ। ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸੁਆਨ। ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ। 68 ਤੀਰਥ ਸਗਲ ਪੁਨ ਜੀ ਦਇਆ ਪ੍ਰਵਾਨ। ਜਿਸਨੋ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ। ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ। ਮਾਘ ਸਚੇ ਸੇ ਕਾਂਢਿਆ ਹੈ ਜਿਨ ਪੂਰਾ ਗੁਰ ਮਿਹਰਵਾਨ। ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ। ਮਾਘ ਸਚੇ ਸੇ ਕਾਂਢਿਆ ਜਿਨ ਪੂਰਾ ਗੁਰ ਮਿਹਰਵਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਭਗਤ ਵਤਸਲ ਕਰੁਣਾ ਨਿਧਾਨ ਜਾਗਦੀ ਜੋਤ 10 ਗੁਰੂ ਸਾਹਿਬਾਨਾਂ ਦੇ ਪ੍ਰਤੱਖ ਸਰੂਪ ਚਵਰ ਛਤਰ ਤਖਤਾਂ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਵਿੱਤਰ ਨਿੱਘੀ ਗੋਡ ਦਾ ਆਨੰਦ ਮਾਣ ਰਹੀ ਗੁਰੂ ਰੂਪ ਸਾਧ ਸੰਗਤ ਵਡਭਾਗੇ ਹਾਂ ਜੋ ਅੱਜ ਸਤਿਗੁਰਾਂ ਦੇ ਚਰਨ ਪਰਸ ਰਹੇ ਹਾਂ। ਪਵਿੱਤਰ ਨਿਤਨੇਮ ਦੀਆਂ ਗੁਰਬਾਣੀਆਂ ਦਾ ਜੋ ਨਿਤਨੇਮ ਪਾਠ ਹੋਇਆ ਹੈ ਉਪਰੰਤ ਹੁਣ ਜੋ ਸਮਾਂ ਹੈ ਉਹ ਜੋ ਲੜੀਵਾਰ ਕਥਾ ਪ੍ਰਾਰੰਭ ਅੱਜ ਨਵੇਂ ਸਿਰੇ ਤੋਂ ਹੋਣੀ ਹੈ। ਸਤਿਗੁਰਾਂ ਨੇ ਬੜੀ ਮਹਾਨ ਮਿਹਰਮਤ ਕੀਤੀ ਤਰਸ ਕਰਕੇ ਜੋ ਪਿਛਲੇ ਦਿਨਾਂ ਦੇ ਅੰਦਰ
ਸੋ ਦਾ ਰਹਿਰਾਸ ਸਾਹਿਬ ਜੀ ਦੀ ਪਵਿੱਤਰ ਨਿਤਨੇਮ ਦੀ ਜੋ ਗੁਰਬਾਣੀ ਤਿਸ ਦੀ ਕਥਾ ਵਿਚਾਰ ਸਤਿਗੁਰਾਂ ਨੇ ਸੰਪੂਰਨ ਕਰਵਾਈ ਹੈ। ਕੱਲ੍ਹ ਦੇ ਦਿਨ ਜੋ ਸ੍ਰੀ ਰਹਿਰਾਸ ਸਾਹਿਬ ਜੀ ਦੀ ਗੁਰਬਾਣੀ ਦੀ ਕਥਾ ਸੀ ਉਹ ਸੰਪੂਰਨ ਹੋ ਗਈ ਸੀ। ਸਤਿਗੁਰਾਂ ਅੱਗੇ ਅਰਦਾਸ ਬੇਨਤੀ ਕਰਕੇ ਸਤਿਗੁਰਾਂ ਤੋਂ ਆਗਿਆ ਲੈ ਕਰਕੇ ਤੇ ਹੁਣ ਜੋ ਪਵਿੱਤਰ ਗੁਰਬਾਣੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਜੋ ਬਚਿੱਤਰ ਨਾਟਕ ਗੁਰਬਾਣੀ ਹੈ ਤਿਸ ਦੀ ਸੰਖੇਪ ਰੂਪ ਅੰਦਰ ਕਥਾ ਜੋ ਅੱਜ ਆਰੰਭ ਹੋਵੇਗੀ। ਸੋ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦਾ ਜੋ ਪਵਿੱਤਰ ਪ੍ਰਕਾਸ਼ ਪੁਰਬ 4 ਮਾਘ ਨੂੰ ਆ ਰਿਹਾ ਹੈ, ਉਸ ਦੇ ਸੰਬੰਧ ਅੰਦਰ ਜੋ ਸਤਿਗੁਰਾਂ ਨੇ ਆਪਣੀ ਜੀਵਨ ਕਥਾ ਆਪ ਆਪਦੇ ਹਸਤ ਕਮਲਾਂ ਦੇ ਨਾਲ ਲਿਖਣਾ ਕੀਤੀ, ਆਪਣੇ ਮੁਖਾਰ ਬਿੰਦ ਤੋਂ ਉਚਾਰੀ, ਉਸ ਦੀ ਕਥਾ ਨੂੰ ਆਪਾਂ ਸਰਵਣ ਕਰਨ ਦਾ ਯਤਨ ਕਰਾਂਗੇ। ਸੋ ਸਾਧ ਸੰਗਤ, ਅੱਜ ਜੋ ਮਾਘ ਦੇ ਮਹੀਨੇ ਦੀ ਅੱਜ ਸੰਗਰਾਂਦ ਦਾ ਦਿਹਾੜਾ ਹੈ, ਮਾਘ ਦਾ ਮਹੀਨਾ ਅੱਜ ਆਰੰਭ ਹੋਇਆ ਹੈ। ਸਾਰੀਆਂ ਹੀ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਰਹੀਆਂ ਹਨ, ਸਤਿਗੁਰਾਂ ਅੱਗੇ ਅਰਦਾਸ ਬੇਨਤੀ ਕਰ ਰਹੀਆਂ ਹਨ ਕਿ ਸਤਿਗੁਰੂ ਤੁਹਾਡੀ ਕਿਰਪਾ ਦੇ ਸਦਕਾ, ਤੁਹਾਡੀ ਮਿਹਰਾਮਤ ਸਦਕਾ ਜੋ ਪੋਹ ਦਾ ਮਹੀਨਾ ਸੀ ਉਹ ਬੜੇ ਸੁੱਖ ਸ਼ਾਂਤੀ ਦੇ ਨਾਲ ਚੜ੍ਹਦੀ ਕਲਾ ਨਾਲ ਬਤੀਤ ਹੋਇਆ ਹੈ। ਤੇ ਸਤਿਗੁਰੂ ਤੁਸੀਂ ਕਿਰਪਾ ਕਰਿਓ, ਜੋ ਅੱਜ ਮਾਘ ਦਾ ਮਹੀਨਾ ਚੜ੍ਹਿਆ ਹੈ ਇਹ ਤੁਸੀਂ ਕਿਰਪਾ ਕਰਕੇ ਤੇ ਚੜ੍ਹਦੀ ਕਲਾ ਦੇ ਨਾਲ ਬਤੀਤ ਕਰਾਇਓ, ਕਿਉਂਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਨੇ ਬਚਨ ਕੀਤੇ ਹਨ ਨਾ ਕਿ ਮੈਂ ਨਾ ਗਨੇਸਹਿ ਪ੍ਰਿਥਮ ਮਨਾਉ, ਕਿਸਨ ਬਿਸਨ ਕਬਹੂ ਨਹਿ ਧਿਆਉ, ਕਿ ਕਿਸੇ ਵੀ ਦੇਵੀ ਦੇਵਤੇ ਨੂੰ ਅਸੀਂ ਨਹੀਂ ਧਿਆਉਂਦੇ, ਅਸੀਂ ਨਹੀਂ ਪੂਜਦੇ। ਜਿਹੜੇ ਸਿੱਖ ਹਨ ਉਹ ਕਿਸੇ ਵੀ ਕਾਰਜ ਨੂੰ ਆਰੰਭ ਕਰਨ ਸਮੇਂ ਜਿਸ ਤਰੀਕੇ ਨਾਲ ਅੱਜ ਮਾਘ ਦਾ ਮਹੀਨਾ ਆਰੰਭ ਹੋਇਆ ਹੈ, ਇਸ ਦੇ ਆਰੰਭ ਵਿੱਚ ਜੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਨ ਤਿਨਾਂ ਦੇ ਹੀ ਚਰਨ ਪਰਸਦੇ ਹਨ ਜੋ ਸਿੱਖ ਹਨ। ਅਤੇ ਜੋ ਅੱਜ ਦੇ ਇਸ ਮਾਘ ਮਹੀਨੇ ਦੁਆਰਾ ਜੋ ਸਤਿਗੁਰੂ ਉਪਦੇਸ਼ ਕਰ ਰਹੇ ਹਨ ਉਸ ਨੂੰ ਆਪਾਂ ਪਹਿਲਾਂ ਸਰਵਣ ਕਰਕੇ ਤੇ ਉਸ ਤੋਂ ਉਪਰੰਤ ਜੋ ਬਚਿੱਤਰ ਨਾਟਕ ਪਵਿੱਤਰ ਗੁਰਬਾਣੀ ਦੀ ਕਥਾ ਹੈ ਉਸ ਨੂੰ ਆਪਾਂ ਆਰੰਭ ਕਰਾਂਗੇ। ਸਤਿਗੁਰੂ ਬਖਸ਼ਿਸ਼ ਕਰਨ। ਸੋ ਸਾਧ ਸੰਗਤ, ਜੋ ਕੱਲ੍ਹ ਲੋਹੜੀ ਦਾ ਤਿਉਹਾਰ ਸੀ, ਲੋਹੜੀ ਵਾਲੀ ਰਾਤ ਜਿਸ ਸਮੇਂ ਜੋ ਬਸੰਤ ਰਾਗ ਦੀ ਪ੍ਰਾਰੰਭਤਾ ਹੁੰਦੀ ਹੈ ਸ੍ਰੀ ਦਰਬਾਰ ਸਾਹਿਬ ਵਿਖੇ, ਜੋ ਇਹ ਮਰਿਆਦਾ ਹੈ ਕਿ ਜੋ ਮਾਘ ਦੇ ਮਹੀਨੇ ਦੀ ਸੰਗਰਾਂਦ ਤੋਂ ਜੋ ਇੱਕ ਦਿਨ ਪਹਿਲਾਂ ਜੋ ਲੋਹੜੀ ਵਾਲੀ ਰਾਤ ਹੁੰਦੀ ਹੈ, ਉਸ ਰਾਤ ਨੂੰ ਜੋ ਸ੍ਰੀ ਦਰਬਾਰ ਸਾਹਿਬ ਅੰਦਰ ਰਾਤ ਤਕਰੀਬਨ 8:30-9 ਵਜੇ ਦੇ ਕਰੀਬ ਜੋ ਸਤਿਗੁਰਾਂ ਅੱਗੇ 6 ਪੌੜੀਆਂ ਆਨੰਦ ਸਾਹਿਬ ਜੀ ਦਾ ਕੀਰਤਨ ਕਰਕੇ ਅਤੇ ਅਰਦਾਸ ਕਰਕੇ ਉਸ ਤੋਂ ਉਪਰੰਤ ਫਿਰ ਇਹ ਬਸੰਤ ਰਾਗ ਦੀ ਪ੍ਰਾਰੰਭਤਾ ਕੀਤੀ ਜਾਂਦੀ ਹੈ। ਅਤੇ ਸਾਧ ਸੰਗਤ, ਹੁਣ ਇਹ ਜੋ ਬਸੰਤ ਰਾਗ ਹੈ ਇਹ ਦਰਬਾਰ ਸਾਹਿਬ ਅਤੇ ਸਾਰੇ ਗੁਰੂ ਘਰਾਂ ਦੇ ਅੰਦਰ ਗਾਏ ਜਾਣਗੇ। ਬਸੰਤ ਰਾਗ ਦੇ ਅੰਦਰ ਸਤਿਗੁਰਾਂ ਦੀ ਉਸਤਤੀ ਸ਼ਬਦ ਗਾਇਨ ਹੋਵੇਗਾ ਅਤੇ ਇਹ ਬਸੰਤ ਰਾਗ ਜੋ ਹੋਲੇ ਮਹੱਲੇ ਵਾਲੇ ਦਿਨ ਤੱਕ ਚੱਲਦੇ ਹਨ। ਜਿਸ ਦਿਨ ਹੋਲਾ ਮਹੱਲਾ ਹੁੰਦਾ ਹੈ ਉਸ ਦਿਨ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦੇ ਭੋਗ ਤੇ ਉੱਪਰ ਜੋ ਅਰਦਾਸ ਕਰਕੇ ਤੇ ਉੱਥੇ ਇਹ ਬਸੰਤ ਰਾਗ ਦੀ ਸੰਪੂਰਨਤਾ ਕੀਤੀ ਜਾਂਦੀ ਹੈ। ਇਸ ਜੋ ਸਾਧ ਸੰਗਤ ਅੱਜ ਤੋਂ ਲੈ ਕਰਕੇ ਅਤੇ ਹੋਲੇ ਮਹੱਲੇ ਤੱਕ ਇਹ ਬਸੰਤ ਰਾਗ ਗਾਇਨ ਕੀਤਾ ਜਾਵੇਗਾ ਰਾਗੀ ਸਿੰਘਾਂ ਦੁਆਰਾ। ਸੋ ਇਹ ਸਾਧ ਸੰਗਤ ਬਸੰਤ ਰਾਗ ਬਾਰੇ ਬੇਨਤੀ ਸੀ, ਜੋ ਹੁਣ ਸਤਿਗੁਰੂ ਮਾਘ ਦੇ ਮਹੀਨੇ ਦੀ ਸੰਗਰਾਂਦ ਦੇ ਦੁਆਰਾ ਉਪਦੇਸ਼ ਕਰ ਰਹੇ ਹਨ ਉਸ ਨੂੰ ਬੜੇ ਹੀ ਪ੍ਰੇਮ ਸਹਿਤ ਸਰਵਣ ਕਰੀਏ। ਸਾਰੀ ਹੀ ਸੰਗਤ ਦੋਏ ਕਰ ਜੋੜ ਸਤਿਗੁਰਾਂ ਅੱਗੇ ਸੀਸ ਨਿਵਾ ਕਰਕੇ ਆਖੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਘ ਮੱਜਨ ਸੰਗ ਸਾਧੂਆ, ਮਾਘ ਮੱਜਣ ਸੰਗ ਸਾਧੂਆਂ। ਸਾਧ ਸੰਗਤ, ਜੋ ਹਿੰਦੂ ਮਤ ਦੇ ਅੰਦਰ ਜੋ ਤ੍ਰਿਵੇਣੀ ਦਾ ਇਸ਼ਨਾਨ ਜੋ ਹੈ ਇਸ ਮਾਘ ਦੀ ਸੰਗਰਾਂਦ ਵਾਲੇ ਦਿਨ ਬੜਾ ਹੀ ਮਹਾਨ ਮੰਨਿਆ ਗਿਆ ਹੈ, ਬੜਾ ਹੀ ਉਸ ਦਾ ਮਹਾਤਮ ਮੰਨਿਆ ਗਿਆ ਹੈ। ਜਿਸ ਜਗ੍ਹਾ 'ਤੇ ਜੋ ਪ੍ਰਾਗਰਾਜ ਦੇ ਅੰਦਰ ਜੋ ਤ੍ਰਿਵੇਣੀ ਸੰਗਮ ਹੁੰਦਾ ਹੈ, ਜਿੱਥੇ ਕਿਹਾ ਜਾਂਦਾ ਹੈ ਕਿ ਜੋ ਗੰਗਾ ਨਦੀ ਹੈ ਅਤੇ ਜਮੁਨਾ
ਅਤੇ ਜੋ ਸਰਸਵਤੀ ਹੈ, ਇਹ ਤਿੰਨੇ ਆਣ ਕਰਕੇ ਮਿਲਦੀਆਂ ਹਨ। ਉੱਥੇ ਤ੍ਰਿਵੇਣੀ ਸੰਗਮ ਹੁੰਦਾ ਹੈ ਤੇ ਉਸ ਜਗ੍ਹਾ ਦੇ ਉੱਪਰ ਜੋ ਹਿੰਦੂ ਮਤ ਦੇ ਅੰਦਰ ਇਹ ਮਾਘ ਦੇ ਸੰਗਰਾਂਦ ਵਾਲੇ ਦਿਨ ਜੋ ਇਸ਼ਨਾਨ ਦਾ ਬੜਾ ਮਹੱਤਵ ਮੰਨਿਆ ਗਿਆ ਹੈ। ਪਰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਕਿ ਕਿਹੜਾ ਇਸ਼ਨਾਨ ਕਰਨਾ ਹੈ ਸਿੱਖ ਨੇ, ਉਹ ਸਤਿਗੁਰਾਂ ਨੇ ਅੱਜ ਦੇ ਇਸ ਪਵਿੱਤਰ ਬਚਨ ਦੇ ਅੰਦਰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਸਾਧ ਸੰਗਤ ਜਿਹੜਾ ਪ੍ਰਾਗਰਾਜ ਦੇ ਅੰਦਰ ਤ੍ਰਿਵੇਣੀ ਦਾ ਇਸ਼ਨਾਨ ਜੋ ਕਰਨਾ ਹੈ, ਉਸ ਦਾ ਮਹਾਤਮ ਇਸ ਪ੍ਰਕਾਰ ਕਾਇਮ ਹੋਇਆ ਕਿ ਜੋ ਭਾਰਤਵਾਜ ਮੁਨੀ ਹੋਇਆ ਹੈ ਇੱਕ ਸਮੇਂ, ਉਸ ਨੇ ਜੋ ਤ੍ਰਿਵੇਣੀ ਸੰਗਮ ਪ੍ਰਾਗਰਾਜ ਦੇ ਅੰਦਰ ਉੱਥੇ ਜੋ ਉਸ ਸਮੇਂ ਜੋ ਰਿਸ਼ੀਆਂ ਮੁਨੀਆਂ ਅਤੇ ਮਹਾਂਪੁਰਖਾਂ ਨੂੰ ਇਕੱਤਰ ਕਰਕੇ ਤੇ ਉੱਥੇ ਇਹ ਕਥਾ ਕਰਿਆ ਕਰਦਾ ਸੀ। ਜੋ ਭਾਰਦਵਾਜ ਮੁਨੀ ਸੀ, ਇਸ ਪ੍ਰਕਾਰ ਨਾਲ ਕਥਾ ਸੁਣਾ ਕੇ ਤੇ ਸਾਰਿਆਂ ਨੂੰ ਨਿਹਾਲ ਕਰਦਾ ਸੀ। ਅਤੇ ਇਸ ਦੇ ਕਾਰਨ, ਇਸ ਕਥਾ ਕਰਨ ਦੇ ਕਾਰਨ ਜੋ ਤ੍ਰਿਵੇਣੀ ਦਾ ਮਹਾਤਮ ਬੜਾ ਜਗਤ ਦੇ ਅੰਦਰ ਪ੍ਰਸਿੱਧ ਹੋਇਆ। ਤ੍ਰਿਵੇਣੀ ਦਾ ਇਸ਼ਨਾਨ ਜੋ ਲੋਕ ਕਰਦੇ ਸਨ, ਇਸ ਦੀ ਕਥਾ ਸੁਣ ਕਰਕੇ ਪ੍ਰਸੰਨ ਹੁੰਦੇ ਸਨ। ਪਰ ਸਮਾਂ ਪਾ ਕਰਕੇ ਜੋ ਉੱਥੇ ਕੇਵਲ ਇਸ਼ਨਾਨ ਦਾ ਹੀ ਮਹਾਤਮ ਰਹਿ ਗਿਆ, ਕਥਾ ਵਾਲਾ ਜੋ ਹੈ ਇਹ ਮਹਾਤਮ ਖਤਮ ਹੁੰਦਾ ਗਿਆ ਹੌਲੀ ਹੌਲੀ। ਇਹ ਜਿਹੜਾ ਉੱਥੇ ਤ੍ਰਿਵੇਣੀ ਦੇ ਉੱਪਰ ਜੋ ਕਥਾ ਕਰਨ ਦਾ ਹੀ ਮਹਾਤਮ ਸੀ, ਕਥਾ ਜੋ ਉਹ ਭਾਰਦਵਾਜ ਮੁਨੀ ਕਰਦਾ ਹੁੰਦਾ ਸੀ, ਉਹਦਾ ਕਰਕੇ ਇਹ ਜੋ ਫਿਰ ਬੜਾ ਪ੍ਰਸਿੱਧ ਹੋਇਆ ਕਿ ਤ੍ਰਿਵੇਣੀ ਦਾ ਇਸ਼ਨਾਨ ਕਰਨ ਦੇ ਨਾਲ ਮਾਘ ਦੇ ਮਹੀਨੇ 'ਚ ਕਿ ਜੀ ਪੁੰਨ ਪਾਪ ਜਿਹੜੇ ਪੁੰਨ ਕੀਤੇ ਹੁੰਦੇ ਹਨ ਉਹ ਸਾਰੇ ਲੱਥ ਜਾਂਦੇ ਹਨ। ਇਸ ਪ੍ਰਕਾਰ ਨਾਲ ਉਹ ਬੜਾ ਪਵਿੱਤਰ ਹੋਇਆ ਮੰਨਦੇ ਹਨ ਆਪਦੇ ਆਪ ਨੂੰ ਤ੍ਰਿਵੇਣੀ ਦਾ ਇਸ਼ਨਾਨ ਕਰਕੇ। ਪਰ ਸਾਧ ਸੰਗਤ ਜਿਹੜਾ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਸਿੱਖਾਂ ਨੂੰ, ਉਹ ਮਾਘ ਦੇ ਮਹੀਨੇ ਦੁਆਰਾ ਸਤਿਗੁਰੂ ਫਰਮਾ ਰਹੇ ਹਨ, ਮਾਘ ਮੱਜਣ ਸੰਗ ਸਾਧੂਆਂ। ਸੰਗ ਸਾਧੂਆਂ ਭਾਵ ਸਾਧ ਸੰਗਤ ਦੇ ਅੰਦਰ ਜੋ ਇਸ਼ਨਾਨ ਕਰਨਾ ਹੈ, ਸਾਧ ਸੰਗਤ ਵਿੱਚ ਮਿਲ ਕੇ, ਇਹੀ ਪ੍ਰਵਾਨ ਹੈ ਕਲ ਯੁੱਗ ਦੇ ਅੰਦਰ। ਜਿਸ ਪ੍ਰਕਾਰ ਨਾਲ ਜੋ ਸਤ ਸੰਗਤ ਦੇ ਵਿੱਚ ਆਣ ਕਰਕੇ ਇਹ ਭਗਤੀ ਦੇ ਬਚਨ ਸਰਵਣ ਕਰਨੇ ਹਨ, ਉਪਾਸਨਾ ਕਰਨੀ ਹੈ ਸਤਿਗੁਰਾਂ ਦੀ, ਕੀਰਤਨ ਕਰਨਾ ਅਤੇ ਆਰਤੀ ਕਰਨੀ ਸਤਿਗੁਰਾਂ ਦੀ ਜੋ ਸੰਧਿਆ ਵੇਲੇ ਰੋਜ਼ਾਨਾ ਆਪਣੇ ਵੀ ਗੁਰਦੁਆਰਾ ਸਾਹਿਬ ਵਿਖੇ ਹੁੰਦੀ ਹੈ। ਇਸ ਪ੍ਰਕਾਰ ਨਾਲ ਜੋ ਉਪਾਸਨਾ ਕਰਨੀ ਸਤਿਗੁਰਾਂ ਦੀ, ਇਹ ਗੰਗਾ ਇਸ਼ਨਾਨ ਦੇ ਬਰਾਬਰ ਹੈ। ਅਤੇ ਗੁਰਦੁਆਰਾ ਸਾਹਿਬ ਆਣ ਕਰਕੇ ਜੋ ਸੇਵਾ ਕਰਨੀ ਸਤ ਸੰਗਤ ਦੀ, ਇੱਥੇ ਆਣ ਕਰਕੇ ਰਹਿਣੀ ਬਹਿਣੀ ਕਹਿਣੀ ਤੇ ਇਸੇ ਸਹਿਣੀ ਸਿੱਖਣੀ ਸੰਗਤ ਵਿੱਚ ਆਣ ਕਰਕੇ, ਇਹ ਜਮੁਨਾ ਦਾ ਇਸ਼ਨਾਨ ਦੇ ਤੁਲ ਹੈ। ਅਤੇ ਜੋ ਗਿਆਨ ਪ੍ਰਾਪਤ ਕਰਨਾ ਹੈ ਸਤ ਸੰਗਤ ਵਿੱਚ ਆਣ ਕੇ, ਉਹ ਸਰਸਵਤੀ ਦੇ ਬਰਾਬਰ ਹੈ। ਕਿਉਂਕਿ ਜਿਹੜੀ ਸਰਸਵਤੀ ਕਿਹਾ ਜਾਂਦਾ ਹੈ ਕਿ ਉਹ ਤ੍ਰਿਵੇਣੀ ਦੇ ਅੰਦਰ ਜੋ ਗੁਪਤ ਰੂਪ ਵਿੱਚ ਆਣ ਕਰਕੇ ਮਿਲਦੀ ਹੈ, ਜਿਹੜੀਆਂ ਬਾਕੀ ਗੰਗਾ ਤੇ ਜਮੁਨਾ ਇਹ ਪ੍ਰਤੱਖ ਰੂਪ ਵਿੱਚ ਉੱਥੇ ਤ੍ਰਿਵੇਣੀ 'ਚ ਮਿਲਦੀਆਂ ਹਨ, ਜਿਹੜੀ ਸਰਸਵਤੀ ਇਹ ਗੁਪਤ ਰੂਪ ਵਿੱਚ ਆਉਂਦੀ ਹੈ। ਇਸੇ ਪ੍ਰਕਾਰ ਜਿਹੜਾ ਗਿਆਨ ਪ੍ਰਾਪਤ ਕਰਨਾ ਹੈ ਮਨ ਦੇ ਅੰਦਰ ਗੁਪਤ ਰੂਪ ਅੰਦਰ, ਉਹ ਕਥਾ ਦੇ ਅੰਦਰੋਂ ਜੋ ਗਿਆਨ ਪ੍ਰਾਪਤ ਕਰਨਾ, ਇਹ ਸਰਸਵਤੀ ਦਾ ਇਸ਼ਨਾਨ ਹੈ। ਇਸ ਪ੍ਰਕਾਰ ਸਤਿਗੁਰਾਂ ਨੇ ਫਰਮਾਇਆ ਕਿ ਜਿਹੜੀ ਮਾਘ ਮੱਜਣ ਸੰਗ ਸਾਧੂਆਂ, ਜਿਹੜੀ ਸਾਧੂਆਂ ਦੀ ਸੰਗਤ ਵਿੱਚ ਆਣ ਕੇ ਇਸ ਪ੍ਰਕਾਰ ਨਾਲ ਇਹ ਤਿੰਨਾਂ ਨਦੀਆਂ ਦਾ ਭਾਵ ਤ੍ਰਿਵੇਣੀ ਦਾ ਇਸ਼ਨਾਨ, ਉਸ ਤੋਂ ਵੀ ਕਿਤੇ ਉੱਤਮ ਇਹਦਾ ਫਲ ਹੈ। ਜਿਸ ਪ੍ਰਕਾਰ ਨਾਲ ਤ੍ਰਿਵੇਣੀ ਦੇ ਇਸ਼ਨਾਨ ਦਾ ਮਹਾਤਮ ਬਹੁਤ ਇਸ ਹਿੰਦੂ ਜਗਤ ਦੇ ਅੰਦਰ ਦੇਸ਼ ਅੰਦਰ ਮੰਨਿਆ ਗਿਆ ਸੀ, ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਕਿ ਜਿਹੜਾ ਇਸ ਕਲਯੁਗ ਦੇ ਅੰਦਰ ਹੈ ਉਹ ਤਾਂ ਜੋ ਸਤ ਸੰਗਤ ਵਿੱਚ ਆਣ ਕਰਕੇ ਮਿਲਣਾ ਹੈ, ਇਸੇ ਦਾ ਹੀ ਮਹਾਤਮ ਹੈ, ਇਹੀ ਪਾਰ ਉਤਾਰੇਗਾ। ਕਿਉਂਕਿ ਸਾਧ ਸੰਗਤ ਜਿਹਦਾ ਰਾਜ ਹੋਵੇ ਨਾ, ਫਿਰ ਹੁਕਮ ਵੀ ਉਸੇ ਦਾ ਹੀ ਚੱਲਦਾ ਹੈ। ਸਤਿਗੁਰਾਂ ਨੇ ਨਾਨਕ ਰਾਜ ਚਲਾਇਆ, ਗੁਰੂ ਨਾਨਕ ਮਹਾਰਾਜ ਨੇ ਕਲਯੁਗ ਦੇ ਅੰਦਰ ਰਾਜ ਚਲਾਇਆ। ਕਲਯੁਗ ਦੇ ਰਾਜੇ ਧੰਨ ਗੁਰੂ ਨਾਨਕ ਦੇਵ ਮਹਾਰਾਜ, ਤੇ ਉਹਨਾਂ ਦੇ ਕਥਨ ਅਨੁਸਾਰ ਹੀ ਫਿਰ ਉਹਨਾਂ ਦੇ ਬਚਨਾਂ ਤੇ ਚੱਲ ਕੇ ਫਿਰ ਉਧਾਰ ਹੋਵੇਗਾ। ਜੋ ਪਹਿਲੇ ਸਮਿਆਂ 'ਚ ਹੁੰਦਾ ਹੋਵੇਗਾ ਤ੍ਰਿਵੇਣੀ ਦੇ ਇਸ਼ਨਾਨ ਕਰਨ ਦੇ ਨਾਲ ਉਧਾਰ, ਪਰ ਕਲਯੁਗ ਦੇ ਅੰਦਰ ਸਤਿਗੁਰਾਂ ਨੇ ਫਰਮਾਇਆ ਕਿ ਕਲ ਕੇਵਲ ਨਾਮ ਆਧਾਰ। ਕਲਯੁਗ ਦੇ ਅੰਦਰ ਤਾਂ ਕੇਵਲ ਨਾਮ ਦਾ ਹੀ ਆਧਾਰ, ਨਾਮ ਦਾ ਹੀ ਆਸਰਾ ਹੈ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਪਰਮੇਸ਼ਰ ਦੀ ਕੀਰਤੀ ਸਤ ਸੰਗਤ ਵਿੱਚ ਆਣ ਕੇ ਜੋ ਕੀਰਤਨ ਕਰਨਾ, ਇਸ ਦੀ ਹੀ ਪ੍ਰਧਾਨਗਾ ਕਲਯੁਗ ਦੇ ਅੰਦਰ ਸਤਿਗੁਰਾਂ ਨੇ ਫਰਮਾਈ ਹੈ ਕਿ ਇਹੀ ਸਾਧਨ ਕਲਯੁਗ ਦੇ ਅੰਦਰ ਜੀਵਾਂ ਨੂੰ ਇਸ ਮਾਇਆ ਤੋਂ ਅਤੇ ਇਸ ਭਵਜਲ ਸੰਸਾਰ ਤੋਂ ਉਬਾਰ ਬਚਾ ਸਕਦਾ ਹੈ। ਇਸ ਪ੍ਰਕਾਰ ਨਾਲ ਸਤਿਗੁਰੂ ਫਰਮਾਉਂਦੇ ਮੱਜਣ ਸੰਗ ਸਾਧੂਆਂ, ਕਿ ਸਾਧ ਸੰਗਤ ਦੇ ਵਿੱਚ ਆਣ ਕਰਕੇ ਜੋ ਮੱਜਣ ਕਰਨਾ ਹੈ, ਇਹ ਉੱਪਰ ਗੰਗਾ ਜਮੁਨਾ ਸਰਸਵਤੀ ਦੇ ਤੁਲ ਕਿ ਜੋ ਭਗਤੀ ਦੇ ਬਚਨ ਉਪਾਸਨਾ ਕਰਨੀ, ਸੇਵਾ ਕਰਨੀ, ਇੱਥੇ ਆਣ ਕਰਕੇ ਰਹਿਣੀ ਬਹਿਣੀ ਕਹਿਣੀ ਸਿੱਖਣੀ, ਜੀਵਨ ਦੇ ਵਿੱਚ ਕਿਵੇਂ ਵਿਚਰਨਾ ਹੈ ਅਤੇ ਗਿਆਨ ਪ੍ਰਾਪਤ ਕਰਨਾ, ਇਹ ਸਾਧ ਸੰਗਤ ਵਿੱਚ ਆ ਕੇ ਇਸ਼ਨਾਨ ਕਰਨਾ ਹੈ।
ਤੂੜੀ ਕਰ ਇਸਨਾਨ। ਅਤੇ ਧੂੜੀ ਕਰ ਇਸ਼ਨਾਨ, ਜਿਹੜੀ ਸੰਤਾਂ ਦੀ ਚਰਨ ਧੂੜ ਹੈ ਨਾ, ਉਸ ਦੇ ਅੰਦਰ ਫਿਰ ਇਹ ਜਿਹੜਾ ਇਸ਼ਨਾਨ ਕਰਨਾ ਹੈ ਗੁਰਸਿੱਖ ਨੇ ਆਣ ਕਰਕੇ। ਸਤਿਗੁਰੂ ਵੀ ਫਰਮਾਉਂਦੇ ਨਾ, ਮੋਕੋ ਕਰ ਸੰਤਨ ਕੀ ਧੂਰੇ, ਕਿ ਮੈਨੂੰ ਸੰਤਾਂ ਦੀ ਧੂੜ ਕਰ ਦੇ ਹੈ ਪਰਮੇਸ਼ਰ, ਜਾਂ ਮੈਨੂੰ ਸੰਤਾਂ ਦੀ ਧੂੜ ਪ੍ਰਾਪਤ ਹੋ ਜਾਵੇ। ਕਿਉਂਕਿ ਸਾਧ ਸੰਗਤ ਇਹ ਜਿਹੜੀ ਚਰਨਾਂ ਦੀ ਧੂੜ ਬੜੀ ਹੀ ਸ੍ਰੇਸ਼ਟ ਹੈ। ਅਤੇ ਧੂੜੀ ਕਰ ਇਸ਼ਨਾਨ, ਇਸ਼ਨਾਨ ਧੂੜੀ ਦੇ ਨਾਲ ਕਿਸ ਪ੍ਰਕਾਰ ਨਾਲ ਕੀਤਾ ਜਾ ਸਕਦਾ ਹੈ ਕਿ ਗੁਰਦੁਆਰਾ ਸਾਹਿਬ ਆਣ ਕਰਕੇ ਜੋ ਤੱਪੜ ਝਾੜਨੇ, ਚਾਦਰਾਂ ਝਾੜਨੀਆਂ, ਤੇ ਜਿਹੜੀ ਫਿਰ ਉਹ ਧੂੜੀ ਉਹਨਾਂ ਦੇ ਵਿੱਚ ਉੱਡ ਕਰਕੇ ਤੇ ਆਪਣੇ ਸਰੀਰ ਤੇ ਪਵੇਗੀ, ਤਨ ਤੇ ਪਵੇਗੀ, ਇਹੀ ਧੂੜੀ ਕਰ ਇਸ਼ਨਾਨ, ਇਹੀ ਧੂੜੀ ਦੇ ਨਾਲ ਇਸ਼ਨਾਨ ਹੁੰਦਾ ਹੈ। ਗੁਰਦੁਆਰਾ ਸਾਹਿਬ ਆਣ ਕੇ ਝਾੜੂ ਫੇਰਨਾ, ਸਾਫ਼ ਸਫਾਈ ਕਰਨੀ, ਸਤਿਗੁਰਾਂ ਦੇ ਦਰ ਦੀ ਇਸ ਪ੍ਰਕਾਰ ਸੇਵਾ ਕਰਨੀ, ਇਹ ਧੂੜੀ ਕਰ ਇਸ਼ਨਾਨ ਹੈ। ਜਦੋਂ ਚਰਨ ਧੂੜ ਸੰਗਤਾਂ ਦੀ ਮੱਥੇ ਤੇ ਤਨ ਤੇ ਪੈਂਦੀ ਹੈ, ਇਹ ਧੂੜੀ ਦੇ ਨਾਲ ਇਸ਼ਨਾਨ ਹੁੰਦਾ ਹੈ। ਇਸ ਪ੍ਰਕਾਰ ਸਤਿਗੁਰ ਕਹਿੰਦੇ ਵੀ ਕਲਯੁਗ ਦੇ ਅੰਦਰ ਇਹ ਸਤ ਸੰਗਤ ਵਿੱਚ ਆਣ ਕੇ ਤੇ ਧੂੜੀ ਨਾਲ ਇਸ਼ਨਾਨ, ਸੰਤਾਂ ਦੀ ਸੰਗਤ ਦੀ ਚਰਨ ਧੂੜ ਦੇ ਨਾਲ ਇਸ਼ਨਾਨ ਕਰਨ ਦਾ ਹੀ ਮਹਾਤਮ ਹੈ ਇਸ ਕਲਯੁਗ ਅੰਦਰ। ਹਰ ਕਾ ਨਾਮ ਧਿਆਏ ਸੁਣ। ਹੁਣ ਸਤਿਗੁਰੂ ਫਰਮਾਉਂਦੇ, ਹੁਣ ਸਤ ਸੰਗਤ ਵਿੱਚ ਆ ਤੇ ਆਣ ਕਰਕੇ ਕੀ ਕਰ, ਹਰ ਕਾ ਨਾਮ ਧਿਆਏ, ਹਰੀ ਪਰਮੇਸ਼ਰ ਦਾ ਜੋ ਸੱਚਾ ਨਾਮ ਹੈ ਉਸ ਨੂੰ ਧਿਆਏ, ਧਿਆਉਣਾ ਕਰ, ਆਪਦੀ ਰਸਨਾ ਦੇ ਨਾਲ, ਆਪਦੀ ਜ਼ੁਬਾਨ ਦੇ ਨਾਲ ਉਸ ਨੂੰ ਧਿਆ ਅਤੇ ਸੁਣ। ਉਸ ਨੂੰ ਸੁਣਨਾ ਵੀ ਕਾਰਜ, ਆਪ ਉਚਾਰਨ ਕਰਕੇ ਤੇ ਆਪ ਫਿਰ ਉਸ ਨੂੰ ਸੁਣ ਵੀ। ਇਸ ਪ੍ਰਕਾਰ ਨਾਲ ਆਪ ਰਸਨਾ ਤੋਂ ਜਪ, ਧਿਆ ਅਤੇ ਸੰਗਤ ਵਿੱਚ ਆਣ ਕੇ ਕੀਰਤਨ ਰੂਪ ਵਿੱਚ ਅਤੇ ਕਥਾ ਦੇ ਰੂਪ ਵਿੱਚ ਪਰਮੇਸ਼ਰ ਦਾ ਨਾਮ ਸੁਣਨਾ ਕਰ। ਸਭਨਾ ਨੋ ਕਰ ਧਿਆਨ। ਅਤੇ ਸਤਿਗੁਰੂ ਫਰਮਾਉਂਦੇ ਵੀ ਸਭਨਾ ਨੂੰ ਕਰ ਦਾਨ, ਤੇ ਸਾਰਿਆਂ ਨੂੰ ਦਾਨ ਦੇਣਾ ਕਰ। ਕਿਸੇ 'ਚ ਵਿਤਕਰਾ ਨਾ ਕਰੀ ਕਿ ਇਹ ਗਰੀਬ ਅਤੇ ਇਹ ਕਿਸੇ ਹੋਰ ਜਾਤ ਬਰਾਦਰੀ ਦਾ, ਸਾਰਿਆਂ ਨੂੰ ਇੱਕ ਸਰ ਤੋਂ ਦਾਨ ਕਰਨਾ ਕਰ। ਕਿਉਂਕਿ ਜਿਹੜਾ ਗ੍ਰਸਤੀ ਦਾ ਧਰਮ ਹੈ ਨਾ, ਗ੍ਰਸਤ 'ਚ ਜਿਹੜਾ ਜੀਵ ਪ੍ਰਵੇਸ਼ ਕਰ ਗਿਆ ਉਸ ਦਾ ਇਹ ਧਰਮ ਹੈ, ਘਾਲ ਖਾਏ ਕੁਛ ਹੱਥੋਂ ਦੇ, ਘਾਲ ਕਮਾਈ ਉਸਨੇ ਕਰਨੀ ਤੇ ਕੁਛ ਹੱਥੋਂ ਦੇ ਕੇ ਫਿਰ ਪਰਮੇਸ਼ਰ ਦਾ ਸ਼ੁਕਰ ਮਨਾਉਣਾ। ਕਿਉਂਕਿ ਕਬੀਰ ਸਾਹਿਬ ਫਰਮਾਉਂਦੇ ਹਨ, ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ, ਨਾਹੀਂ ਤਾਂ ਕਰ ਬੈਰਾਗ। ਜੇ ਤੂੰ ਗ੍ਰਸਤ ਵਿੱਚ ਹੈ ਨਾ, ਤੂੰ ਗ੍ਰਹਿ ਕਰਨਾ ਚਾਹੁੰਦਾ ਹੈ ਤਾਂ ਧਰਮ ਕਰ, ਧਰਮ ਦਾ ਕਰਮ ਕਰ। ਤੇ ਗ੍ਰਸਤੀ ਦਾ ਧਰਮ ਕੀ ਹੈ? ਘਾਲ ਖਾਏ ਕੁਛ ਹੱਥੋਂ ਦੇ, ਤੇ ਉਸਨੇ ਆਪ ਵੀ ਘਾਲ ਕਮਾਈ, ਮਿਹਨਤ ਕਰਕੇ ਖਾਣੀ ਤੇ ਕੁਛ ਹੱਥੋਂ ਦੇਣਾ ਹੈ, ਦਾਨ ਪੁੰਨ ਕਰਨਾ ਹੈ, ਵੰਡ ਕੇ ਛਕਣਾ ਹੈ। ਇਸ ਪ੍ਰਕਾਰ ਸਤਿਗੁਰੂ ਫਰਮਾਉਂਦੇ ਆ, ਸਭਨਾਂ ਨੂੰ ਕਰ ਦਾਨ। ਕਿਉਂਕਿ ਜੇ ਲੋਹੜੀ ਅਤੇ ਮਾਘੀ ਦੇ ਤਿਉਹਾਰ ਦੇ ਅੰਦਰ ਵੀ ਘਰਾਂ ਦੇ ਵਿੱਚ ਮੰਗਣ ਵਾਸਤੇ ਕਈ ਜੀਵ ਆਉਂਦੇ ਹਨ, ਬਹੁਤ ਆਉਂਦੇ ਹਨ, ਤਾਂ ਇਸ ਪ੍ਰਕਾਰ ਨਾਲ ਸਤਿਗੁਰੂ ਫਰਮਾਉਂਦੇ ਵੀ ਤੇਰੇ ਘਰ ਦੇ ਵਿੱਚੋਂ ਕੋਈ ਖਾਲੀ ਨਹੀਂ ਜਾਣਾ ਚਾਹੀਦਾ, ਥੋੜੇ ਚੋਂ ਥੋੜਾ ਤੇ ਤੈਨੂੰ ਬਹੁਤੇ ਚੋਂ ਬਹੁਤਾ ਦੇ ਕਰਕੇ ਇਸ ਪ੍ਰਕਾਰ ਦਾਨ ਕਰਨਾ ਚਾਹੀਦਾ ਹੈ। ਜਨਮ ਕਰਮ ਮਲ ਉਤਰੇ। ਜਨਮਾਂ ਦੇ ਜਿਹੜੇ ਕਰਮ ਕੀਤੇ ਹੁੰਦੇ ਹਨ ਮੰਦੇ, ਮਲ ਉਤਰੈ, ਫਿਰ ਉਹਨਾਂ ਦੀ ਜਿਹੜੀ ਮਲ ਹੈ ਇਸ ਪ੍ਰਕਾਰ ਉਤਰ ਜਾਵੇਗੀ। ਹਰ ਕਾ ਨਾਮ ਧਿਆਏ ਸੁਣ, ਕਿਹਦੇ ਨਾਲ? ਹਰੀ ਪਰਮੇਸ਼ਰ ਦਾ ਨਾਮ ਧਿਆਉਣ ਨਾਲ, ਸੁਣਨ ਨਾਲ ਅਤੇ ਇਸ ਪ੍ਰਕਾਰ ਦਾਨ ਕਰਨ ਦੇ ਨਾਲ, ਜਿਹੜੀ ਹੈ ਸਤ ਸੰਗਤ ਦੇ ਵਿੱਚ ਆਉਣ ਨਾਲ ਜਨਮਾਂ ਦੇ ਜਿਹੜੇ ਕੀਤੇ ਮਾੜੇ ਕਰਮਾਂ ਦੀ ਜਿਹੜੀ ਮੈਲ ਹੈ ਉਹ ਮਨ ਦੇ ਵਿੱਚੋਂ ਉਤਰ ਜਾਵੇਗੀ। ਇਹ ਕਿਸ ਪ੍ਰਕਾਰ ਸਾਧ ਸੰਗ ਉਤਰ ਜਾਵੇਗੀ? ਕਿਉਂਕਿ ਜਿਹੜੀ ਇਹ ਜਨਮਾਂ ਦੀ ਮੈਲ ਹੈ ਨਾ, ਇਸ ਦੇ ਨਾਲ ਫਿਰ ਜਿਹੜੀ ਜਨਮ ਕਰਮ, ਜਿਹੜੇ ਕਰਮ ਬਾਰ-ਬਾਰ ਜਨਮ ਦਿਵਾਉਂਦੇ ਹਨ, ਐਸੀ ਜੇ ਕਰਮਾਂ ਦੀ ਮੈਲ ਹੈ, ਜਿਹੜੀ ਕਰਮਾਂ ਦੀ ਮੈਲ ਬਾਰ-ਬਾਰ ਜੀਵ ਨੂੰ ਜਨਮ ਮਰਨ ਦੇ ਗੇੜ ਵਿੱਚ ਪਾਉਂਦੀ ਹੈ। ਭਗਤ ਭਾਈ ਗੁਰਦਾਸ ਸਾਹਿਬ ਫਰਮਾਉਂਦੇ ਹਨ, ਜਨਮ ਕਰਮ ਮਲ ਉਤਰੈ, ਕਿ ਫਰਮਾਉਂਦੇ ਆ ਕਿ ਜੁਗ ਜੁਗ ਮੇਰ ਸਰੀਰ ਕਾ ਵਾਸਨਾ ਬੱਧਾ ਆਵੇ ਜਾਵੇ। ਇਹ ਜਿਹੜਾ ਸਰੀਰ ਹੈ ਨਾ, ਇਹ ਜੁਗਾਂ ਦੇ ਅੰਦਰ ਇਹ ਵਾਸਨਾ ਦਾ ਬੰਨਿਆ ਹੋਇਆ ਹੈ। ਤੇ ਵਾਸਨਾ ਜੇਕਰ ਮਨ ਦੇ ਵਿੱਚ ਰਹਿ ਗਈ ਨਾ, ਜਿਹੋ ਜੀ ਵਾਸਨਾ ਹੋਈ ਤੇ ਫਿਰ ਜਨਮ ਉਹੋ ਜਿਹਾ ਹੀ ਹੁੰਦਾ ਹੈ, ਜਿਹੜੀ ਵਾਸਨਾ ਦੀ ਮੈਲ ਹੈ। ਭਗਤ ਸਾਹਿਬ ਵੀ ਫਰਮਾਉਂਦੇ ਹਨ ਨਾ ਕਿ ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ। ਭਗਤ ਤ੍ਰਿਲੋਚਨ ਜੀ ਫਰਮਾਉਂਦੇ ਹਨ ਕਿ ਜਿਹੜਾ ਅੰਤਲੇ ਕਾਲ ਦੇ ਅੰਦਰ ਜੇ ਲక్ష్ਮੀ ਮਾਇਆ ਨੂੰ ਚੇਤੇ ਕਰਦਾ ਨਾ, ਮਾਇਆ ਨੂੰ ਹੀ ਇਕੱਠੀ ਕਰਦਾ, ਉਹੀ ਉਸ ਦੇ ਚਿੱਤ ਚੇਤੇ ਦੇ ਵਿੱਚ ਹੈ, ਫਿਰ ਸਰਪ ਜੂਣ ਵਲ ਉਤਰੈ, ਫਿਰ ਉਹ ਸੱਪ ਦੀ ਜੂਣ ਪੈਂਦਾ ਹੈ। ਇਸ ਪ੍ਰਕਾਰ ਭਗਤ ਜੀ ਫਰਮਾ ਰਹੇ ਹਨ ਕਿ ਇਹ ਉਸ ਦੀ ਵਾਸ਼ਨਾ ਦੇ ਅਨੁਸਾਰ ਜੋ ਅਗਲਾ ਜਨਮ ਹੁੰਦਾ ਹੈ। ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਬੇਸਵਾ ਜੂਣ ਵਲ ਉਤਰੈ। ਕਿ ਜਿਹੜਾ ਅੰਤਲੇ ਕਾਲ ਆਪਣੀ ਇਸਤਰੀ ਨੂੰ ਹੀ ਯਾਦ ਕਰਦਾ ਹੈ, ਉਸ ਦੇ ਹੀ ਖਿਆਲ ਉਸ ਦੇ ਮਨ ਵਿੱਚ ਚੱਲਦੇ ਹਨ, ਫਿਰ ਉਹ ਬੇਸਵਾ ਦੀ ਜੂਨੀ ਪੈਂਦਾ ਹੈ।
ਇਸ ਪ੍ਰਕਾਰ ਅੰਤ ਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸੂਕਰ ਜੋਨ ਵਲ ਵਲ ਅਵਤਰੈ। ਕਿ ਧੀਆਂ ਪੁੱਤਰਾਂ ਨੂੰ ਪਾਲਣ ਦੇ ਵਿੱਚ ਹੀ, ਉਹਨਾਂ ਦੇ ਵਾਸਤੇ ਜਾਇਦਾਦ ਇਕੱਠੀ ਕਰਨ ਦੇ ਵਿੱਚ ਹੀ ਤੂੰ ਲੱਗਾ ਰਿਹਾ, ਤੇ ਅੰਤ ਕਾਲ ਤੇਰੇ ਮਨ ਦੇ ਅੰਦਰ ਵੀ ਉਹੀ ਚੇਤਾ ਰਹੇ, ਤੇਰੇ ਲੜਕੇ ਤੇਰੇ ਧੀ ਪੁੱਤ ਹੀ, ਤਾਂ ਫਿਰ ਸੂਕਰ ਜੋਨ, ਸੂਰ ਦੀ ਜੋਨ ਫਿਰ ਬਾਰ-ਬਾਰ ਆਉਣਾ ਪਵੇਗਾ। ਕਿਉਂਕਿ ਸੂਰ ਦੇ ਕਿਤਨੇ ਹੀ ਬੱਚੇ ਹੁੰਦੇ ਹਨ, ਤੇ ਇੱਕ ਵਾਰ ਨਹੀਂ, ਬਾਰ-ਬਾਰ ਵਲ ਵਲ ਉਤਰੈ, ਬਾਰ-ਬਾਰ ਫਿਰ ਆਉਣਾ ਪਵੇਗਾ। ਇਹ ਵਾਸ਼ਨਾ ਹੀ ਜਨਮ ਕਰਾਉਂਦੀ ਹੈ। ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਪ੍ਰੇਤ ਜੋਨ ਵਲ ਵਲ ਅਵਤਰੈ। ਕਿ ਅੰਤ ਕਾਲ ਫਿਰ ਜਿਹੜੇ ਮੰਦਰ ਆਪਦੇ ਘਰਾਂ ਕੋਠੀਆਂ ਨੂੰ ਸਵਾਰਨ ਦੇ ਵਿੱਚ, ਉਹਨਾਂ ਦੇ ਵਿੱਚ ਹੀ ਉਹਨਾਂ ਦਾ ਚਿੱਤ ਰਿਹਾ। ਪ੍ਰੇਤਾਂ ਦੀ ਜੂਨੀ ਪੈਣਗੇ, ਫਿਰ ਪ੍ਰੇਤ ਜਿਹੜੇ ਹਨ ਮੰਦਰ ਖੰਡਰਾਂ ਦੇ ਵਿੱਚ ਭਟਕਦੇ ਫਿਰਦੇ ਹਨ। ਇਸ ਪ੍ਰਕਾਰ ਸਤਿਗੁਰ ਫਰਮਾਉਂਦੇ, ਭਗਤ ਸਾਹਿਬ ਕਹਿੰਦੇ ਵੀ ਅੰਤ ਕਾਲ ਜੋ ਨਾਰਾਇਣ ਸਿਮਰੈ, ਫਿਰ ਜਿਹੜਾ ਅੰਤ ਕਾਲ ਉਹ ਨਾਰਾਇਣ ਪਰਮੇਸ਼ਰ ਨੂੰ ਸਿਮਰਦਾ ਹੈ ਨਾ, ਐਸੀ ਚਿੰਤਾ ਮਹਿ ਜੇ ਮਰੈ, ਤੇ ਨਰ ਮੁਕਤਾ ਪੀਤੰਬਰ ਵਾਕੇ ਹਿਰਦੈ ਬਸੈ। ਕਿ ਉਹ ਫਿਰ ਮੁਕਤਾ ਹੋ ਜਾਵੇਗਾ, ਤੇ ਪਰਮੇਸ਼ਰ ਉਸ ਦੇ ਹਿਰਦੇ ਵਿੱਚ ਉਸ ਨੂੰ ਆਪਦੇ ਸੱਚਖੰਡ ਦੇ ਅੰਦਰ ਨਿਵਾਸ ਬਖਸ਼ਦਾ ਹੈ। ਪਰ ਸਾਧ ਸੰਗਤ ਜਿਹੜਾ ਅੰਤਕਾਲ ਸਿਮਰਨਾ ਹੈ ਨਾ, ਉਹ ਅੰਤਕਾਲ ਕੀ ਉਹੀ ਚੇਤੇ ਆਊਗਾ ਜਿਹੜਾ ਸਾਰੀ ਜ਼ਿੰਦਗੀ ਸਾਰੀ ਉਮਰ ਜੀਵ ਦੇ ਚੇਤੇ ਵਿੱਚ ਹੋਇਆ ਨਾ, ਤੇ ਅੰਤਕਾਲ ਵੀ ਉਹੀ ਚੇਤੇ ਰਹਿਣਾ। ਇਸ ਪ੍ਰਕਾਰ ਜਿਹੜੀ ਵਾਸ਼ਨਾ ਰਹਿ ਜਾਂਦੀ ਹੈ ਨਾ ਮਨ ਦੇ ਅੰਦਰ ਅਖੀਰ ਕਾਲ ਤੱਕ, ਉਹੀ ਫਿਰ ਅਗਲਾ ਜਨਮ ਕਰਾਉਂਦੀ ਹੈ। ਫਿਰ ਰਹਾਉ ਵਾਲੀ ਪੰਕਤੀ 'ਚ ਭਗਤ ਸਾਹਿਬ ਫਰਮਾ ਰਹੇ ਹਨ ਕਿ ਅਰੀ ਬਾਈ ਗੋਬਿੰਦ ਨਾਮ ਮਤ ਵਿਸਰੈ। ਇਹ ਗੋਬਿੰਦ ਪਰਮੇਸ਼ਰ ਦਾ ਨਾਮ ਕਦੀ ਨਹੀਂ ਵਿਸਾਰਨਾ ਚਾਹੀਦਾ। ਜੇ ਸਾਰੀ ਜ਼ਿੰਦਗੀ ਚੇਤੇ ਰੱਖਾਂਗੇ ਫੇਰ ਹੀ ਅੰਤਕਾਲ ਚੇਤੇ ਰਹੂਗਾ। ਤੇ ਇੱਥੇ ਸਤਿਗੁਰ ਫਰਮਾਉਂਦੇ ਫਿਰ ਜਨਮ ਕਰਮ ਮਲ ਉਤਰੈ। ਜਿਹੜੇ ਕਰਮ ਕੀਤੇ ਹਾ, ਮੰਦੇ ਕਰਮਾਂ ਦੀ ਜਿਹੜੀ ਮਲ ਵਾਸ਼ਨਾ ਉਹ ਜੀਵਾਂ ਦਾ ਬਾਰ-ਬਾਰ ਜਨਮ ਕਰਾਉਂਦੀ ਆ, ਤੇ ਉਹ ਫਿਰ ਸਤਿਗੁਰੂ ਕਹਿੰਦੇ ਵੀ ਇੱਥੇ ਮਿਟ ਜਾਵੇਗੀ। ਮਿਟ ਕਿਵੇਂ ਜਾਵੇਗੀ? ਸਤਿਗੁਰਾਂ ਨੇ ਸੰਗਤ ਦਾ ਜੋ ਮਹਾਤਮ ਬਖਸ਼ਿਸ਼ ਕੀਤਾ ਨਾ, ਆਪਾਂ ਸੌਦਾ ਰਹਿਰਾਸ ਸਾਹਿਬ ਬਾਣੀ ਅੰਦਰ ਵੀ ਆਪਾਂ ਬਚਨ ਸਾਂਝੇ ਕਰਕੇ ਆਏ ਹਾਂ ਕਿ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਧ੍ਰਿਗ ਜੀਵੇ। ਧ੍ਰਿਗ ਜੀ ਵਾਸ ਜਿਹੜੇ ਸਤਿਗੁਰੂ ਦੀ ਸੰਗਤ ਵਿੱਚ ਨਹੀਂ ਨਾ ਆਣ ਕਰਕੇ ਜੁੜ ਮਿਲ ਬੈਠੇ, ਤੇ ਧ੍ਰਿਗ ਉਹਨਾਂ ਦਾ ਜੀਵਨ ਲਾਹਣਤ ਦਾ ਹੈ। ਲਾਹਣਤ ਦਾ ਜੀਵਨ ਉਹ ਜਿਉ ਰਹੇ ਹਨ। ਸਤਿਗੁਰੂ ਫਰਮਾ ਰਹੇ ਕਿ ਜਿਸ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ। ਉਹਨਾਂ ਦੇ ਤਾਂ ਧੁਰੋਂ ਹੀ ਮਸਤਕ ਤੇ ਪਰਮੇਸ਼ਰ ਨੇ ਲੇਖ ਲਿਖ ਕੇ ਭੇਜਿਆ ਹੁੰਦਾ ਹੈ, ਜਿਨ੍ਹਾਂ ਨੂੰ ਸਤ ਸੰਗਤ ਪ੍ਰਾਪਤ ਹੋ ਜਾਂਦੀ ਹੈ। ਐਸੇ ਉਹਨਾਂ ਦੇ ਵੱਡੇ ਭਾਗ ਹੁੰਦੇ ਹਨ। ਸਤਿਗੁਰੂ ਫਰਮਾਉਂਦੇ ਧੰਨ ਧੰਨ ਸਤ ਸੰਗਤ, ਜਿਤ ਹਰ ਰਸ ਪਾਇਆ। ਤੇ ਇਹ ਸਤ ਸੰਗਤ ਹੀ ਧੰਨ ਧੰਨ ਹੈ, ਜਿੱਥੇ ਹਰੀ ਪਰਮੇਸ਼ਰ ਦਾ ਰਸ ਪ੍ਰਾਪਤ ਹੋ ਜਾਂਦਾ ਹੈ। ਮਿਲ ਜਾਣ ਨਾਨਕ ਨਾਮ ਪ੍ਰਗਾਸ। ਤੇ ਸਤ ਸੰਗਤ ਦੇ ਅੰਦਰ ਆ ਕੇ ਹੀ ਹਿਰਦੇ ਅੰਦਰ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ। ਐਸੀ ਸਤ ਸੰਗਤ ਧੰਨ ਹੈ। ਮਾਗ ਮੱਜਣ ਸੰਗ ਸਾਧੂਆਂ, ਜਿਹੜੀ ਸਾਧੂਆਂ ਦੀ ਸੰਗਤ ਹੈ ਨਾ, ਸਤਿਗੁਰਾਂ ਦੀ ਸੰਗਤ ਦੀ ਸੰਗਤ ਕਰਨੀ ਹੈ ਜੋ, ਇਹ ਧਨਤਾ ਦੇ ਯੋਗ ਸਤਿਗੁਰਾਂ ਨੇ ਆਖੀ। ਤੇ ਇੱਥੋਂ ਫਿਰ ਸੰਗਤ ਦੇ ਵਿੱਚੋਂ ਜੋ ਰਾਸ ਪ੍ਰਾਪਤ ਹੋਵੇਗਾ, ਨਾਮ ਦਾ ਰਾਸ ਪ੍ਰਾਪਤ ਜਦੋਂ ਹੋ ਗਿਆ, ਫਿਰ ਜਿਹੜੀ ਚੀਜ਼ ਦਾ ਆਪਾਂ ਨੂੰ ਰਾਸ ਪ੍ਰਾਪਤ ਹੋ ਜਾਵੇ ਨਾ, ਫਿਰ ਉਹ ਆਪਾਂ ਨਹੀਂ ਛੱਡ ਸਕਦੇ। ਉਸ ਨੂੰ ਆਪਾਂ ਵਾਰ-ਵਾਰ ਗ੍ਰਹਿਣ ਕਰਦੇ ਹਾਂ, ਕਿਉਂਕਿ ਉਹ ਪਸੰਦ ਆ ਗਈ, ਉਹਦਾ ਰਾਸ ਆ ਗਿਆ। ਤੇ ਜਦੋਂ ਰਾਸ ਆ ਗਿਆ ਸੰਗਤ ਵਿੱਚ ਆਣ ਕਰਕੇ, ਤਾਂ ਫਿਰ ਜੋ ਭਗਤ ਸਾਹਿਬ ਆਖਦੇ ਨਾ ਵੀ ਅਰੀ ਬਾਈ ਗੋਬਿੰਦ ਨਾਮ ਮਤ ਵਿਸਰੈ, ਫਿਰ ਉਹ ਗੋਬਿੰਦ ਦਾ ਨਾਮ ਆਪਾਂ ਨੂੰ ਵਿਸਰੇਗਾ ਹੀ ਨਹੀਂ, ਕਿਉਂਕਿ ਰਸ ਜੋ ਆ ਗਿਆ ਪਰਮੇਸ਼ਰ ਨੇ ਬਖਸ਼ਿਸ਼ ਕਰਤੀ। ਫਿਰ ਜੇ ਗੋਬਿੰਦ ਦਾ ਨਾਮ ਨਾ ਵਿਸਰਿਆ ਆਪਾਂ ਨੂੰ, ਫਿਰ ਅੰਤਕਾਲ ਵੀ ਪਰਮੇਸ਼ਰ ਦਾ ਨਾਮ ਹੀ ਚੇਤੇ ਰਹੇਗਾ। ਤੇ ਇਸ ਪ੍ਰਕਾਰ ਨਾਲ ਜੋ ਜਨਮ ਮਰਨ ਤੋਂ ਛੁੱਟ ਜਾਵਾਂਗੇ। ਸਤਿਗੁਰੂ ਫਰਮਾਉਂਦੇ ਜਨਮ ਕਰਮ ਮਲ ਉਤਰੈ। ਇਸ ਪ੍ਰਕਾਰ ਦੇ ਨਾਲ ਸੰਗਤ ਦੇ ਵਿੱਚ ਆਉਣ ਨਾਲ ਜਿਹੜੀ ਕਰਮਾਂ ਦੀ ਮਲ ਹੈ, ਉਹ ਪਰਮੇਸ਼ਰ ਨੂੰ ਚੇਤੇ ਕਰਨ ਦੇ ਨਾਲ ਉਹ ਉਤਰ ਜਾਂਦੀ ਹੈ। ਮਨ ਤੇ ਜਾਹੇ ਗੁਮਾਨ। ਅਤੇ ਮਨ ਦੇ ਉੱਪਰੋਂ, ਮਨ ਦੇ ਵਿੱਚੋਂ ਜਿਹੜਾ ਗੁਮਾਨ ਹੈ, ਅਹੰਕਾਰ ਹੈ, ਉਹ ਚਲਾ ਜਾਂਦਾ ਹੈ ਸਤ ਸੰਗਤ ਦੇ ਅੰਦਰ ਆਣ ਕਰਕੇ। ਕਿਉਂਕਿ ਸਤ ਸੰਗਤ ਦੇ ਅੰਦਰ ਆਣ ਕਰਕੇ ਜਿਹੜੀ ਗੁਰਦੁਆਰਾ ਸਾਹਿਬ ਸੇਵਾ ਕਰਨੀ ਹੈ, ਚਾਦਰਾਂ ਝਾੜਦੀਆਂ, ਝਾੜੂ ਫੇਰਨਾ, ਬਰਤਨ ਮਾਂਜਣ ਦੀ ਸੇਵਾ, ਝੂਠੇ ਬਰਤਨ ਮਾਂਜਣ ਦੀ ਸੇਵਾ ਕਰਨੀ ਹੈ, ਇਸ ਦੇ ਨਾਲ ਸਾਧ ਸੰਗਤ ਜਿਹੜਾ ਮਨ ਹੈ ਉਹ ਨਿਮਰਤਾ ਵਿੱਚ ਆਉਂਦਾ ਹੈ। ਗੁਰਦੁਆਰਾ ਸਾਹਿਬ ਆਉਣਾ ਹੀ ਨਿਮਰ ਭਾਵ ਹੋ ਕਰਕੇ ਚਾਹੀਦਾ ਹੈ। ਸਾਧ ਸੰਗਤ ਨੀਵੇਂ ਹੋ ਕੇ ਆਵਾਂਗੇ ਤਾਂ ਕੁਝ ਪ੍ਰਾਪਤ ਕਰ ਲਵਾਂਗੇ। ਜੇ ਅਹੰਕਾਰ ਦੇ ਸਹਿਤ ਗੁਰਦੁਆਰਾ ਸਾਹਿਬ ਆਏ ਤਾਂ ਉਹ ਫਿਰ ਪ੍ਰਾਪਤੀ ਸਤਿਗੁਰੂ ਕਹਿੰਦੇ ਆ ਵੀ ਇਹ ਜਨਮ ਮਰਨ ਦੇ ਗੇੜ ਵਿੱਚ ਇਸੇ ਤਰ੍ਹਾਂ ਹੀ ਪਿਆ ਰਵੇਗਾ। ਜੇ ਸੰਗਤ ਵਿੱਚ ਆ ਗਿਆ ਤਾਂ ਮਨ ਤੇ ਜਾਹੇ ਗੁਮਾਨ। ਇਹ ਜਿਹੜਾ ਸੇਵਾ ਕਰਕੇ ਫਿਰ ਮਨ ਦੇ ਅੰਦਰ ਤੂੰ ਗੁਮਾਨ ਕਰੀ ਬੈਠਾ ਹੈ ਨਾ, ਉਹ ਵੀ ਤੇਰਾ ਉਤਰ ਜਾਵੇਗਾ। ਕਾਮ ਕ੍ਰੋਧ ਨਾ ਮੋਹੀਐ। ਕਾਮ ਕ੍ਰੋਧ ਨਾ ਮੋਹੀਐ। ਸਤ ਸੰਗਤ ਵਿੱਚ ਆਉਣ ਕਰਕੇ ਫਿਰ ਜਿਹੜਾ ਕਾਮ ਕ੍ਰੋਧ ਇਹ ਮੋਹਦਾ ਨਹੀਂ। ਫਿਰ
ਬਿਨਸੈ ਲੋਭ ਸੁਆਨ। ਅਤੇ ਜਿਹੜਾ ਲੋਭ ਸੁਆਨ ਕੁੱਤਾ, ਜਿਹੜਾ ਲੋਭ ਕੁੱਤਾ ਹੈ ਨਾ, ਇਹ ਵੀ ਬਿਨਸ ਜਾਂਦਾ ਹੈ। ਸਤਿਗੁਰ ਫਰਮਾਉਂਦੇ ਵੀ ਕਾਮ ਕ੍ਰੋਧ ਨਾ ਮੋਹੀ ਹੈ, ਕਿਉਂਕਿ ਜਦੋਂ ਸਤ ਸੰਗਤ ਵਿੱਚ ਆ ਗਏ ਨਾ, ਸਤਿਗੁਰਾਂ ਨੇ ਬਖਸ਼ਿਸ਼ ਕਰਕੇ ਇਹ ਫਰਮਾਇਆ ਕਿ ਹੇ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਭਰਮਾਵਣ ਹੈ, ਕਿ ਹੇ ਕਾਮ ਤੂੰ ਜੀਵ ਦਾ ਨਰਕਾਂ ਵਿੱਚ ਵਾਸ ਕਰਾਉਣਾ ਹੈ, ਬੜੀਆਂ ਬਥੇਰੀਆਂ ਜੂਨਾਂ ਦੇ ਵਿੱਚ ਤੂੰ ਭਰਮਾਉਣਾ ਹੈ। ਚਿਤ ਹਰਣੰ ਤ੍ਰੈ ਲੋਕ ਗਮਯੰ ਜਪ ਤਪ ਸੀਲ ਬਿਦਾਰਨ ਹੈ, ਤੂੰ ਚਿੱਤ ਜੀਵ ਦਾ ਹਰ ਲੈਣਾ ਹੈ ਤੇ ਉਸ ਦੇ ਜਪ ਤਪ ਕੀਤੇ ਹੋਏ ਤੂੰ ਸਾੜ ਦੇਣਾ ਹੈ। ਇਹ ਕਾਮ ਐਸਾ ਤੂੰ ਹੈ। ਫਿਰ ਜਿਸ ਸਮੇਂ ਇਹ ਜੀਵ ਨੂੰ ਪਤਾ ਲੱਗ ਗਿਆ ਨਾ ਵੀ ਐਸਾ ਕਾਮ ਜਿਸ ਨੇ ਮੇਰੇ ਸਾਰੇ ਜਪ ਤਪ ਹੀ ਸਾੜ ਦਿੱਤੇ, ਜਿਹੜਾ ਨਰਕਾਂ ਵਿੱਚ ਭਰਮਾਉਂਦਾ ਹੈ, ਫਿਰ ਜੀਵ ਉਸ ਤੋਂ ਸੰਕੋਚ ਕਰੇਗਾ। ਤੇ ਜਿਸ ਸਮੇਂ ਫਿਰ ਇਸ ਨੂੰ ਪਤਾ ਲੱਗ ਗਿਆ ਨਾ, ਕਾਮ ਕ੍ਰੋਧ ਕਾਇਆ ਕਉ ਗੱਲ ਹੈ, ਜਿਉਂ ਕੰਚਨ ਸੁਹਾਗਾ ਢਲ ਹੈ। ਫਿਰ ਜਿਹੜਾ ਕਾਮ ਤੇ ਕ੍ਰੋਧ ਸਰੀਰ ਨੂੰ ਗਾਲ ਦਿੰਦਾ ਹੈ, ਨਾਸ ਕਰ ਦਿੰਦਾ ਹੈ। ਇਸ ਪ੍ਰਕਾਰ ਪੰਚ ਦੂਤ ਮਿਲ ਪਿਰਹੋਂ ਵਿਛੋੜੀ। ਫਿਰ ਜਦੋਂ ਇਸ ਨੂੰ ਜੀਵ ਨੂੰ ਸੰਗਤ ਵਿੱਚ ਆਣ ਕਰਕੇ ਇਹ ਪਤਾ ਲੱਗ ਗਿਆ ਨਾ ਕਿ ਜਿਹੜੇ ਪੰਜੇ ਦੂਤ ਹੈ, ਕਾਮ ਕ੍ਰੋਧ ਲੋਭ ਮੋਹ ਆਦਿਕ, ਇਹਨਾਂ ਨੇ ਸਾਨੂੰ ਪਿਰ ਪਰਮੇਸ਼ਰ ਤੋਂ ਵਿਛੋੜਿਆ ਹੋਇਆ ਹੈ। ਤੇ ਜੇਕਰ ਇਸ ਨੂੰ ਸੰਗਤ ਵਿੱਚ ਆਣ ਕਰਕੇ ਇਹ ਪ੍ਰਤੀਤ ਹੋ ਗਿਆ ਕਿ ਇਹ ਪੰਜਾਂ ਦੂਤਾਂ ਨੇ ਸਾਨੂੰ ਪਰਮੇਸ਼ਰ ਤੋਂ ਵਿਛੋੜਿਆ ਹੈ, ਫਿਰ ਇਸ ਤੋਂ ਇਹਦਾ ਖਹਿੜਾ ਇਸ ਪ੍ਰਕਾਰ ਛੁੱਟੇਗਾ। ਫਿਰ ਇਹ ਇਸ ਪ੍ਰਕਾਰ ਪਰਮੇਸ਼ਰ ਅੱਗੇ ਬੇਨਤੀਆਂ ਜਦੋਂ ਕਰੇਗਾ ਨਾ ਸੰਗਤ ਵਿੱਚ ਆਣ ਕਰਕੇ ਕਿ ਲੋਭ ਲਹਿਰ ਅਤ ਨੀਜਰ ਬਾਜੈ, ਕਾਇਆ ਡੂਬੈ ਕੇਸਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ ਹੈ। ਪਰਮੇਸ਼ਰ ਇਹ ਪੰਜ ਦੂਤ ਮਿਲ ਪਿਰਹੋ ਵਿਛੋੜੀ, ਸਾਨੂੰ ਤੁਹਾਡੇ ਤੋਂ ਵਿਛੋੜਿਆ ਹੋਇਆ ਹੈ ਇਹਨਾਂ ਨੇ, ਇਹ ਸਾਡਾ ਸਰੀਰ ਨਾਸ ਕਰ ਰਹੇ ਹਨ। ਤੇ ਇਸ ਪ੍ਰਕਾਰ ਸਤਿਗੁਰੂ ਸਾਡੇ ਤੇ ਬੇਨਤੀ ਕਰੋ। ਫਿਰ ਐਵੇਂ ਜਿਸ ਪ੍ਰਕਾਰ ਸੰਗਤ ਦੇ ਵਿੱਚ ਆਣ ਕਰਕੇ ਜਦੋਂ ਇਹ ਫਿਰ ਬੇਨਤੀਆਂ ਸਤਿਗੁਰਾਂ ਅੱਗੇ ਕਰੇਗਾ ਨਾ, ਫਿਰ ਸਤਿਗੁਰੂ ਕਿਰਪਾ ਕਰ ਦੇਣਗੇ। ਕਾਮ ਕ੍ਰੋਧ ਨਾ ਮੋਹੀ ਹੈ, ਬਿਨਸੈ ਲੋਭ ਸੁਆਨ। ਫਿਰ ਕਾਮ ਕ੍ਰੋਧ ਵੀ ਨਹੀਂ ਮੋਹਦੇ ਜੀਵ ਨੂੰ, ਤੇ ਲੋਭ ਸੁਆਨ ਜਿਹੜਾ ਲੋਭ ਕੁੱਤਾ ਹੈ ਨਾ, ਕਿਉਂਕਿ ਸਤਿਗੁਰਾਂ ਨੇ ਫਰਮਾਇਆ ਕਿ ਲੋਭੀ ਕਾ ਵਿਸਾਹੋ ਨਾ ਕੀਜਈ, ਜੇ ਕਾ ਪਾਰ ਵਿਸਾਹੇ, ਵੀ ਲੋਭੀ ਬੰਦੇ ਦਾ ਕਦੀ ਵਿਸਾਹ ਨਹੀਂ ਕਰਨਾ ਚਾਹੀਦਾ। ਫਿਰ ਇਹ ਜਿਹੜਾ ਅੰਦਰੋਂ ਜੀਵ ਦੇ ਜਿਹੜਾ ਲੋਭ ਰੂਪੀ ਕੁੱਤਾ ਹੈ, ਲੱਭ ਕੁੱਤਾ ਕੂੜ ਚੂਹੜਾ, ਸਤਿਗੁਰਾਂ ਨੇ ਲੋਭ ਨੂੰ ਕੁੱਤਾ ਕਰਕੇ ਫਰਮਾਇਆ ਹੈ, ਤੇ ਉਹ ਵੀ ਇਸ ਦੇ ਅੰਦਰੋਂ ਫਿਰ ਸੰਗਤ ਵਿੱਚ ਆਉਣ ਕਰਕੇ ਨਾਸ ਹੋ ਜਾਂਦਾ ਹੈ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਸੱਚਾ ਮਾਰਗ ਚੱਲਦਿਆਂ, ਕਿ ਸੱਚੇ ਪਰਮੇਸ਼ਰ ਦੇ ਸਤਿਗੁਰਾਂ ਦੇ ਦੱਸੇ ਹੋਏ ਮਾਰਗ ਤੇ ਗੁਰਸਿੱਖੀ ਧਾਰਨ ਕਰਕੇ, ਸਤਿਗੁਰਾਂ ਦੇ ਦੱਸੇ ਹੋਏ ਮਾਰਗ ਅਨੁਸਾਰ ਕਰਕੇ ਚੱਲ ਕੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤ ਸਰਨ ਆਵੈ। ਇਸ ਪ੍ਰਕਾਰ ਜੋ ਸੱਚੇ ਪਰਮੇਸ਼ਰ ਦਾ ਮਾਰਗ ਹੈ, ਅੰਮ੍ਰਿਤ ਛਕ ਕਰਕੇ ਗੁਰਸਿੱਖ ਸੱਜ ਕਰਕੇ, ਇਸ ਪ੍ਰਕਾਰ ਜੋ ਮਾਰਗ ਤੇ ਚੱਲਣਾ ਹੈ ਨਾ, ਇਸ ਮਾਰਗ ਤੇ ਚੱਲਣ ਦੇ ਨਾਲ ਫਿਰ ਉਸਤਤ ਕਰਿਆ ਜਹਾਨ। ਫਿਰ ਸੰਸਾਰ ਵੀ ਉਸ ਜੀਵ ਨੂੰ ਧਨਤਾ ਦੇ ਜੋ ਕਹਿੰਦਾ ਹੈ ਕਿ ਭਾਈ ਇਹ ਜੀਵ ਬੜਾ ਧਨ ਹੈ, ਬੜਾ ਭਾਗੀ ਹੈ, ਜੋ ਇਸ ਨੂੰ ਸਤਿਗੁਰਾਂ ਨੇ ਗੁਰਸਿੱਖੀ ਬਖਸ਼ਿਸ਼ ਕਰ ਦਿੱਤੀ, ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਤੀ, ਇਹਨੂੰ ਸਤ ਸੰਗਤ ਬਖਸ਼ਿਸ਼ ਕਰਤੀ। ਇਸ ਪ੍ਰਕਾਰ ਜੋ ਜਹਾਨ ਹੈ ਉਹ ਵੀ ਉਸਤਤੀ ਕਰਦਾ ਹੈ। 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। 68 ਤੀਰਥ ਸਗਲ ਪੁੰਨ, ਜਿਹੜੇ 68 ਤੀਰਥਾਂ ਦੇ ਇਸ਼ਨਾਨ ਕਰਨੇ ਹਨ ਅਤੇ ਸਾਰੇ ਜਿਹੜੇ ਪੁੰਨ ਦਾਨ ਕਰਨੇ ਹਨ ਆਦਿਕ, ਸਤਿਗੁਰੂ ਕਹਿੰਦੇ ਵੀ ਜੀ ਦਇਆ ਪ੍ਰਵਾਨ। ਇਹਨਾਂ ਸਾਰੇ ਕੀਤੇ ਹੋਏ 68 ਤੀਰਥਾਂ ਦੇ ਇਸ਼ਨਾਨ ਅਤੇ ਪੁੰਨ ਕੀਤੇ ਹੋਣ, ਪਰ ਇਹਨਾਂ ਤੋਂ ਵੀ ਮਹਾਤਮ ਕਿਸ ਦਾ ਹੈ? ਜੀ ਦਇਆ ਪ੍ਰਵਾਨ। ਜਿਹੜੀ ਜੀਆਂ ਤੇ ਦਇਆ ਕਰਨੀ ਨਾ, ਇਹ ਸਾਰੇ ਇਸ਼ਨਾਨਾਂ ਤੇ ਕਰਮਾਂ ਤੋਂ ਉੱਤਮ ਹੈ। ਸਤਿਗੁਰਾਂ ਨੇ ਫਰਮਾਈ ਜੀ ਦਇਆ, ਜਿਹੜੀ ਜੀ ਆਪਣੇ ਹਿਰਦੇ ਤੇ ਜਿਹੜੀ ਦਇਆ ਕਰਨੀ, ਆਪਦੇ ਆਪ ਤੇ ਦਇਆ ਕਰਨੀ, ਕਿ ਭਈ ਪ੍ਰਾਪਤ ਮਾਨੁਖ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਆਪਣੇ ਜੀਵ ਦੀ ਜਿਹੜੀ ਵਾਰੀ ਆ, ਇਹ ਖੁੰਝ ਨਾ ਜਾਵੇ, ਇਹਨੂੰ ਫਿਰ ਜੂਨਾਂ ਵਿੱਚ ਪੈਣਾ ਪਵੇਗਾ। ਇਹ ਆਪਦੇ ਆਪ ਤੇ ਵੀ ਦਇਆ ਕਰਨੀ, ਕਿ ਪਰਮੇਸ਼ਰ ਦੀ ਸੰਗਤ ਵਿੱਚ ਆਉਣਾ, ਸਿਮਰਨ ਕਰਕੇ ਪਰਮੇਸ਼ਰ ਦੇ ਨਾਮ ਦਾ ਰਸ ਪ੍ਰਾਪਤ ਕਰਨਾ, ਇਹ ਆਪਦੇ ਤੇ ਦਇਆ ਕਰਨੀ ਹੈ। ਇਸ ਪ੍ਰਕਾਰ ਜਿਹੜੀ ਦਇਆ ਕਰਨੀ ਉਹ ਸ੍ਰੇਸ਼ਟ ਸਤਿਗੁਰਾਂ ਨੇ ਫਰਮਾਈ ਹੈ। ਅਤੇ ਜੀ ਦਇਆ, ਅਤੇ ਜੀਵਾਂ ਤੇ ਦੂਸਰੇ ਜੀਵਾਂ ਤੇ ਦਇਆ ਕਰਨੀ। ਜਿਸ ਪ੍ਰਕਾਰ ਜਿਸ ਸਮੇਂ ਜੰਗਲਾਂ ਦੇ ਅੰਦਰ ਸਿੰਘ ਰਹਿ ਰਹੇ ਸਨ, 7-8 ਦਿਨਾਂ ਦੇ ਭੁੱਖੇ ਸਨ, ਭਾਈ ਤਾਰੂ ਸਿੰਘ ਜੀ ਨੇ ਲਿਜਾ ਕਰਕੇ ਜਿਸ ਸਮੇਂ ਉਹਨਾਂ ਨੂੰ ਪ੍ਰਸ਼ਾਦਾ ਉਹਨਾਂ ਤੱਕ ਪਹੁੰਚਾਇਆ ਅਤੇ ਉਹਨਾਂ ਨੂੰ ਇਹ ਵੀ ਦੱਸਣਾ ਕੀਤਾ
ਕਿ ਜੋ ਦੁਸ਼ਟ ਮੁਗਲ ਹਨ ਉਹ ਇਹਨਾਂ ਦੀਆਂ ਜਿਹੜੇ ਹਿੰਦੂ ਹਨ ਇਹਨਾਂ ਦੀਆਂ 10,000 ਇਸਤਰੀਆਂ ਨੂੰ ਲੈ ਕਰਕੇ ਇਕੱਠੀਆਂ ਕਰਕੇ ਲੈ ਗਏ ਹਨ ਅਤੇ ਉਹਨਾਂ ਨਾਲ ਇਸ ਪ੍ਰਕਾਰ ਕੁਕਰਮ ਕਰਨਗੇ। ਉਹ ਜਿਸ ਸਮੇਂ ਭਾਈ ਤਾਰੋ ਸਿੰਘ ਜੀ ਨੇ ਸਿੰਘਾਂ ਨੂੰ ਦੱਸਿਆ ਨਾ ਤੇ ਸਿੰਘਾਂ ਨੇ ਫਿਰ ਪ੍ਰਸ਼ਾਦਾ ਉੱਥੇ ਛੱਡ ਦਿੱਤਾ। ਉੱਠ ਕਰਕੇ ਪਹਿਲਾਂ ਉਸ ਇਸਤਰੀਆਂ ਉਹਨਾਂ ਹਿੰਦੂਆਂ ਦੀਆਂ ਧੀਆਂ ਬੇਟੀਆਂ ਨੂੰ ਬਚਾ ਕਰਕੇ ਉਹਨਾਂ ਦੇ ਘਰੇ ਬਚਾਇਆ ਤੇ ਫਿਰ ਆਣ ਕਰਕੇ ਸਿੰਘਾਂ ਨੇ ਪ੍ਰਸ਼ਾਦਾ ਛਕਿਆ ਸੀ। ਇਸ ਪ੍ਰਕਾਰ ਸਤਿਗੁਰਾਂ ਨੇ ਖਾਲਸੇ ਨੂੰ ਬਖਸ਼ਿਸ਼ ਕੀਤੀ ਹੈ ਜੀ ਦਇਆ ਪ੍ਰਵਾਨ। ਜਿਹੜੀ ਜੀਆਂ ਦੇ ਉੱਪਰ ਦਇਆ ਕਰਨੀ ਹੈ ਨਾ ਇਹ ਪਰ ਸਤਿਗੁਰਾਂ ਨੇ ਪ੍ਰਵਾਨ ਦਸੀ ਹੈ। ਇਹ ਸਭ ਤੋਂ ਸ੍ਰੇਸ਼ਟ ਉੱਤਮ ਹੈ। ਜਿਸਨੋ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ। ਪਰ ਇਹ ਜਿਹੜੀ ਦਇਆ ਕਰਨ ਦਾ ਸੁਭਾਅ ਕਾਮ ਕ੍ਰੋਧ ਨਾਸ਼ ਕਰਨ ਦਾ ਅਤੇ ਸਤ ਸੰਗਤ ਜਿਨ੍ਹਾਂ ਨੂੰ ਬਖਸ਼ਿਸ਼ ਸਤਿਗੁਰਾਂ ਨੇ ਹੁੰਦੀ ਹੈ ਨਾ ਜਿਨ੍ਹਾਂ ਤੇ ਉਹਨਾਂ ਨੂੰ ਇਹ ਪ੍ਰਾਪਤ ਹੁੰਦੀ ਹੈ। ਜਿਸ ਨੂੰ ਦੇਵੈ ਦਇਆ ਕਰ, ਜਿਨ੍ਹਾਂ ਨੂੰ ਦਇਆ ਕਰਕੇ ਪਰਮੇਸ਼ਰ ਇਹ ਜੀਆਂ ਤੇ ਦਇਆ ਕਰਨ ਦਾ ਸੁਭਾਅ ਬਖਸ਼ਿਸ਼ ਕਰਦਾ ਹੈ ਸੋਈ ਪੁਰਖ ਸੁਜਾਨ। ਉਹੀ ਫਿਰ ਸੁਜਾਨ ਕਹਿਆ ਜਾਂਦਾ ਹੈ, ਉਹੀ ਸ੍ਰੇਸ਼ਟ ਪੁਰਖ ਕੱਢਿਆ ਜਾਂਦਾ ਹੈ ਜਿਨ੍ਹਾਂ ਤੇ ਸਤਿਗੁਰੂ ਬਖਸ਼ਿਸ਼ ਕਰ ਦੇਣ। ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ। ਜਿਨ੍ਹਾਂ ਮਿਲਿਆ ਜਿਨ੍ਹਾਂ ਨੂੰ ਫਿਰ ਪ੍ਰਭੂ ਪਰਮੇਸ਼ਰ ਮਿਲ ਗਿਆ ਨਾਨਕ ਤਿੰਨ ਕੁਰਬਾਨ। ਸਤਿਗੁਰੂ ਕਹਿੰਦੇ ਅਸੀਂ ਉਹਨਾਂ ਤੋਂ ਕੁਰਬਾਨ ਜਾਂਦੇ ਹਾਂ ਜਿਨ੍ਹਾਂ ਨੇ ਸੰਗਤ ਵਿੱਚ ਆਣ ਕਰਕੇ ਪਰਮੇਸ਼ਰ ਦੇ ਨਾਮ ਰਸ ਦੀ ਤੇ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਕਰ ਲਈ। ਮਾਘ ਸੁੱਚੇ ਸੇ ਕਾਢੀਐ ਹੈ ਜਿਨ ਪੂਰਾ ਗੁਰ ਮਿਹਰਵਾਨ। ਮਾਘ ਦੇ ਮਹੀਨੇ ਦੁਆਰਾ ਸਤਿਗੁਰੂ ਫਰਮਾ ਰਹੇ ਹਨ ਸੁੱਚੇ ਸੇ ਕਾਢੀਐ ਹੈ। ਉਹੀ ਸੁੱਚੇ ਉਹੀ ਪਵਿੱਤਰ ਸ੍ਰੇਸ਼ਟ ਕੱਢੇ ਜਾਂਦੇ ਹਨ ਆਖੇ ਜਾਂਦੇ ਹਨ ਜਿਨ ਪੂਰਾ ਗੁਰ ਮਿਹਰਵਾਨ। ਜਿਨ੍ਹਾਂ ਦੇ ਉੱਪਰ ਪੂਰਾ ਜਿਹੜਾ ਸਤਿਗੁਰੂ ਹੈ ਉਹ ਮਿਹਰਬਾਨ ਹੋ ਜਾਂਦਾ ਹੈ, ਦਿਆਲਤਾ ਕਰਦਾ ਹੈ, ਉਹੀ ਸ੍ਰੇਸ਼ਟ ਸੱਚੇ ਆਖੇ ਜਾਂਦੇ ਹਨ। ਇਸ ਪ੍ਰਕਾਰ ਸਤਿਗੁਰਾਂ ਨੇ ਇਹ ਜੋ ਮਾਘ ਦੇ ਮਹੀਨੇ ਦੁਆਰਾ ਜੋ ਉਪਦੇਸ਼ ਬਖਸ਼ਿਸ਼ ਕੀਤਾ ਕਿ ਤ੍ਰਿਵੇਣੀ ਸੰਗਮ ਦੇ ਇਸ਼ਨਾਨ ਤੋਂ ਵੱਧ ਮਹਾਤਮ ਜੋ ਕਲਯੁਗ ਦੇ ਅੰਦਰ ਇਹ ਸਤ ਸੰਗਤ ਦਾ ਹੈ। ਮੱਜਣ ਸੰਗ ਸਾਧੂਆਂ ਜਿਹੜੀ ਸਾਧ ਸੰਗਤ ਵਿੱਚ ਆਣ ਕਰਕੇ ਤੇ ਧੂੜੀ ਕਰ ਇਸ਼ਨਾਨ ਜਿਹੜੀ ਸੇਵਾ ਕਰਨੀ ਗੁਰਦੁਆਰਾ ਸਾਹਿਬ ਵਿਖੇ ਤੇ ਸਤਿਗੁਰਾਂ ਦੀ ਸੇਵਾ ਕਰਨੀ ਇਹੀ ਪ੍ਰਵਾਨ ਹੈ। ਅਤੇ ਜੀਆਂ ਤੇ ਦਇਆ ਕਰਨੀ ਇਹ ਪ੍ਰਵਾਨ ਹੈ ਕਲਯੁਗ ਦੇ ਅੰਦਰ। ਇਸ ਦਾ ਹੀ ਮਹਾਤਮ ਹੈ ਅਤੇ ਇਸ ਦੇ ਨਾਲ ਕਾਮ ਕ੍ਰੋਧ ਨਾਲ ਮੋਹੀ ਹੈ। ਕਾਮ ਕ੍ਰੋਧ ਨਹੀਂ ਮੋਹਦੇ ਬਿਨਸਾ ਲੋਭ ਸਵਾਨ ਜਿਹੜਾ ਲੋਭ ਰੂਪੀ ਕੁੱਤਾ ਇਹ ਵੀ ਨਾਸ ਹੋ ਜਾਂਦਾ ਹੈ ਸਤ ਸੰਗਤ ਵਿੱਚ ਆਉਣ ਕਰਕੇ। ਇਸ ਪ੍ਰਕਾਰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਸੋ ਸਾਧ ਸੰਗਤ ਗੁਰਦੁਆਰਾ ਸਾਹਿਬ ਵਿਖੇ ਸੰਗਤ ਰੋਜ਼ਾਨਾ ਹੁੰਦੀ ਹੈ, ਰੋਜ਼ਾਨਾ ਸਤਿਗੁਰਾਂ ਦੀ ਕਥਾ ਹੁੰਦੀ ਹੈ। ਕਥਾ ਸਰਵਣ ਕਰਕੇ ਤੇ ਆਪਾਂ ਵੀ ਲਾਹੇ ਪ੍ਰਾਪਤ ਕਰੀਏ ਤਾਂ ਜੋ ਸਾਡੇ ਅੰਦਰੋਂ ਵੀ ਇਹ ਕਾਮ ਕ੍ਰੋਧ ਨਾ ਮੋਹੀ ਹੈ ਤੇ ਬਿਨਸਾ ਲੋਭ ਸਵਾਨ ਇਹ ਕਲਾ ਸਾਡੇ ਅੰਦਰ ਵੀ ਵਰਤ ਜਾਵੇ। ਸਤਿਗੁਰੂ ਬਖਸ਼ਿਸ਼ ਕਰ ਦੇਣ। ਸੋ ਸਾਧ ਸੰਗਤ ਜੋ ਸਤਿਗੁਰਾਂ ਨੇ ਬਖਸ਼ਿਸ਼ ਕਰਕੇ ਪਿਛਲੇ ਦਿਨਾਂ ਅੰਦਰ ਜੋ ਸੋਦਰ ਰਹਿਰਾਸ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੀ ਸੰਪੂਰਨਤਾ ਹੋਈ ਸੀ ਅਤੇ ਹੁਣ ਜੋ ਸਤਿਗੁਰਾਂ ਦਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦਾ ਪਵਿੱਤਰ ਪ੍ਰਕਾਸ਼ ਪੁਰਬ 4 ਮਾਘ ਨੂੰ ਆ ਰਿਹਾ ਹੈ ਉਸ ਨੂੰ ਮੁੱਖ ਰੱਖਦੇ ਹੋਏ ਜੋ 19 ਤਰੀਕ ਨੂੰ 19 ਜਨਵਰੀ ਨੂੰ ਜੋ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣੇ ਹਨ ਤਾਂ ਉਸ 19 ਤਰੀਕ ਤੱਕ ਅੱਜ ਤੋਂ ਲੈ ਕਰਕੇ ਤੇ 19 ਜਨਵਰੀ ਤੱਕ ਜੋ ਇਹ 6 ਦਿਨ ਬਣਦੇ ਹਨ ਤੋਂ ਸਾਧ ਸੰਗਤ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਆਪਾਂ ਇਹਨਾਂ 6 ਦਿਨਾਂ ਦੇ ਅੰਦਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜੋ ਆਪਣੇ ਮੁਖਾਰ ਬਿੰਦ ਤੋਂ ਆਪਣੀ ਜੀਵਨ ਕਥਾ ਉਚਾਰਨ ਕੀਤੀ ਹੈ ਨਾ ਕਿ ਅਬ ਮੈਂ ਆਪਣੀ ਕਥਾ ਬਕਾਨੋ ਅਤੇ ਇਸ ਪ੍ਰਕਾਰ ਨਾਲ ਪਟਨਾ ਸ਼ਹਿਰ ਵਿਖੇ ਭਵ ਲਿਓ। ਇਹ ਸਾਰੀ ਕਥਾ ਹੈ ਜੋ ਉਹ ਆਪਾਂ ਸਰਵਣ ਕਰਨ ਦਾ ਯਤਨ ਕਰਾਂਗੇ। ਸੋ ਸਾਧ ਸੰਗਤ ਇਹ ਜਿਹੜੀ ਸਾਰੀ ਕਥਾ ਹੈ ਨਾ ਇਹ ਸਤਿਗੁਰਾਂ ਨੇ ਬਚਿੱਤਰ ਨਾਟਕ ਗੁਰਬਾਣੀ ਅੰਦਰ ਮੁਖਾਰ ਬਿੰਦ ਤੋਂ ਉਚਾਰਨ ਕਰਕੇ ਤੇ ਆਪ ਲਿਖਣਾ ਕੀਤੀ। ਇਹ ਸਤਿਗੁਰਾਂ ਨੇ ਆਪਦੇ ਮੁਖੋਂ ਉਚਾਰੀ ਆਪਣੀ ਕਥਾ ਇਹ ਬਚਿੱਤਰ ਨਾਟਕ ਦੇ ਅੰਦਰ ਬਿਰਾਜਮਾਨ ਹੈ। ਸੋ ਆਪਾਂ ਸਤਿਗੁਰਾਂ ਅੱਗੇ ਅਰਦਾਸ ਬੇਨਤੀ ਕੀਤੀ ਹੈ। ਸੋ ਹੁਣ ਜੋ ਬਚਿੱਤਰ ਨਾਟਕ ਦੀ ਕਥਾ ਹੈ ਇਹ ਆਪਾਂ ਆਰੰਭ ਕਰਦੇ ਹਾਂ ਜੀ। ਸਤਿਗੁਰੂ ਕਿਰਪਾ ਕਰਨ। ਮੈਂ ਨਾ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਖੋ ਤੁਮ ਕਥਾ ਸੁਧਾਰੀ। ਸਾਰੀ ਹੀ ਸੰਗਤ ਇਕਾਗਰਤਾ ਪ੍ਰੇਮ ਸਹਿਤ ਸਰਵਣ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਥ ਬਚਿੱਤਰ ਨਾਟਕ ਗ੍ਰੰਥ ਲਿਖਿਆ ਅਥ ਬਚਿੱਤਰ ਨਾਟਕ ਗ੍ਰੰਥ ਲਿਖਿਅਤੇ ਤ੍ਰੈ ਪ੍ਰਸਾਦ ਸ਼੍ਰੀ ਮੁਖਬਾਰ ਪਾਤਸ਼ਾਹੀ 10ਵੀਂ। ਦੋਹਰਾ ਨਮਸਕਾਰ ਸ਼੍ਰੀ ਖੜਗ ਕੋ ਕਰੇ ਸੋ ਹਿਤ ਚਿਤ ਲਾਏ।
ਪੂਰਨ ਕਰੋ ਗਿਰੰਥ ਇਹ ਤੁਮ ਮੋਹੇ ਕਰੋ ਸਹਾਏ। ਸਾਧ ਸੰਗਤ, ਜੋ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਦੇ ਅੰਦਰ ਇਹ ਬਖਸ਼ਿਸ਼ ਕਰਨਾ ਕੀਤੀ। ਜੋ ਪਹਿਲੀ ਬਾਣੀ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਅੰਦਰ ਜੋ ਸ੍ਰੀ ਜਾਪ ਸਾਹਿਬ ਆਉਂਦੀ ਹੈ, ਜੋ ਗੁਰਸਿੱਖ ਅੰਮ੍ਰਿਤ ਵੇਲੇ ਵੀ ਪੜ੍ਹਦੇ ਹਨ ਅਤੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਣ ਵੇਲੇ ਵੀ ਜੋ ਇਹ ਬਾਣੀ ਹੈ ਜਾਪ ਸਾਹਿਬ, ਇਹ ਸ੍ਰੀ ਜਪਜੀ ਸਾਹਿਬ ਤੋਂ ਬਾਅਦ ਇਹ ਪੜ੍ਹੀ ਜਾਂਦੀ ਹੈ। ਇਹ ਸ੍ਰੀ ਦਸਮ ਗ੍ਰੰਥ ਸਾਹਿਬ ਅੰਦਰ ਇਹ ਜੋ ਪਹਿਲੀ ਬਾਣੀ ਸ੍ਰੀ ਜਾਪ ਸਾਹਿਬ ਹੈ, ਉਸ ਤੋਂ ਉਪਰੰਤ ਜੋ ਸਤਿਗੁਰਾਂ ਨੇ ਅਕਾਲ ਉਸਤਤ ਬਾਣੀ ਉਚਾਰੀ, ਜੋ ਪਰਮੇਸ਼ਰ ਦੀ ਉਸਤਤ ਦੀ ਅੰਦਰ ਗੁਰਬਾਣੀ ਦਾ ਉਚਾਰਨ ਕੀਤਾ। ਅਤੇ ਉਸ ਤੋਂ ਉਪਰੰਤ ਜੋ ਤੀਸਰੇ ਨੰਬਰ ਤੇ ਇਹ ਸਤਿਗੁਰਾਂ ਨੇ ਬਚਿੱਤਰ ਨਾਟਕ ਗੁਰਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਅੰਦਰ ਦਰਜ ਕਰਨਾ ਕੀਤੀ। ਇਸ ਦੇ ਅੰਦਰ ਸਾਧ ਸੰਗਤ 14 ਅਧਿਆਏ ਹਨ, 14 ਹਿੱਸੇ ਹਨ ਇਸ ਗੁਰਬਾਣੀ ਦੇ, ਜਿਸ ਦੇ ਅੰਦਰ ਸਤਿਗੁਰਾਂ ਨੇ ਪਹਿਲੇ ਅਧਿਆਏ ਦੇ ਅੰਦਰ ਉਸ ਪਰਮੇਸ਼ਰ ਦੇ ਮਹਾਕਾਲ ਸਰੂਪ ਦੀ ਉਸਤਤੀ ਕਰਕੇ ਪਰਮੇਸ਼ਰ ਦਾ ਜੋ ਸਰੂਪ ਉਸ ਨੂੰ ਵਰਣਨ ਕੀਤਾ ਹੈ ਅਤੇ ਜੋ ਸ਼ਸਤਰਾਂ ਨੂੰ ਸਤਿਗੁਰਾਂ ਨੇ ਨਮਸਕਾਰ ਕਰਦੇ ਹੋਏ ਪਰਮੇਸ਼ਰ ਦੀ ਸ਼ਕਤੀ ਨੂੰ ਦਰਸਾਇਆ ਹੈ ਉਹਨਾਂ ਸ਼ਸਤਰਾਂ ਦੇ ਦੁਆਰਾ। ਅਤੇ ਇਸ ਪ੍ਰਕਾਰ ਸਤਿਗੁਰਾਂ ਨੇ ਇਹ ਕਾਲ ਜਿਹੜਾ ਮਹਾਕਾਲ ਹੈ ਨਾ, ਸਾਰਿਆਂ ਦੇ ਸਿਰ ਤੇ ਸਾਰਿਆਂ ਦਾ ਨਾਸ ਕਰਨ ਵਾਲਾ ਜੋ ਕਾਲ ਹੈ, ਉਸ ਦਾ ਵੀ ਵਰਣਨ ਕੀਤਾ ਹੈ ਕਿ ਉਹ ਕਿਵੇਂ ਕਾਲ ਕਰਦਾ ਹੈ ਜੀਵਾਂ ਦਾ। ਇਹ ਪਹਿਲੇ ਅਧਿਆਏ ਅੰਦਰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਅਤੇ ਜੋ ਦੂਸਰਾ, ਤੀਸਰਾ ਤੇ ਚੌਥਾ ਅਧਿਆਏ ਹੈ, ਇਸ ਦੇ ਅੰਦਰ ਜੋ ਸਤਿਗੁਰਾਂ ਨੇ ਆਪਣੀ ਬੰਸ ਜਿਹੜੀ ਸੋਢੀ ਬੰਸ, ਬੇਦੀ ਬੰਸ, ਇਸ ਦਾ ਵਰਣਨ ਕੀਤਾ ਹੈ ਕਿ ਇਹ ਕਿੱਥੋਂ ਸ਼ੁਰੂ ਹੋਈ ਅਤੇ ਕਿਸ ਪ੍ਰਕਾਰ ਇਹ ਚੱਲੀ ਅਤੇ ਫਿਰ ਕਿਸ ਪ੍ਰਕਾਰ ਤਿੰਨ ਬੇਦੀਆਂ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ। ਗੁਰੂ ਨਾਨਕ ਮਹਾਰਾਜ ਦਾ ਬੇਦੀ ਕੁਲ ਅੰਦਰ ਪ੍ਰਕਾਸ਼ ਹੋਇਆ ਤੇ ਫਿਰ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਜੋ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਇਹ ਕਿਸ ਪ੍ਰਕਾਰ ਫਿਰ ਗੁਰੂ ਰਾਮਦਾਸ ਮਹਾਰਾਜ ਜੀਆਂ ਨੂੰ ਗੁਰਤਾ ਗੱਦੀ ਮਿਲੀ। ਇਹ ਸਾਰੀ ਬੰਸ ਜੋ ਆਪਣੀ ਸਤਿਗੁਰਾਂ ਨੇ ਵਰਣਨ ਕੀਤੀ ਕਿ ਕਿੱਥੋਂ ਚੱਲੀ ਤੇ ਕਿਵੇਂ ਗਾਂ ਜਾ ਕੇ ਸਤਿਗੁਰਾਂ ਤੱਕ ਪਹੁੰਚੀ। ਅਤੇ ਉਸ ਤੋਂ ਉਪਰੰਤ ਜੋ 5ਵੇਂ ਅਧਿਆਏ ਦੇ ਅੰਦਰ ਸਤਿਗੁਰਾਂ ਨੇ ਜੋ 9 ਗੁਰੂ ਸਾਹਿਬਾਨ ਹੋਏ ਹਨ ਗੁਰੂ ਤੇਗ ਬਹਾਦਰ ਮਹਾਰਾਜ ਤੱਕ, ਉਹਨਾਂ ਦਾ ਵਰਣਨ ਕੀਤਾ ਕਿ ਕਿਸ ਪ੍ਰਕਾਰ ਉਹਨਾਂ ਨੂੰ ਗੁਰਤਾ ਗੱਦੀ ਬਖਸ਼ਿਸ਼ ਹੋਈ, ਕਿਸ ਪ੍ਰਕਾਰ ਦੇ ਨਾਲ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਦਿੱਲੀ ਅੰਦਰ ਸ਼ਹੀਦੀ ਹੋਈ, ਉਹ ਸਤਿਗੁਰਾਂ ਨੇ ਵਰਣਨ ਕੀਤਾ। ਅਤੇ ਜੋ 6ਵਾਂ ਅਤੇ 7ਵਾਂ ਅਧਿਆਏ ਹੈ, ਇਸ ਦੇ ਅੰਦਰ ਸਤਿਗੁਰਾਂ ਨੇ ਆਪਣੀ ਕਥਾ ਲਿਖੀ। ਜੋ 6ਵੇਂ ਅਧਿਆਏ ਅੰਦਰ ਜੋ ਹੇਮਕੁੰਡ ਪਰਬਤ ਦੇ ਉੱਪਰ ਸਤਿਗੁਰਾਂ ਨੇ ਜੋ ਤਪ ਕੀਤਾ ਅਤੇ ਪਰਮੇਸ਼ਰ ਦੇ ਨਾਲ ਜੋ ਬਚਨ ਹੋਏ, ਵਾਰਤਾਲਾਪ ਹੋਈ, ਪਰਮੇਸ਼ਰ ਨੇ ਹੁਕਮ ਕੀਤਾ ਸਤਿਗੁਰਾਂ ਨੂੰ ਕਿ ਸੰਸਾਰ ਅੰਦਰ ਜਾ ਕਰਕੇ ਅਤੇ ਪੰਥ ਨੂੰ ਚਲਾਉਣਾ ਕਰੋ, ਉਸ ਦਾ ਬਚਨ ਉਥੇ ਉਚਾਰਨ ਹੈ ਸਤਿਗੁਰਾਂ ਨੇ ਕੀਤੇ। ਅਤੇ ਜੋ 7ਵੇਂ ਅਧਿਆਏ ਦੇ ਅੰਦਰ ਜੋ ਪਟਨਾ ਸ਼ਹਿਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਗ੍ਰਹਿ ਵਿਖੇ ਪ੍ਰਕਾਸ਼ ਧਾਰਿਆ, ਉਸ ਦਾ ਵਰਣਨ ਇਸ 7ਵੇਂ ਅਧਿਆਏ ਦੇ ਅੰਦਰ ਹੈ। ਸੋ ਆਪਾਂ ਯਤਨ ਕਰਾਂਗੇ ਜੋ 5ਵੇਂ 6ਵੇਂ ਅਤੇ 7ਵੇਂ ਅਧਿਆਏ ਨੂੰ ਇਹ ਵਿਸਥਾਰ ਦੇ ਅੰਦਰ ਸਰਵਣ ਕਰਨ ਦਾ। ਅਤੇ ਜੋ ਪਹਿਲਾ ਅਧਿਆਇ ਹੈ ਇਸ ਨੂੰ ਆਪਾਂ ਸੰਖੇਪ ਰੂਪ ਦੇ ਅੰਦਰ ਹੀ ਆਪਾਂ ਸਰਵਣ ਕਰਾਂਗੇ, ਕਿਉਂਕਿ ਇਸ ਗੁਰਬਾਣੀ ਦੇ ਕੁੱਲ 14 ਅਧਿਆਏ ਹਨ। ਜੋ 8ਵੇਂ ਅਧਿਆਏ ਤੋਂ ਲੈ ਕਰਕੇ 14 ਤੱਕ ਫਿਰ ਸਤਿਗੁਰਾਂ ਨੇ ਰਾਜ ਸਾਜ ਵਰਣਨ ਕੀਤਾ ਹੈ ਕਿ ਜੋ ਜੰਗ ਯੁੱਧ ਹੋਏ, ਕਿਸ ਪ੍ਰਕਾਰ ਨਾਲ ਜੋ ਰਾਜ ਚੱਲਿਆ, ਉਹ ਸਤਿਗੁਰਾਂ ਨੇ ਜੰਗ ਯੁੱਧ ਦਾ ਵਰਣਨ ਇਹਨਾਂ ਦੇ ਅੰਦਰ ਕੀਤਾ ਹੈ। 8ਵੇਂ ਅਧਿਆਏ ਤੋਂ ਬਾਅਦ ਆਪਾਂ ਉੱਥੋਂ ਤੱਕ ਨਹੀਂ ਜਾਣਾ ਕਿਉਂਕਿ ਸਮਾਂ ਉਤਨਾ ਕੁ ਹੈ। ਆਪਾਂ 7ਵੇਂ ਅਧਿਆਏ ਤੱਕ ਹੀ ਕਥਾ ਨੂੰ ਸੰਪੂਰਨ ਕਰਾਂਗੇ। ਅਤੇ ਜੋ ਪਹਿਲਾ ਅਧਿਆਇ ਹੈ ਸਾਧ ਸੰਗਤ, ਜੇ ਇਹਦੀ ਕਥਾ ਆਪਾਂ ਕਰੀਏ ਤਾਂ ਇਹ 6-7 ਦਿਨ ਤਾਂ ਪਹਿਲੇ ਅਧਿਆਏ ਤੇ ਹੀ ਲੱਗ ਜਾਣਗੇ। ਇਸ ਪ੍ਰਕਾਰ ਨਾਲ ਆਪਾਂ ਸਮੇਂ ਨੂੰ ਵਿਚਾਰਦੇ ਹੋਏ ਜੋ ਪਹਿਲਾ ਅਧਿਆਇ ਹੈ ਉਸ ਨੂੰ ਅੱਜ ਆਪਾਂ ਸੰਖੇਪ ਦੇ ਅੰਦਰ ਹੀ ਸਰਵਣ ਕਰਨਾ ਹੈ ਕਿ ਸਤਿਗੁਰਾਂ ਨੇ ਇਸ ਦੇ ਅੰਦਰ ਕੀ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਇਸ ਪ੍ਰਕਾਰ ਫਰਮਾ ਰਹੇ ਹਨ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਜੋ ਗੁਰੂ ਘਰ ਦੀ ਪੁਰਾਤਨ ਮਰਿਆਦਾ, ਜੋ ਪਰਮੇਸ਼ਰ ਦਾ ਮੰਗਲ ਹਰੇਕ ਬਾਣੀ ਦੇ ਉਚਾਰਨ ਤੋਂ ਪਹਿਲਾਂ ਕਰਨਾ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਉਸ ਫਿਰ ਰੀਤ ਨੂੰ ਸਤਿਗੁਰਾਂ ਨੇ ਅਪਣਾਇਆ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਜੋ ਪਰਮੇਸ਼ਰ ਅਦਵੈਤ ਸਰੂਪ, ਉਹ ਇੱਕੋ ਪਰਮੇਸ਼ਰ ਇੱਕ ਹੀ ਹੈ। ਓੰਕਾਰ ਸਰਬ ਦਾ ਪ੍ਰਕਾਸ਼ਕ ਹੈ ਉਹ ਪਰਮੇਸ਼ਰ। ਸਤਿਗੁਰ ਪ੍ਰਸਾਦ, ਉਹ ਸੱਚੇ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੇ ਦੁਆਰਾ ਹੀ ਪ੍ਰਾਪਤ ਹੁੰਦਾ ਹੈ। ਅਥ ਬਚਿੱਤਰ ਨਾਟਕ ਗ੍ਰੰਥ ਲਿਖਿਆ ਤੇ ਅਥ ਹੁਣ ਸਤਿਗੁਰੂ ਕਹਿੰਦੇ ਕਿ ਅਸੀਂ ਬਚਿੱਤਰ ਨਾਟਕ, ਜਿਹੜਾ ਬਚਿੱਤਰ ਤਰ੍ਹਾਂ ਤਰ੍ਹਾਂ ਦੇ ਰੰਗਾਂ ਵਾਲਾ, ਰੰਗ ਬਰੰਗਾ ਬਚਿੱਤਰ, ਜੋ ਅਜੀਬ ਅਨੋਖਾ ਜੋ ਨਾਟਕ, ਸਤਿਗੁਰੂ ਕਹਿੰਦੇ ਵੀ ਜਿਹੜਾ ਨਾਟਕ ਫਿਰ ਨਾਟਕ ਜੋ ਬਣਾ ਕਰਕੇ ਦਿਖਾਇਆ ਜਾਂਦਾ ਹੈ ਨਾ ਹੂ-ਬਹੂ ਕਿ ਜੋ ਉਸ ਸਮੇਂ ਵਰਤਾਰਾ ਹੋਇਆ, ਤੇ ਜਿਸ ਤਰੀਕੇ ਨਾਲ ਕਿਸੇ ਨਾਟਕ ਦੇ ਅੰਦਰ ਉਹ ਹੂ-ਬਹੂ ਸਾਰੇ ਪਾਤਰ ਚਿੱਤਰ ਕੇ ਸਾਰੇ ਪਾਤਰਾਂ ਦੇ ਅਨੁਸਾਰ
ਉਹ ਫਿਰ ਨਾਟਕ ਦੇ ਰੂਪ ਵਿੱਚ ਦਿਖਾਇਆ ਜਾਂਦਾ ਹੈ। ਉਹ ਸਤਿਗੁਰੂ ਬਖਸ਼ਿਸ਼ ਕਰਦੇ ਕਿ ਰੰਗਾਂ ਰੰਗਾਂ ਦਾ ਰੰਗ ਬਰੰਗਾ ਜੋ ਵਿਚਿੱਤਰ ਜੋ ਨਾਟਕ ਜੋ ਪਰਮੇਸ਼ਰ ਨੇ ਸ੍ਰਿਸ਼ਟੀ ਸਾਜੀ ਕਿ ਇਸ ਪ੍ਰਕਾਰ ਨਾਲ ਇਸ ਸ੍ਰਿਸ਼ਟੀ ਦੇ ਅੰਦਰ ਜੀਵਾਂ ਦਾ ਜਨਮ ਹੋਇਆ, ਦੈਤਾਂ ਦਾ ਸੰਘਾਰ ਹੋਇਆ ਕਿ ਇਸ ਪ੍ਰਕਾਰ ਨਾਲ ਇਹ ਫਿਰ ਸਤਿਗੁਰਾਂ ਦੀ ਜਿਹੜੀ ਗੁਰਤਾ ਗੱਦੀ ਚੱਲੀ, ਖਾਲਸਾ ਪੰਥ ਸਾਜਿਆ ਗਿਆ। ਇਹ ਸਾਰਾ ਜੋ ਤਰ੍ਹਾਂ ਤਰ੍ਹਾਂ ਦਾ ਨਾਟਕ ਜੋ ਹੈ ਸਤਿਗੁਰੂ ਕਹਿੰਦੇ ਗ੍ਰੰਥ ਲਿਖਿਆ ਤੇ ਇਹ ਜੋ ਪਵਿੱਤਰ ਗੁਰਬਾਣੀ ਜੋ ਗ੍ਰੰਥ ਵਿਚਿੱਤਰ ਨਾਟਕ ਇਹ ਹੁਣ ਅਸੀਂ ਲਿਖਣਾ ਆਰੰਭ ਕਰਦੇ ਹਾਂ। ਤਵੈ ਪ੍ਰਸਾਦ ਤਵੈ ਪ੍ਰਸਾਦ ਹੈ ਪਰਮੇਸ਼ਰ, ਤੁਹਾਡੀ ਕਿਰਪਾ ਸਦਕਾ ਹੀ ਅਸੀਂ ਇਹ ਲਿਖਦੇ ਹਾਂ। ਸ਼੍ਰੀ ਮੁਖਬਾਰ ਪਾਤਸ਼ਾਹੀ ਦਸਵੀਂ ਸ੍ਰੀ ਮੁਖਬਾਕ ਪਾਤਸ਼ਾਹੀ ਦਸਵੀਂ, ਜੋ ਪਾਤਸ਼ਾਹੀ ਦਸਵੀਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਹਨ, ਉਹਨਾਂ ਦੇ ਮੁਖਾਰ ਬਿੰਦ ਤੋਂ ਇਹ ਉਚਾਰਨ ਹੋਈ ਬਾਣੀ ਹੈ। ਦੋਹਰਾ ਨਮਸਕਾਰ ਸ਼੍ਰੀ ਖੜਗ ਕੋ ਕਰੋ ਸੋ ਹਿਤ ਚਿਤ ਲਾਏ। ਨਮਸਕਾਰ, ਜੋ ਨਮਸਕਾਰ ਕਰਨੀ ਸਤਿਗੁਰੂ ਫਰਮਾਉਂਦੇ ਹਨ ਸ੍ਰੀ ਖੜਗ ਕੋ, ਜੋ ਸ੍ਰੀ ਤੋਂ ਭਾਵ ਸ਼ਕਤੀ ਅਤੇ ਖੜਗ ਤੋਂ ਭਾਵ ਤਲਵਾਰ। ਜੋ ਸ਼ਕਤੀਮਾਨ ਤਲਵਾਰ ਵਾਲਾ ਕੌਣ ਜੀ? ਖੜਗ ਕੇਤ ਜੋ ਪਰਮੇਸ਼ਰ ਹੈ, ਉਸ ਨੂੰ ਸਾਡੀ ਪਰਮੇਸ਼ਰ ਨੂੰ ਇਹ ਸਤਿਗੁਰੂ ਫਰਮਾਉਂਦੇ ਕਿ ਸਾਡੀ ਨਮਸਕਾਰ ਹੈ। ਇਸ ਪ੍ਰਕਾਰ ਖੜਗ ਤੋਂ ਅਰਥ ਹੁੰਦਾ ਹੈ ਜੀ ਸਾਹਿਬ, ਤੋ ਸ੍ਰੀ ਸਾਹਿਬ ਨੂੰ ਸਤਿਗੁਰੂ ਕਹਿੰਦੇ ਸਾਡੀ ਨਮਸਕਾਰ ਹੈ। ਸ੍ਰੀ ਜੋ ਮਾਇਆ ਦਾ ਮਾਲਕ ਸਾਹਿਬ ਪਰਮੇਸ਼ਰ ਹੈ, ਉਸ ਨੂੰ ਸਾਡੀ ਨਮਸਕਾਰ ਹੈ। ਇਸ ਪ੍ਰਕਾਰ ਖੜਗ, ਖੜਗ ਤੋਂ ਭਾਵ ਜੋ ਤਲਵਾਰ, ਜੋ ਸ਼ਕਤੀ ਵਾਲੀ ਤਲਵਾਰ ਹੁੰਦੀ ਹੈ, ਸਤਿਗੁਰੂ ਕਹਿੰਦੇ ਵੀ ਉਹ ਸ਼ਸਤਰ ਤਲਵਾਰ ਨੂੰ ਵੀ, ਕਿਰਪਾਨ ਨੂੰ ਸਾਡੀ ਨਮਸਕਾਰ ਹੈ। ਕਿਉਂਕਿ ਸਤਿਗੁਰਾਂ ਦਾ ਬਚਨ ਹੈ ਨਾ, ਆਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ ਸੈਫ ਸਰੋਹੀ ਸਹਿਥੀ ਯਹ ਹਮਾਰੇ ਪੀਰ। ਸਤਿਗੁਰਾਂ ਨੇ ਸ਼ਸਤਰਾਂ ਨੂੰ ਆਪਣੇ ਪੀਰ ਕਰਕੇ ਨਿਵਾਜਿਆ ਹੈ ਤੇ ਇੱਥੇ ਸਤਿਗੁਰੂ ਫਿਰ ਕਿਰਪਾਨ ਨੂੰ ਵੀ ਅਤੇ ਪਰਮੇਸ਼ਰ ਨੂੰ ਵੀ ਨਮਸਕਾਰ ਕਰਦੇ ਹਨ। ਕਰੋ ਸੋ ਹਿਤ ਚਿਤ ਲਾਏ, ਆਪਣਾ ਹਿਤ ਦਾ ਚਿੱਤ ਪ੍ਰੇਮ ਸਹਿਤ ਮੈਂ ਇਹਨਾਂ ਨੂੰ ਨਮਸਕਾਰ ਕਰਦਾ ਹਾਂ। ਪੂਰਨ ਕਰੋ ਗ੍ਰੰਥ ਇਹੋ ਤੁਮ ਮਹਿ ਕਰੋ ਸਹਾਏ। ਤੇ ਇਹ ਜਿਹੜਾ ਗ੍ਰੰਥ ਇਹ ਪੂਰਨ ਕਰਨਾ ਹੈ ਨਾ, ਇਹ ਪਰਮੇਸ਼ਰ ਤੁਮ ਮੋਹਿ ਕਰੋ ਸਹਾਏ, ਤੁਸੀਂ ਸਾਡੀ ਸਹਾਇਤਾ ਕਰੋ ਤਾਂ ਜੋ ਇਹ ਗ੍ਰੰਥ ਵਿਚਿੱਤਰ ਨਾਟਕ ਹੈ ਇਹ ਸੰਪੂਰਨ ਹੋ ਸਕੇ। ਸ਼੍ਰੀ ਕਾਲ ਜੀ ਕੀ ਉਸਤਤੀ ਸ਼੍ਰੀ ਜੋ ਸ੍ਰੇਸ਼ਟ ਕਾਲ, ਕਾਲ ਜੋ ਸਾਰਿਆਂ ਦਾ ਕਾਲ ਕਰਨ ਵਾਲਾ, ਕਾਲਨ ਕੋ ਕਾਲ ਮਹਾਕਾਲਨ ਕੋ ਕਾਲ ਜੋ ਪਰਮੇਸ਼ਰ ਹੈ, ਉਸ ਦੀ ਉਸਤਤੀ। ਸ਼੍ਰੀ ਭਾਵ ਸ੍ਰੇਸ਼ਟ ਜੋ ਕਾਲ ਸਾਰਿਆਂ ਦਾ ਕਾਲ ਕਰਨ ਵਾਲੀ ਜੋ ਕਿਰਪਾਨ ਸ਼ਸਤਰ ਹਨ, ਉਹਨਾਂ ਦੀ ਉਸਤਤੀ ਇਹਨਾਂ ਅੰਦਰ ਸਤਿਗੁਰੂ ਕਰ ਰਹੇ ਹਨ। ਤ੍ਰਿਭੰਗੀ ਛੰਦ ਖਗ ਖੰਡ ਬਿਹੰਡੰ। ਤ੍ਰਿਭੰਗੀ ਛੰਦ ਦੇ ਅੰਦਰ ਸਤਿਗੁਰੂ ਫਰਮਾਉਂਦੇ ਖਗ ਖੰਡ ਬਿਹੰਡੰ, ਜਿਹੜੀ ਖਗ ਤਲਵਾਰ, ਖੰਡ ਭਾਵ ਟੋਟੇ ਟੋਟੇ ਕਰ ਦੇਣ ਵਾਲੀ ਅਤੇ ਬਿਹੰਡੰ ਮਾਰ ਦੇਣ ਵਾਲੀ, ਜੋ ਐਸੀ ਤਲਵਾਰ ਹੈ ਜੋ ਟੋਟੇ ਟੋਟੇ ਕਰਕੇ ਖਤਮ ਮਾਰ ਦੇਣ ਵਾਲੀ ਹੈ, ਉਸ ਨੂੰ ਸਾਡੀ ਨਮਸਕਾਰ ਹੈ। ਖਗ ਖੰਡ ਬਿਹੰਡੰ, ਐਸਾ ਜੋ ਪਰਮੇਸ਼ਰ ਦੁਸ਼ਟਾਂ ਨੂੰ ਟੋਟੇ ਟੋਟੇ ਕਰ ਦੇਣ ਵਾਲਾ, ਖਤਮ ਕਰਨ ਵਾਲਾ, ਉਸ ਨੂੰ ਸਾਡੀ ਨਮਸਕਾਰ ਹੈ। ਖਲ ਦਲ ਖੰਡੰ। ਖਾਲ ਦਲ, ਜਿਹੜੇ ਮੂਰਖਾਂ ਦੇ ਦਲ, ਦੁਸ਼ਟਾਂ ਦੇ ਦਲ ਹਨ, ਉਹਨਾਂ ਨੂੰ ਖੰਡੰ ਨਾਸ਼ ਕਰਨ ਦੇਣ ਵਾਲੀ ਐਸੀ ਜੋ ਤਲਵਾਰ ਹੈ। ਅਤ ਰਨ ਮੰਡੰ ਬਰਬੰਡੰ। ਅਤ ਰਣ ਮੰਡੰ, ਜੋ ਅਤ ਜੋ ਵੱਡਾ ਯੁੱਧ ਰਣ ਮੈਦਾਨ ਅੰਦਰ, ਮੰਡੰ ਜੋ ਸੁਭਾਏਮਨ ਸੋਭਦੀ ਹੈ, ਕਿਉਂਕਿ ਸ਼ਸਤਰਾਂ ਦੇ ਨਾਲ ਹੀ ਜੰਗ ਦੀ ਸੋਭਾ ਬਣਦੀ ਹੈ। ਜੋ ਇਹ ਸੋਭ ਰਹੀ ਹੈ ਨਾ, ਜੰਗ ਦੀ ਸੋਭਾ ਹੈ ਜੋ ਕਿਰਪਾਨ, ਬਰ ਬੰਡੰ ਅਤੇ ਬਰ ਦੇਣ ਵਾਲੀ ਹੈ, ਆਪਣੇ ਸੰਤਾਂ ਨੂੰ ਉਬਾਰਨ ਵਾਲੀ, ਅਤੇ ਐਸਾ ਜੋ ਪਰਮੇਸ਼ਰ ਜੋ ਬਰ ਦੇਣ ਵਾਲਾ, ਸਾਰਿਆਂ ਨੂੰ ਹੀ ਉਸ ਨੂੰ ਸਾਡੀ ਨਮਸਕਾਰ ਸਤਿਗੁਰੂ ਕਰਦੇ ਹਨ। ਉਹਨਾਂ ਦੀ ਵਡਿਆਈ ਅੰਦਰ ਇਹ ਫਰਮਾ ਰਹੇ ਹਨ। ਭੁਜ ਦੰਡ ਅਖੰਡੰ। ਭੁਜ ਦੰਡ, ਇਹ ਪਰਮੇਸ਼ਰ ਤੁਹਾਡੀਆਂ ਜਿਹੜੀਆਂ ਭੁਜਾਂ ਬਾਹਾਂ ਹਨ, ਉਹ ਦੰਡ ਅਖੰਡੰ, ਅਖੰਡੰ ਅਖੰਡਣ ਹੋਣ ਤੋਂ ਰਹਿਤ, ਟੁੱਟਣ ਤੋਂ ਰਹਿਤ ਐਸੀਆਂ ਤੁਹਾਡੀਆਂ ਬਲਸ਼ਾਲੀ ਜੋ ਬਾਹਾਂ ਹਨ ਪਰਮੇਸ਼ਰ। ਤੇਜ ਪ੍ਰਚੰਡੰ। ਤੁਹਾਡਾ ਤੇਜ ਹੈ ਪ੍ਰਚੰਡ, ਤੇਜ ਪ੍ਰਤਾਪ ਤੁਹਾਡਾ ਪ੍ਰਚੰਡ ਹੋ ਰਿਹਾ ਹੈ। ਜੋਤ ਅਮੰਡੰ ਭਾਨ ਪ੍ਰਭੰਗ। ਜੋਤ ਜਿਹੜੀ ਪਰਮੇਸ਼ਰ ਜਿਹੜੀ ਤੁਹਾਡੀ ਜੋਤ ਹੈ, ਉਹ ਮੰਡਨ ਅਮੰਡੰ ਇਸ ਤਰੀਕੇ ਨਾਲ ਜਗ ਰਹੀ ਹੈ। ਭਾਣ ਪ੍ਰਭੰਗ, ਕਿ ਉਸ ਜੋਤ ਦੇ ਸਾਹਮਣੇ ਜੋ ਭਾਣ ਜਿਹੜਾ ਸੂਰਜ ਹੈ, ਉਹਦੀ ਆਭਾ ਵੀ ਫਿੱਕੀ ਪੈ ਰਹੀ ਹੈ। ਸੂਰਜ ਵੀ ਤੁਹਾਡੀ ਇਹ ਪਰਮੇਸ਼ਰ ਜੋਤ ਦੇ ਅੱਗੇ ਫਿੱਕਾ ਪੈ ਰਿਹਾ ਹੈ। ਸੁਖ ਸੰਤਾ ਕਰਨਨ ਦੁਰਮਤ ਦਰਨੰ। ਹੇ ਪਰਮੇਸ਼ਰ, ਤੁਸੀਂ ਆਪਦੇ ਸੰਤਾਂ ਨੂੰ ਸੁਖ ਦੇਣ ਵਾਲੇ ਕਰਨ ਵਾਲੇ ਹੋ, ਅਤੇ ਦੁਰਮਤ ਦਰਨੰ, ਜਿਹੜੀ ਦੁਰਮਤ, ਜਿਹੜੀ ਉਹਨਾਂ ਦੇ ਅੰਦਰ ਦੁਰਮਤ ਖੋਟੀ ਮਤ ਹੁੰਦੀ ਹੈ, ਉਹਨਾਂ ਨੂੰ ਤੁਸੀਂ ਦਲਣ ਵਾਲੇ, ਦਰਨ ਮਰਨ ਵਾਲੇ ਹੋ, ਐਸੇ ਤੁਸੀਂ ਪਰਮੇਸ਼ਰ ਹੋ। ਅਤੇ ਸੁਖ ਸੰਤਾਂ ਕਰਨੰ, ਜਿਹੜੀ ਕਿਰਪਾਨ ਸ਼ਸਤਰ ਹੈ, ਉਹ ਸੰਤਾਂ ਨੂੰ ਸੁਖ ਦੇਣ ਵਾਲੀ, ਅਤੇ ਦੁਰਮਤ ਜਿਹੜੇ ਦੁਰਮਤ ਹੁੰਦੇ ਹਨ, ਦੁਸ਼ਟ ਹੁੰਦੇ, ਉਹਨਾਂ ਨੂੰ ਦਲਣ ਵਾਲੀ ਐਸੀ ਜੋ ਕਿਰਪਾਨ ਸ਼ਸਤਰ ਹਨ।
ਕਿਲਬਿਖ ਹਰਨੰਗ ਅਸਸਰਨੰ। ਕਿਲਬਿਖ ਹਰਣੰ, ਜਿਹੜੇ ਕਿਲਬਿਖ ਬੱਜਰ ਪਾਪ ਹੁੰਦੇ ਹਨ ਉਹਨਾਂ ਨੂੰ ਹਰਣੰ, ਤੁਸੀਂ ਹੇ ਪਰਮੇਸ਼ਰ ਹਰ ਲੈਣ ਵਾਲੇ ਹੋ ਆਪਣੇ ਸੰਤਾਂ ਦੇ ਅੰਦਰੋਂ। ਅਤੇ ਅਸ ਸਰਣ, ਐਸੇ ਪਰਮੇਸ਼ਰ ਅਸੀਂ ਤੁਹਾਡੀ ਸਰਣ ਆਏ ਹਾਂ। ਇਸੇ ਪ੍ਰਕਾਰ ਕਿਲਬਿਖ ਹਰਣੰ, ਜਿਹੜੀ ਅਸ ਕਿਰਪਾਨ ਹੈ ਨਾ, ਉਹ ਕਿਲਬਿਖਾਂ ਨੂੰ ਹਰਣ ਖਤਮ ਕਰ ਦੇਣ ਵਾਲੀ ਹੈ, ਸ਼ਾਂਤੀ ਵਰਤਾਉਣ ਵਾਲੀ ਜੋ ਕਿਰਪਾਨ ਹੈ। ਅਸ ਸਰਣੰ, ਐਸੀ ਕਿਰਪਾਨ, ਐਸੇ ਹੈ ਸ਼ਸਤਰ ਤੁਹਾਡੀ ਹੀ ਸਰਣ ਹੈ, ਸਾਨੂੰ ਤੁਹਾਡੀ ਸਰਣੀ ਹਾਂ ਅਸੀਂ। ਜੈ ਜੈ ਜਗ ਕਾਰਨ ਸ੍ਰਿਸ਼ਟ ਉਬਾਰਨ। ਜਗ ਕਾਰਨ, ਜਿਹੜਾ ਜਗਤ ਦਾ ਕਾਰਨ ਬਣਿਆ, ਜੋ ਪਰਮੇਸ਼ਰ ਜਗਤ ਨੂੰ ਸਿਰਜਣ ਵਾਲਾ ਜਗ ਕਾਰਨ, ਸ੍ਰਿਸ਼ਟ ਉਬਾਰਨ, ਜਿਹਨੇ ਸ੍ਰਿਸ਼ਟ ਨੂੰ ਉਬਾਰਿਆ ਪੈਦਾ ਕੀਤਾ, ਉਸ ਦੀ ਜੈ, ਜੈ ਸਦਾ ਹੀ ਉਸ ਪਰਮੇਸ਼ਰ ਦੀ ਜੈ ਹੈ। ਅਤੇ ਇਸ ਪ੍ਰਕਾਰ ਜਗ ਕਾਰਨ, ਜਿਹੜੀ ਕਿਰਪਾਨ ਜਗਤ ਦਾ ਕਾਰਨ ਬਣੀ, ਜਗਤ ਨੂੰ ਦੈਂਤਾਂ ਤੋਂ ਬਚਾ ਕਰਕੇ ਜਗਤ ਦਾ ਕਾਰਨ ਉਸ ਨੂੰ ਬਚਾਇਆ ਜਗਤ ਨੂੰ। ਅਤੇ ਸ੍ਰਿਸ਼ਟ ਉਬਾਰਨ, ਸ੍ਰਿਸ਼ਟੀ ਨੂੰ ਉਬਾਰਿਆ ਬਚਾਇਆ ਜਿਸ ਨੇ ਦੁਸ਼ਟਾਂ ਦੈਂਤਾਂ ਤੋਂ, ਐਸੀ ਤਲਵਾਰ ਉਸ ਦੀ ਵੀ ਜੈ ਹੈ। ਮਮ ਪ੍ਰਿਤਪਾਰਨ ਜੈ ਤੇਗੰ। ਮਮ ਪ੍ਰਤਪਾਰਨ, ਮੈਨੂੰ ਮੇਰੀ ਪ੍ਰਤਪਾਲਣਾ ਕਰਨ ਵਾਲੀ ਸਤਿਗੁਰੂ ਫਰਮਾ ਰਹੇ ਹਨ, ਐਸੀ ਜੋ ਕਿਰਪਾਨ ਹੈ ਅਤੇ ਮੇਰੀ ਪ੍ਰਤਪਾਲਣਾ ਕਰਨ ਵਾਲਾ ਐਸਾ ਜੋ ਪਰਮੇਸ਼ਰ ਹੈ, ਜੈ ਤੇਗੰ, ਉਸ ਦੀ ਸਦਾ ਹੀ ਜੈ ਹੈ, ਉਸ ਦੀ ਸਦਾ ਹੀ ਜੈ ਹੋਵੇ। ਇਸ ਪ੍ਰਕਾਰ ਨਾਲ ਸਤਿਗੁਰਾਂ ਨੇ ਜੋ ਪਹਿਲੀਆਂ 2 ਪੌੜੀਆਂ ਦੇ ਅੰਦਰ ਇਹ ਪਰਮੇਸ਼ਰ ਦੀ ਅਤੇ ਜੋ ਸ਼ਸਤਰਾਂ ਦੀ ਉਸਤਤੀ ਕੀਤੀ ਹੈ, ਤੇ ਆਪਾਂ ਸਾਧ ਸੰਗਤ ਇਹ ਸੰਖੇਪ ਦੇ ਅੰਦਰ ਹੀ ਜੋ ਪਹਿਲਾ ਅਧਿਆਇ ਸਰਵਣ ਕਰਨਾ ਹੈ। ਹੁਣ ਅੱਗੇ ਜੋ ਸਤਿਗੁਰੂ 12ਵੀਂ ਪੌੜੀ ਦੇ ਅੰਦਰ ਬਖਸ਼ਿਸ਼ ਕਰ ਰਹੇ ਹਨ, ਉਹ ਸਰਵਣ ਕਰੀਏ ਜੀ। ਕਹੂੰ ਫੂਲ ਹਵੈ ਕੇ ਭਲੇ ਰਾਜ ਫੂਲੇ। ਹੇ ਪਰਮੇਸ਼ਰ, ਤੁਸੀਂ ਕਹੂੰ ਫੂਲ ਹਵੈ ਕੈ, ਕਿਤੇ ਤੁਸੀਂ ਫੁੱਲ ਬਣ ਕੇ ਹਿਲਣਾ, ਭਲੇ ਰਾਜ ਫੂਲੇ, ਕਿ ਤੁਸੀਂ ਫੁੱਲ ਬਣ ਕੇ ਕਿਤੇ ਫੁੱਲ ਰਹੇ ਹੋ, ਖਿੜ ਰਹੇ ਹੋ, ਸੁਭਾਇਮਾਨ ਹੋ ਰਹੇ ਹੋ। ਕਹੂੰ ਭੰਵਰ ਹਵੈ ਕੇ ਭਲੀ ਭਾਂਤ ਫੂਲੇ। ਭਲੀ ਭਾਂਤ ਭੁੱਲੇ, ਕਿ ਕਹੂੰ ਭਵਰ ਹੋਇਆ ਕਹੇ ਪਰਮੇਸ਼ਰ, ਤੁਸੀਂ ਕਿਤੇ ਫਿਰ ਉਹ ਫੁੱਲਾਂ ਦੇ ਉੱਪਰ ਭੌਰੇ ਬਣ ਕੇ ਤੇ ਉਹਨਾਂ ਦੀ ਫੁੱਲਾਂ ਦੀ ਸੁਗੰਧੀ ਅੰਦਰ ਭੁੱਲ ਰਹੇ, ਮੁਗਧ ਹੋ ਰਹੇ ਹੋ। ਕਹੂੰ ਪਵਨ ਹਵੈ ਕੇ ਬਹਿ ਬੇਗ ਐਸੇ। ਅਤੇ ਕਿਤੇ ਤੁਸੀਂ ਪਰਮੇਸ਼ਰ ਪਵਨ, ਹਵਾ ਦਾ ਰੂਪ ਹੋ ਕਰਕੇ ਤੇ ਬਹੇ ਬੇਗ ਐਸੇ, ਐਸੇ ਤੇਜ਼ ਵੇਗ ਦੇ ਨਾਲ ਤੁਸੀਂ ਵਹਿ ਰਹੇ ਹੋ। ਕਹੇ ਮੋ ਨਾ ਆਵੇ ਕਥੋਂ ਤਾਹੇ ਐ ਕੈਸੇ। ਸਤਿਗੁਰੂ ਫਰਮਾਉਂਦੇ ਵੀ ਕਹੇ ਮੋ ਨਾ ਆਵੇ, ਐਸਾ ਜੋ ਅਸਚਰਜ ਪਰਮੇਸ਼ਰ, ਉਹ ਆਪ ਹੀ ਫੁੱਲ ਬਣ ਕੇ ਖਿੜ ਰਿਹਾ ਹੈ, ਆਪ ਹੀ ਭੌਰਾ ਬਣ ਕੇ ਉਸ ਦੀ ਸੁਗੰਧੀ ਅੰਦਰ ਮੁਗਧ ਹੋ ਰਿਹਾ ਹੈ, ਆਪ ਹੀ ਪਵਨ ਹਵਾ ਬਣ ਕੇ ਉਹ ਪਰਮੇਸ਼ਰ ਵਹਿ ਰਿਹਾ ਹੈ। ਕਹੇ ਮੋ ਨਾ ਆਵੇ, ਉਹ ਕਹਿਣ ਵਿੱਚ ਨਹੀਂ ਆਉਂਦਾ। ਕਥੋ ਤਾਹੇ ਕੈਸੇ, ਉਸ ਮੇਰੇ ਜਿਹੜਾ ਕਹਿਣ ਵਿੱਚ ਹੀ ਨਹੀਂ ਆਉਂਦਾ, ਉਸ ਨੂੰ ਕਿਵੇਂ ਕਥਨ ਕਰਕੇ ਦੱਸ ਸਕਦੇ ਹਾਂ ਕਿ ਉਹ ਪਰਮੇਸ਼ਰ ਕੈਸਾ ਅਸਚਰਜ ਹੈ। ਕਹੂੰ ਨਾਦ ਹਵੈ ਕੇ ਭਲੀ ਭਾਂਤ ਬਾਜੇ। ਹੇ ਪਰਮੇਸ਼ਰ, ਕਿਤੇ ਤੂੰ ਨਾਦ ਹੋ ਕਰਕੇ ਅਤੇ ਸ਼ਬਦਾਂ ਨੂੰ ਗਾ ਕਰਕੇ ਤੇ ਨਾਦਾਂ ਦੇ ਅੰਦਰ, ਭਾਂਤ ਭਾਂਤ ਦੇ ਨਾਦਾਂ ਅੰਦਰ ਤੂੰ ਸੁੰਦਰ ਹੋ ਕਰਕੇ ਵਜਾਇਆ ਜਾ ਰਿਹਾ ਹੈ, ਗਾ ਰਿਹਾ ਹੈ। ਇਸ ਪ੍ਰਕਾਰ ਕਹੂੰ ਭਾਰ ਦੀ ਹਵੈ ਕੇ ਧਰੇ ਬਾਣ ਰਾਜੇ। ਅਤੇ ਕਿਤੇ ਪਾਰ ਦੀ ਤੂੰ ਹੈ ਪਰਮੇਸ਼ਰ ਸ਼ਿਕਾਰੀ ਹੋ ਕਰਕੇ ਧਰੇ ਬਾਣ ਰਾਜੇ, ਅਤੇ ਤੀਰ ਕਮਾਨ ਤੂੰ ਧਾਰਨ ਕਰਕੇ ਤੇ ਇਸ ਪ੍ਰਕਾਰ ਸੋਭ ਰਿਹਾ ਹੈ। ਕਹੂੰ ਮ੍ਰਿਗ ਹਵੈ ਕੇ ਭਲੀ ਭਾਂਤ ਮੋਹੇ। ਅਤੇ ਇਹ ਪਰਮੇਸ਼ਰ ਕਿਤੇ ਤੂੰ ਮ੍ਰਿਗ, ਹਿਰਨ ਬਣ ਕੇ ਭਲੀ ਭਾਂਤ ਮੋਹੇ, ਤੇ ਸ਼ਿਕਾਰੀਆਂ ਨੂੰ ਤੂੰ ਮੋਹਿਤ ਆਪਦੇ ਵੱਲ ਨੂੰ ਆਕਰਸ਼ਿਤ ਕਰ ਰਿਹਾ ਹੈ। ਕਹੂੰ ਕਾਮ ਕੀ ਜਿਉ ਤਰੇ ਰੂਪ ਸੋਹੇ। ਅਤੇ ਕਿਤੇ ਹੈ ਪਰਮੇਸ਼ਰ ਤੂੰ ਕਾਮ ਕੀ, ਕਾਮਦੇਵ ਦਾ ਰੂਪ, ਕਾਮਦੇਵ ਦੀ ਇਸਤਰੀ ਦਾ ਰੂਪ ਧਾਰਨ ਕਰਕੇ ਤੂੰ ਇਸ ਤਰੀਕੇ ਨਾਲ ਸ਼ੋਭਾ ਪਾ ਰਿਹਾ ਹੈ। ਨਹੀਂ ਜਾਣ ਜਾਈ ਕਛੂ ਰੂਪ ਰੇਖੰ। ਹੇ ਪਰਮੇਸ਼ਰ, ਐਸਾ ਤੂੰ ਅਸਚਰਜ ਹੈ, ਨਹੀਂ ਜਾਣ ਜਾਈ, ਤੁਹਾਡਾ ਨਹੀਂ ਜਾਣਿਆ ਜਾ ਸਕਦਾ। ਕਛੂ ਰੂਪ ਰੇਖੰ, ਨਾ ਕੋਈ ਰੂਪ ਤੇ ਨਾ ਰੇਖਾ ਤੁਹਾਡੀ ਨਹੀਂ ਜਾਣੀ ਜਾ ਸਕਦੀ। ਕਹਾਂ ਬਾਸ ਤਾਕੋ। ਕਿੱਥੇ ਪਰਮੇਸ਼ਰ ਦਾ ਵਾਸ ਹੈ, ਅਤੇ ਸਾਰੀ ਪੜ੍ਹਦੇ ਫਿਰੇ ਕੌਣ ਭੇਖੰ। ਕਿੱਥੇ ਉਹ ਪਰਮੇਸ਼ਰ ਦਾ ਵਾਸ ਹੈ ਅਤੇ ਕਿੱਥੇ ਉਹ ਪਰਮੇਸ਼ਰ ਕਿਹੜੇ ਭੇਖ ਦੇ ਅੰਦਰ ਫਿਰ ਰਿਹਾ ਹੈ, ਇਹ ਨਹੀਂ ਦੱਸਿਆ ਜਾ ਸਕਦਾ। ਕਹਾ ਨਾਮ ਤਾਕੋ ਕਹਾ ਕਹਿ ਕਹਾਵੈ। ਕੀ ਉਹ ਪਰਮੇਸ਼ਰ ਦਾ ਨਾਮ ਹੈ ਅਤੇ ਕੀ ਕਹਿ ਕੇ ਆਪਦੇ ਆਪ ਨੂੰ ਕਹਾਉਂਦਾ ਹੈ, ਭਾਵ ਲੋਕੀ ਉਸ ਨੂੰ ਕੀ ਕਹਿੰਦੇ ਹਨ, ਇਹ ਨਹੀਂ ਦੱਸਿਆ ਜਾ ਸਕਦਾ। ਕਹਾ ਮੈਂ ਬਖਾਨੋ ਕਹੇ ਮੂੰਹ ਨਾ ਆਵੇ। ਕਹਾ ਮੈਂ, ਵੀ ਕਿਸ ਤਰੀਕੇ ਨਾਲ ਸਤਿਗੁਰੂ ਕਹਿੰਦੇ ਅਸੀਂ ਬਖਾਨ ਕਰਕੇ ਦੱਸ ਦਿਓ, ਕਹੇ ਮੈਂ ਨਾ ਆਵੇ, ਉਹ ਤਾਂ ਪਰਮੇਸ਼ਰ ਐਸਾ ਅਚਰਜ ਕਹਿਣ ਵਿੱਚ ਹੀ ਨਹੀਂ ਆਉਂਦਾ।
ਨਾ ਤਾ ਕੋ ਕੋਈ ਤਾਤ ਮਾਤੰਗ ਨਾ ਭਾਇੰ। ਨਾ ਉਸ ਪਰਮੇਸ਼ਰ ਦਾ ਕੋਈ ਤਾਤ ਮਾਤ, ਕੋਈ ਮਾਤਾ ਪਿਤਾ, ਤੇ ਨਾ ਭਾਈ, ਨਾ ਹੀ ਉਸ ਦਾ ਕੋਈ ਭਰਾ ਹੈ। ਨਾ ਪੁੱਤਰੰ ਨਾ ਪੋਤੰ ਨਾ ਦਇਆ ਨਾ ਦਾਇੰ। ਨਾ ਪੁੱਤਰੰ, ਨਾ ਉਸ ਦਾ ਕੋਈ ਪੁੱਤਰ, ਨਾ ਪੌਤਰੰ, ਨਾ ਉਸ ਦਾ ਕੋਈ ਪੋਤਰਾ, ਨਾ ਦਾਇਆ, ਨਾ ਉਸ ਨੂੰ ਜਨਮ ਦਿਵਾਉਣ ਵਾਲੀ ਜਿਹੜੀ ਦਾਈ, ਅਤੇ ਦਾਈੰ ਉਸ ਨੂੰ ਖਿਡਾਉਣ ਵਾਲੀ ਦਾਈ। ਇਸ ਪ੍ਰਕਾਰ ਕੋਈ ਵੀ ਉਸ ਪਰਮੇਸ਼ਰ ਦਾ ਨਹੀਂ ਸਾਖ ਸੰਬੰਧੀ ਹੈ। ਨਾ ਨੇਹੰ ਨਾ ਗੇਹੰ ਨਾ ਸੈਨੰ ਨਾ ਸਾਥੰ। ਨਾ ਉਸ ਪਰਮੇਸ਼ਰ ਨੂੰ ਕਿਸੇ ਦਾ ਸਨੇਹ ਹੈ, ਨਾ ਕਿਸੇ ਨਾਲ ਪਰਮੇਸ਼ਰ ਨੂੰ ਕਿਸੇ ਨਾਲ ਮੋਹ ਹੈ, ਤੇ ਨਾ ਸੈਨੰ ਨਾ ਸਾਥੰ, ਤੇ ਨਾ ਹੀ ਇਸ ਪ੍ਰਕਾਰ ਕੋਈ ਸੈਨਾ ਅਤੇ ਉਸ ਦਾ ਸਾਥੀ ਸੰਗੀ ਕੋਈ ਨਹੀਂ ਹੈ। ਮਹਾਰਾਜ ਰਾਜੰ ਮਹਾਨਾਥ ਨਾਥੰ। ਐਸਾ ਜੋ ਅਚਰਜ ਪਰਮੇਸ਼ਰ ਹੈ ਉਹ ਮਹਾਰਾਜ ਰਾਜੰ, ਰਾਜਿਆਂ ਦੇ ਸਿਰ ਤੇ ਜੋ ਮਹਾਰਾਜਾ ਹੈ, ਅਤੇ ਮਹਾਨਾਥ ਨਾਥੰ, ਉਹ ਅਨਾਥਾਂ ਦਾ ਜੋ ਮਹਾਨਾਥ ਹੈ। ਐਸਾ ਅਚਰਜ ਪਰਮੇਸ਼ਰ ਹੈ। ਸਤਿਗੁਰੂ ਫਰਮਾਉਂਦੇ ਵੀ ਕਿ ਉਹ ਕਥਨ ਵਿੱਚ ਨਹੀਂ ਆਉਂਦਾ। ਇਸ ਪ੍ਰਕਾਰ ਨਾਲ ਸਤਿਗੁਰੂ ਜੋ ਉਸ ਪਰਮੇਸ਼ਰ ਦੀ ਉਸਤਤੀ ਵਿੱਚ ਇਹ 15 ਪੌੜੀਆਂ ਤੱਕ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਜੋ ਅੱਗੇ ਆਪਾਂ ਸੰਖੇਪ ਵਿੱਚ ਸਰਵਣ ਕਰ ਰਹੇ ਹਾਂ। ਹੁਣ ਸਤਿਗੁਰੂ ਜੋ 24ਵੀਂ ਪੌੜੀ ਦੇ ਅੰਦਰ ਬਖਸ਼ਿਸ਼ ਕਰਦੇ ਹਨ, ਸਰਵਣ ਕਰੀਏ ਜੀ। ਭੁਜੰਗ ਪ੍ਰਿਆਤ ਛੰਦ ਸ੍ਰਿਜੈ ਸੇਤਜੰ ਜੇਜੰ ਉਤਪੇਜਵੰ। ਪਰਮੇਸ਼ਵਰ ਨੇ ਸਿਰਜੇ ਪੈਦਾ ਕੀਤੇ ਸੇਤਜੰਗ, ਜਿਹੜੀ ਸੇਤਜ ਖਾਣੀ ਹੈ, ਜਿਹੜੀ ਮੁੜਕੇ ਤੋਂ ਪਸੀਨੇ ਤੋਂ ਪੈਦਾ ਹੋਣ ਵਾਲੇ ਹਨ, ਆਦਿਕ ਇਹ ਖਾਣੀ ਪੈਦਾ ਕੀਤੀ। ਜੇਰਜੰਗ, ਜੇਰ ਤੋਂ ਪੈਦਾ ਹੋਣ ਵਾਲੇ ਜਿਹੜੇ ਇਨਸਾਨ ਅਤੇ ਪਸ਼ੂ ਹਨ, ਉਹ ਪਰਮੇਸ਼ਰ ਨੇ ਖਾਣੀ ਬਣਾ ਦਿੱਤੀ। ਅਤੇ ਉਤਪੁਜੇਵੰ, ਉਤਪੁਜ ਜਿਹੜੇ ਧਰਤੀ ਤੋਂ ਉਪਜਦੇ ਹਨ, ਤਾਂ ਨੂੰ ਭਾਵ ਰੁੱਖ ਬਿਰਖ ਬਨਸਪਤੀ ਆਦਿਕ, ਇਹ ਪਰਮੇਸ਼ਰ ਨੇ 3 ਖਾਣੀਆਂ ਬਣਾਉਣਾ ਕੀਤੀਆਂ। ਰਚੇ ਅੰਡਜੰ ਖੰਡ ਬ੍ਰਹਮੰਡ ਏਵੰ। ਰਚੇ ਅੰਡਜੰ, ਤੇ ਚੌਥੀ ਖਾਣੀ ਜਿਹੜੀ ਅੰਡਜ ਖਾਣੀ, ਜਿਹੜੀ ਆਂਡਿਆਂ ਤੋਂ ਜੀਵ ਪੈਦਾ ਹੁੰਦੇ ਹਨ, ਇਹ ਪਰਮੇਸ਼ਰ ਨੇ 4 ਖਾਣੀਆਂ ਬਣਾ ਕੇ ਖੰਡ ਬ੍ਰਹਮੰਡ ਏਵੰ, ਤੇ ਇਹਨਾਂ 4 ਖਾਣੀਆਂ ਤੋਂ ਫਿਰ ਅੱਗੇ ਖੰਡ ਤੇ ਬ੍ਰਹਮੰਡ ਪੈਦਾ ਹੋਏ, ਬਣ ਗਏ। ਦਿਸ਼ਾ ਵਿਦ ਸਾਯੰ ਜਿਮੀ ਆਸਮਾਨੰ। ਜਿਸ ਪਰਮੇਸ਼ਰ ਨੇ ਦਿਸ਼ਾ ਬਿਦ 10 ਦਿਸ਼ਾਵਾਂ ਬਣਾਉਣਾ ਕੀਤੀਆਂ। ਸਾਯੰ, ਜਿਸ ਨੇ ਛਾਇਆ ਬਣਾਈ। ਜਿਮੀ ਅਸਮਾਨੰ, ਜ਼ਮੀਨ ਅਤੇ ਆਸਮਾਨ ਉਸ ਪਰਮੇਸ਼ਰ ਨੇ ਬਣਾਇਆ। ਚਤੁਰਵੇਦ ਕਥਯੰ ਕੁਰਾਨ ਪੁਰਾਣੰ। ਚਤੁਰਵੇਦ ਜਿਹੜੇ 4 ਵੇਦ ਹਨ, ਕਥਯੰ ਕਥੇ ਅਤੇ ਕੁਰਾਨ ਪੁਰਾਣੰ, ਕੁਰਾਨ ਵੀ ਪਰਮੇਸ਼ਰ ਨੇ ਹੀ ਅਤੇ ਪੁਰਾਣ ਵੀ ਪਰਮੇਸ਼ਰ ਦੁਆਰਾ ਹੀ ਉਚਾਰਨ ਕੀਤੀ। ਰਚੇ ਰੈਣ ਦਿਵਸੰ। ਰਚੇ ਰਹਿਣ ਦਿਨ ਰਹਿਣ ਹੈ ਪਰਮੇਸ਼ਰ ਤੁਸੀਂ ਬਣਾਏ। ਥਪੇ ਸੂਰ ਚੰਦਰੰ। ਸੂਰਜਮਾ ਚੰਦਰਮਾ ਤੁਸੀਂ ਬਣਾਉਣਾ ਕੀਤੇ। ਠਟੇ ਦੈਵ ਦਾਨੋ। ਠਟੇ ਦੇਵ ਦਾਨੋ, ਜਿਹੜੇ ਦੇਵਤੇ ਅਤੇ ਦਾਨਵ ਤੁਸੀਂ ਪੈਦਾ ਕਰਨਾ ਕੀਤੇ। ਰਚੇ ਵੀਰ ਬਿੰਦਰੰ। ਵੀਰ ਜਿਹੜੇ ਸੂਰਮੇ, ਬ੍ਰਿੰਦੰ ਬਹੁਤੇ ਘਨੇਰੇ ਹੀ ਤੁਸੀਂ ਪੈਦਾ ਕਰ ਦਿੱਤੇ। ਕਰੀ ਲੋਹ ਕਲਮੰ। ਲੋਹ ਕਲਮ, ਲੋਹ ਦੀ ਕਲਮ ਦੇ ਨਾਲ ਲਿਖਿਓ ਲੇਖ ਮਾਥੰ। ਜੀਵਾਂ ਦੇ ਮੱਥੇ ਉੱਤੇ ਤੁਸੀਂ ਲੇਖ ਲਿਖਣਾ ਕਰ ਦਿੱਤੇ, ਉਹਨਾਂ ਦੇ ਭਾਗ ਲਿਖੇ। ਸਭੈ ਜੇਰ ਕੀਨੇ। ਸਾਰਿਆਂ ਨੂੰ ਇਹ ਪਰਮੇਸ਼ਰ ਤੁਸੀਂ ਆਪਦੇ ਵਸ ਵਿੱਚ ਕਰ ਲਿਆ ਹੈ। ਬਲੀ ਕਾਲ ਹਾਥੰ। ਆਪਣੇ ਬਲੀ ਜਿਹੜੇ ਹੱਥ ਹਨ, ਬੜੇ ਬਲਸ਼ਾਲੀ ਭੁਜਾਵਾਂ ਹੱਥ ਹਨ। ਹੇ ਪਰਮੇਸ਼ਰ, ਤੁਸੀਂ ਉਹਨਾਂ ਦੇ ਨਾਲ ਸਾਰੇ ਜੀਵਾਂ ਨੂੰ ਆਪਦੇ ਵਸ ਵਿੱਚ ਕੀਤਾ ਰੱਖਿਆ ਹੋਇਆ ਹੈ। ਕਈ ਮੇਟ ਡਾਰੇ। ਸਾਰੀ ਪੜੋ ਨਾ। ਉਸਾਰੇ ਬਣਾਏ। ਕਈ ਮੇਟ ਡਾਰੇ, ਕਈਆਂ ਨੂੰ ਪਰਮੇਸ਼ਰ ਨੇ ਮੇਟ ਦਿੱਤਾ, ਖਤਮ ਕਰ ਦਿੱਤਾ। ਫਿਰ ਉਸਾਰੇ ਬਣਾਏ, ਕਈ ਪਰਮੇਸ਼ਰ ਨੇ ਉਸਾਰ ਦਿੱਤੇ, ਬਣਾਉਣਾ ਕੀਤੇ। ਉਪਾਰੇ ਗੜੇ ਫੇਰ ਮੇਟੇ ਉਪਾਏ। ਉਪਾਰੇ ਗੜੇ, ਪੈਦਾ ਕਰਕੇ ਉਹਨਾਂ ਨੂੰ ਘੜਿਆ, ਫਿਰ ਮੇਟੇ, ਫਿਰ ਮੇਟ ਦਿੱਤੇ ਅਤੇ ਫਿਰ ਪੈਦਾ ਕਰ ਦਿੱਤੇ। ਐਸੀ ਸਤ ਪਰਮੇਸ਼ਰ ਦੀ ਜੋ ਖੇਡ ਹੈ। ਕਿਰਿਆ ਕਾਲ ਜੂ ਕੀ ਕਿਨੋ ਨਾ ਪਛਾਨੀ। ਆ ਜਿਹੜੀ ਕਿਰਿਆ ਹੈ ਨਾ ਪਰਮੇਸ਼ਰ ਦੀ, ਪੈਦਾ ਕਰਨਾ, ਨਾਸ਼ ਕਰ ਦੇਣਾ, ਫਿਰ ਪੈਦਾ ਕਰ ਦੇਣਾ, ਕਿਨਹੂ ਨਾ ਪਛਾਨੀ, ਕਿ ਕੋਈ ਵੀ ਪਛਾਣ ਨਹੀਂ ਸਕਿਆ ਉਸ ਨੂੰ। ਕਨਿਓ ਪੈ ਬਿਹੈ ਹੈ ਕਨਿਓ ਪੈ ਬਿਹਾਨੀ। ਜਿਹੜਾ ਕਾਲ ਹੈ ਨਾ, ਘਣਿਓ ਪੈ ਬਿਹੈ ਹੈ, ਘਣਿਆਂ ਦੇ ਉੱਪਰ, ਬਹੁਤਿਆਂ ਦੇ ਉੱਪਰ ਹੀ ਬੀਤ ਚੁੱਕਿਆ ਹੈ। ਕਾਲ ਨੇ ਕਈਆਂ ਨੂੰ ਵਸ ਕਰ ਲਿਆ ਹੈ। ਘਣਿਓ ਪੈ ਬਿਹਾਨੀ, ਅਤੇ ਕਈਆਂ ਦੀ ਹਜੇ ਵਾਰੀ ਆਉਣ ਵਾਲੀ ਹੈ। ਇਹ ਜਿਹੜੇ ਬਚ ਗਏ ਹਨ, ਉਹਨਾਂ ਨੂੰ ਵੀ ਕਾਲ ਨੇ ਹੀ ਵਸ ਕਰ ਲੈਣਾ ਹੈ, ਖਤਮ ਕਰ ਦੇਣਾ ਹੈ। ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਬਣਾਏ। ਕਿਤੇ ਕ੍ਰਿਸ਼ਨ ਸੇ ਕੀਟ, ਕ੍ਰਿਸ਼ਨ ਵਰਗੇ ਕਿਤਨੇ ਹੀ ਕੋਟੇ ਬਣਾਏ। ਕ੍ਰਿਸ਼ਨ ਵਰਗੇ ਜਿਹੜੇ ਕੀੜੇ ਉਸ ਪਰਮੇਸ਼ਰ ਨੇ ਕਰੋੜਾਂ ਹੀ ਪੈਦਾ ਕੀਤੇ।
किते राम से मेट डारे उपाए ਅਤੇ ਰਾਮ ਵਰਗੇ ਆਦਿਕ ਕਿਤਨੇ ਹੀ ਦੇਵਤੇ ਹੋਏ, ਅਵਤਾਰ ਹੋਏ, ਮੇਟ ਡਾਰੇ, ਉਹਨਾਂ ਨੂੰ ਪਰਮੇਸ਼ਰ ਨੇ ਮੇਟ ਕੀਤਾ, ਖਤਮ ਕਰ ਦਿੱਤਾ, ਅਤੇ ਉਪਾਏ ਇਸ ਪ੍ਰਕਾਰ ਨਾਲ ਪੈਦਾ ਕਰਨਾ ਕੀਤੇ। महादीन केते प्रीथि माज हुए ਮਹਾਦੀਨ ਜੋ ਮੁਹੰਮਦ ਸਾਹਿਬ ਹੋਏ ਹਨ, ਇਸ ਧਰਤੀ ਤੇ ਕਿਤਨੇ ਹੀ ਹੋ ਚੁੱਕੇ ਹਨ ਉਹਨਾਂ ਵਰਗੇ। समय अपनी अपनी अंत मुए ਆਪਣੇ ਆਪਣੇ ਸਮੇਂ ਨੂੰ ਪੂਰਾ ਕਰਕੇ ਤੇ ਅੰਤ ਮੋਏ, ਸਾਰੇ ਹੀ ਅੰਤ ਨੂੰ ਉਸ ਕਾਲ ਦੇ ਵਸ ਸਾਰੇ ਹੀ ਚਲੇ ਗਏ, ਸਾਰੇ ਹੀ ਨਾਸ ਹੋ ਗਏ। अनूप नराज छंद अनूप राज राजयं ਤੇ ਇਸ ਪ੍ਰਕਾਰ ਨਾਲ ਸਤਿਗੁਰਾਂ ਨੇ ਫਿਰ ਇਹ ਬਚਨ ਕਰਤਾ ਨਾ ਕਿ ਜੋ ਪਰਮੇਸ਼ਰ ਦੀ ਕਲਾ ਹੈ ਉਹ ਕਿਸੇ ਨੇ ਲਿਖੀ ਨਹੀਂ। ਤੇ ਹੁਣ ਫਿਰ ਜੋ ਪਰਮੇਸ਼ਰ ਦਾ ਜੋ ਮਹਾਕਾਲ ਦਾ ਜੋ ਸਵਰੂਪ ਹੈ ਨਾ, ਉਸ ਨੂੰ ਸਤਿਗੁਰੂ ਵਰਣਨ ਕਰਕੇ ਇੱਥੇ ਦੱਸ ਰਹੇ ਹਨ। ਅਨੂਪ ਰੂਪ ਰਾਜਯੰ, ਜਿਹੜਾ ਪਰਮੇਸ਼ਰ ਦਾ ਉਹ ਰੂਪ ਹੈ ਨਾ, ਅਨੂਪ ਅਤੀ ਸੁੰਦਰ, ਰਾਜਯੰ ਸੁਭਾਏਮਾਨ, ਸ਼ੋਭਾ ਪਾ ਰਿਹਾ ਹੈ। निहार काम लाजयं ਤੇ ਐਸਾ ਪਰਮੇਸ਼ਰ ਦਾ ਅਚਰਜ ਸੁੰਦਰ ਸਰੂਪ ਹੈ, ਨਿਹਾਰ, ਉਸ ਨੂੰ ਦੇਖ ਕਰਕੇ ਕਾਮ ਲਾਜਯੰ, ਜਿਹੜਾ ਕਾਮ ਦੇਵਤਾ ਹੈ, ਜਿਹੜਾ ਬੜਾ ਸੁੰਦਰ ਮੰਨਿਆ ਗਿਆ ਹੈ, ਉਹ ਵੀ ਸ਼ਰਮ ਕਰ ਰਿਹਾ ਹੈ, ਲੱਜਿਆ ਮੰਨ ਰਿਹਾ ਹੈ। लोक लोप शोभयं ਲੋਕ ਜਿਹੜੇ ਪਤਾਲ ਦੇ ਲੋਕ ਹਨ, ਪਤਾਲ ਵਾਸੀ ਹਨ, ਉਹ ਵੀ ਪਰਮੇਸ਼ਰ ਦੀ ਸ਼ੋਭਾ ਕਰ ਰਹੇ ਹਨ। बिलोक लोक ਤੇ लोभयं ਜਿਹੜੇ ਬਿਲੋਕ ਲੋਕ, ਜਿਹੜੇ ਮ੍ਰਿਤ ਲੋਕ ਦੇ ਜਿਹੜੇ ਲੋਕ ਹਨ, ਉਹ ਵੀ ਲੋਭਯੰ, ਇਹ ਲੁਭਾਇਮਾਨ ਹੋ ਰਹੇ ਹਨ ਪਰਮੇਸ਼ਰ ਦੇ ਐਸੇ ਅਚਰਜ ਸਰੂਪ ਤੋਂ। चमकी चंद्र शीशयं ਚਮਕ ਚੰਦਰ ਸੀਸਿਅੰ, ਜਿਹੜੀ ਪਰਮੇਸ਼ਰ ਤੁਹਾਡੇ ਸੀਸ, ਤੁਹਾਡੇ ਮੱਥੇ ਦੇ ਉੱਪਰ ਚੰਦਰਮਾ ਦੀ ਵਾਂਗੂ ਜੋ ਚਮਕ ਰਹੀ ਹੈ ਲਿਸ਼ਕੋਰ। ਰਹਿਓ ਲਜਾਏ ਈਸਿਯੰ ਜਿਹੜਾ ਈਸਿਅੰ ਜੋ ਸ਼ਿਵ ਜੀ ਹੈ, ਉਹ ਵੀ ਤੁਹਾਡੇ ਮਸਤਕ ਤੇ ਚੰਦਰਮਾ ਦੀ ਵਾਂਗ ਚਮਕਦੀ ਹੋਈ ਜੋਤ ਨੂੰ ਦੇਖ ਕਰਕੇ ਤੇ ਲਜਾਇਮਾਨ ਹੋ ਰਿਹਾ ਹੈ। ਸੁਸੋਭ ਨਾਗ ਭੂਖਣੰ ਸੁਸੋਭ ਨਾਗ ਭੂਖਣੰ, ਜਿਹੜੇ ਭੂਖਣ ਤੁਹਾਡੇ ਸਰੀਰ ਦੇ ਉੱਪਰ ਗਹਿਣੇ ਧਾਰਨ ਕੀਤੇ ਹੋਏ ਹਨ, ਉਹ ਨਾਗਾਂ ਦੀ ਤਰ੍ਹਾਂ ਸ਼ੋਭਾ, ਸੱਪਾਂ ਦੀ ਵਾਂਗ ਉਹ ਸ਼ੋਭਾ ਪਾ ਰਹੇ ਹਨ। ਅਨੇਕ ਦੁਸ਼ਟ ਦੁਖਣੰ ਤੇ ਜਿਹੜੇ ਅਨੇਕਾਂ ਹੀ ਦੁਸ਼ਟਾਂ ਦੇ ਦੋਖਣੰ, ਖਤਮ ਹੋਣ ਦਾ ਜੋ ਕਾਰਨ ਬਣ ਰਹੇ ਹਨ। ਕਿਰਪਾਨ ਪਾਨ ਧਾਰੀਅੰ ਪਰਮੇਸ਼ਰ ਨੇ ਜੋ ਕਿਰਪਾਨ ਜਿਹੜੀ ਹੈ ਸ਼ਸਤਰ, ਉਹ ਪਾਣ ਧਾਰੀਅੰ, ਆਪਦੇ ਹੱਥ ਵਿੱਚ ਸੁਭਾਏਮਾਨ ਫੜੀ ਹੋਈ ਹੈ, ਸੁਭਾਏਮਾਨ ਹੋ ਰਹੀ ਹੈ। ਕਰੋੜ ਪਾਪ ਢਾਰੀਅੰ ਜਿਹੜੀ ਕਰੋੜਾਂ ਹੀ ਪਾਪਾਂ ਨੂੰ ਟਾਲਣ ਦੇ ਸਮਰੱਥ ਹੈ। ਸਾਧ ਸੰਗਤ, ਜੇਕਰ ਕਿਸੇ ਸਿੰਘ ਨੇ ਸੰਪੂਰਨ ਸ਼ਸਤਰ ਸਜਾਏ ਹੋਣ ਨਾ, ਤੇ ਜੇ ਕਿਸੇ ਦੇ ਮਨ ਵਿੱਚ ਫਿਰ ਉਸ ਦਾ ਨੁਕਸਾਨ ਕਰਨ ਦਾ ਕੋਈ ਖਿਆਲ ਵੀ ਹੋਵੇ, ਉਸ ਨਾਲ ਲੁੱਟ ਖੋਹ ਕਰਨ ਦਾ, ਤੇ ਉਸ ਦੀ ਕਿਰਪਾਨ ਨੂੰ ਦੇਖ ਕਰਕੇ ਹੀ ਉਹ ਰੁਕ ਜਾਵੇਗਾ ਕਿ ਇਹ ਅੱਗੋਂ ਕਰਾਰਾ ਜਵਾਬ ਦੇਵੇਗਾ। ਇਸ ਕੋਲ ਸ਼ਸਤਰ ਹਨ। ਇਸ ਪ੍ਰਕਾਰ ਸਾਧ ਸੰਗਤ, ਕਰੋੜ ਪਾਪ ਟਾਰਿੰਗ, ਅਨੇਕਾਂ ਹੀ ਪਾਪ ਹੋਣ ਤੋਂ ਟਲ ਜਾਂਦੇ ਹਨ ਇਸ ਸ਼ਸਤਰ ਦੇ ਧਾਰਨ ਕਰਨ ਦੇ ਨਾਲ ਹੀ। ਗਦਾ ਗ੍ਰਿਸ਼ਟ ਪਾਨੀਅੰ ਗਦਾ ਜਿਹੜਾ ਪਰਮੇਸ਼ਰ ਨੇ ਉਹ ਗ੍ਰਿਸ਼ਟ, ਜਿਹੜਾ ਭਾਰੀ ਗਦਾ ਹੈ, ਪਾਣੀ ਹੱਥ ਵਿੱਚ ਧਾਰਨ ਕੀਤਾ ਹੋਇਆ ਹੈ। ਕਮਾਨ ਬਾਨ ਤਾਨਿਅੰ ਕਮਾਨ ਬਾਣ, ਜਿਹੜਾ ਤੀਰ ਕਮਾਨ ਹੈ, ਉਹ ਪਰਮੇਸ਼ਰ ਨੇ ਤਾਣ ਕਰਕੇ ਫੜਿਆ, ਇਸ ਪ੍ਰਕਾਰ ਉਹ ਸ਼ੋਭਾ ਪਾ ਰਿਹਾ ਹੈ। ਸ਼ਬਦ ਸੰਖ ਵੱਜਿਅੰ ਪਰਮੇਸ਼ਰ ਦੇ ਜਿਹੜੇ ਸ਼ਬਦ ਹਨ ਨਾ, ਪਰਮੇਸ਼ਰ ਦੀ ਜਿਹੜੀ ਸ਼ਬਦਾਵਲੀ ਹੈ, ਉਹ ਸੰਖ ਵੱਜਣ, ਇਸ ਤਰ੍ਹਾਂ ਪਰਮੇਸ਼ਰਾਂ ਦੇ ਸ਼ਬਦ ਸੁਭਾਏਮਾਨ ਲੱਗ ਰਹੇ ਹਨ, ਜਿਸ ਪ੍ਰਕਾਰ ਸੰਖ ਵੱਜਣ, ਜਿਵੇਂ ਸੰਖ ਗੂੰਜਾਂ ਪਾ ਰਹੇ ਹੋਣ। ਕਨੰਕ ਘੂਮਰ ਗੱਜਿਅੰ ਕਣੰਕ, ਬੱਦਲਾਂ ਦੀ ਨਹੀਂ, ਜਿਹੜੇ ਘੂਮ ਰਹੇ ਪਰਮੇਸ਼ਰ, ਜਿਹੜੇ ਤੁਸੀਂ ਘੁੰਗਰੂ ਆਦਿਕ ਗਹਿਣੇ ਪਹਿਨੇ ਹਨ, ਇਸ ਪ੍ਰਕਾਰ ਸ਼ਿੰਗਾਰ ਰਹੇ ਹਨ, ਜਿਵੇਂ ਅਸਮਾਨ 'ਚ ਬੱਦਲ ਗੱਜ ਰਹੇ ਹੋਣ। ਸ਼ਰਨ ਨਾਥ ਤੋਰੀਅੰ ਹੇ ਨਾਥ, ਸਾਰਿਆਂ ਦੇ ਨਾਥਾਂ ਦੇ ਨਾਥ ਪਰਮੇਸ਼ਰ, ਅਸੀਂ ਤੁਹਾਡੀ ਸ਼ਰਨ ਹਾਂ। ਉਬਾਰ ਲਾਜ ਮੋਰੀਅੰ ਸਤਿਗੁਰੂ ਨਿਮਰਤਾ ਸਾਹਿਬ ਇੱਥੇ ਫਰਮਾ ਰਹੇ ਹਨ, ਉਬਾਰ ਲਾਜ ਮੋਰਿੰਗ, ਸਾਡੀ ਹੈ ਪਰਮੇਸ਼ਰ ਲੱਜਿਆ ਰੱਖੋ, ਸਾਡੀ ਸ਼ਰਣੀ ਤੁਸੀਂ ਪਵੋ। ਇਸ ਪ੍ਰਕਾਰ ਸਤਿਗੁਰੂ ਇੱਥੋਂ ਤੱਕ ਜੋ 48 ਪੌੜੀਆਂ ਹੋਈਆਂ ਹਨ ਸੰਪੂਰਨ, ਆਪਾਂ ਸੰਖੇਪ ਰੂਪ ਵਿੱਚ ਵਿਚਾਰ ਕਰ ਰਹੇ ਹਾਂ। ਤੇ ਅੱਗੇ ਜੋ ਸਤਿਗੁਰੂ ਬਖਸ਼ਿਸ਼ ਕਰਨਗੇ, ਜੋ 70ਵੀਂ ਪੌੜੀ ਤੋਂ ਆਰੰਭ ਹੋ ਰਹੇ ਹਨ, ਉਹ ਸਰਵਣ ਕਰੀਏ। ਰਸਾਵਲ ਛੰਦ ਜਿਤੇ ਰਾਮ ਹੋਏ ਸਭੈ ਅੰਤ ਮੋਏ ਸਤਿਗੁਰੂ ਫਰਮਾਉਂਦੇ ਕਿ ਜਿੱਤੇ ਰਾਮ ਹੋਏ, ਆਪਾਂ ਤਾਂ ਇੱਕ ਰਾਮਚੰਦਰ ਬਾਰੇ ਹੀ ਜਾਣਦੇ ਹਾਂ ਨਾ ਕਿ ਉਹ ਹੋਇਆ ਹੈ ਅਵਤਾਰ, ਪਰ ਜਿੱਤੇ ਰਾਮ ਹੋਏ, ਸਤਿਗੁਰੂ ਕਹਿੰਦੇ ਜਿੰਨੇ ਰਾਮ ਹੁਣ ਤੱਕ ਪੈਦਾ ਹੋਏ, ਜਾਂ ਜਿਤਨੇ ਰਾਮ ਵਰਗੇ ਦੇਵਤੇ ਪੈਦਾ ਹੋਏ, ਜਿਤੇ ਸਭੈ ਅੰਤ ਮੋਏ, ਸਾਰੇ ਹੀ ਅੰਤ ਨੂੰ ਮਰ ਗਏ, ਦੇਵਲੋਕ ਸਿਧਾ ਗਏ,
ਉਹ ਚਲੇ ਗਏ ਇਥੋਂ। ਜਿਤੇ ਕਿਸਨ ਹਵੈ ਹੈ ਜਿੰਨੇ ਵੀ ਕ੍ਰਿਸ਼ਨ ਹੋਏ ਹੈ, ਜਿਹੜਾ ਸ਼ੁੱਧ ਪਾਠ ਹੋਏ ਹੈ ਵਾਹੇ ਨੂੰ ਔਂਕੜ ਈੜੀ ਨੂੰ ਸਿਹਾਰੀ ਦੇ ਨਾਲ, ਜਿੱਤੇ ਕਿਸਨ ਹੋਏ ਹੈ, ਜਿੰਨੇ ਵੀ ਕ੍ਰਿਸ਼ਨ ਵਰਗੇ ਹੋਣਗੇ ਅਤੇ ਹੋਏ ਹਨ, ਸਭੇ ਅੰਤ ਜੈ ਹੈ ਸਾਰੇ ਹੀ ਅੰਤ ਨੂੰ ਚਲੇ ਗਏ, ਅਤੇ ਜਿਹੜੇ ਹੋਣਗੇ ਉਹ ਸਾਰੇ ਫਿਰ ਆਪਦੇ ਅੰਤ ਸਮੇਂ ਨੂੰ ਚਲੇ ਜਾਣਗੇ, ਕਾਲ ਦੇ ਵਸ ਪੈਣਗੇ। ਜਿਤੇ ਦੇਵ ਹੋਸੀ ਜਿਤਨੇ ਵੀ ਦੇਵ ਜਿਹੜੇ ਦੇਵਤੇ ਹਨ ਹੋਣਗੇ ਜਾਂ ਹੋਏ ਸੀ, ਸਭੇ ਅੰਤ ਜਾਸੀ ਸਾਰਿਆਂ ਨੇ ਅੰਤ ਨੂੰ ਆਪਦੇ ਸਮੇਂ ਤੇ ਸਾਰੇ ਨੇ ਆਪਦਾ ਸਮਾਂ ਪੂਰਾ ਕਰਕੇ ਇਥੋਂ ਚਲੇ ਜਾਣਾ ਹੈ। ਜਿਤੈ ਬੋਧ ਹਵੈ ਹੈ ਜਿਤਨੇ ਬੋਧ ਅਵਤਾਰ ਹੋਣਗੇ ਅਤੇ ਹੋਏ ਹਨ, ਸਭੈ ਅੰਤ ਛੈ ਹੈ ਸਾਰੇ ਹੀ ਅੰਤ ਦੇ ਸਮੇਂ ਛੈ ਨਾਸ ਹੋ ਗਏ, ਅਤੇ ਜਿਤਨੇ ਅੱਗੇ ਹੋਣਗੇ ਉਹ ਵੀ ਇਸ ਪ੍ਰਕਾਰ ਕਾਲ ਦੇ ਵਸ ਹੀ ਪੈਣਗੇ। ਜਿਤੈ ਦੇਵ ਰਾਯੰ ਜਿੰਨੇ ਵੀ ਦੇਵ ਰਾਯੰ ਜਿਹੜੇ ਇੰਦਰ ਦੇਵਤੇ ਹੋਏ ਅਤੇ ਇੰਦਰ ਦੇ ਜਿਹੜੇ ਅਵਤਾਰ ਹੋਏ, ਸਭੈ ਅੰਤ ਜਾਯੰ ਸਾਰੇ ਹੀ ਅੰਤ ਨੂੰ ਚਲੇ ਗਏ, ਇਸ ਪ੍ਰਕਾਰ ਚਲੇ ਜਾਣਗੇ। ਜਿਤੈ ਦਇਤ ਏਸੰ ਜਿਤਨੇ ਵੀ ਦੈਤ ਏਸ਼ੰ ਜਿਹੜੇ ਰਾਖਸ਼ਾਂ ਦੇ ਰਾਜੇ ਹੋਏ ਹਨ, ਰਾਵਣ ਵਰਗੇ ਆਦਿਕ, ਤਿਤਿਓ ਕਾਲ ਲੇਸੰ ਉਹਨਾਂ ਨੂੰ ਵੀ ਐਸੇ ਬਲੀ ਰਾਜਿਆਂ ਨੂੰ, ਰਾਖਸ਼ਾਂ ਦੇ ਰਾਜਿਆਂ ਨੂੰ ਵੀ ਕਾਲ ਲੇਸੰ, ਕਾਲ ਦਾ ਹੀ ਲੇਸ ਉਹਨਾਂ ਤੇ ਲੱਗ ਗਿਆ, ਕਾਲ ਦੇ ਵਸ ਹੀ ਸਾਰੇ ਪਏ ਅੰਤ ਨੂੰ। ਨਰਸਿੰਘ ਅਵਤਾਰੰ ਜਿਹੜਾ ਸਾਰ ਸੰਗਤ ਨਰਸਿੰਘ ਅਵਤਾਰ ਹੋਇਆ ਹੈ, ਜਿਸਨੇ ਪ੍ਰਹਿਲਾਦ ਦੀ ਰਾਖੀ ਕਰਕੇ ਰੱਖਿਆ ਕਰਕੇ ਤੇ ਹਰਨਾਕਸ਼ ਨੂੰ ਛਾਤੀ ਤੋਂ ਪਾੜ ਕਰਕੇ ਉਸ ਨੂੰ ਦੰਡ ਦਿੱਤਾ ਸੀ, ਐਸਾ ਜੋ ਹਰਨਾਕਸ਼ ਅਵਤਾਰ ਹੋਇਆ, ਵਾਹਿਗੁਰੂ ਨਰਸਿੰਘ ਅਵਤਾਰ ਹੋਇਆ ਹੈ ਜੋ, ਵਹਿ ਕਾਲ ਮਾਰੰ ਉਸ ਨੂੰ ਵੀ ਕਾਲ ਨੇ ਮਾਰ ਦਿੱਤਾ, ਉਸ ਨੂੰ ਵੀ ਕਾਲ ਨੇ ਖਤਮ ਕਰ ਦਿੱਤਾ। ਵੱਡੋ ਡੰਡ ਧਾਰੀ ਐਸਾ ਜੋ ਵੱਡੋ ਦੰਡ ਧਾਰੀ ਸੀ, ਹਰਨਾਕਸ਼ ਨੂੰ ਦੰਡ ਦੇਣ ਵਾਸਤੇ ਆਇਆ ਸੀ। ਹਨਿਓ ਕਾਲ ਭਾਰੀ ਜਿਹੜਾ ਭਾਰੀ ਕਾਲ ਹੈ ਉਸ ਨੇ ਉਸ ਨਰਸਿੰਘ ਅਵਤਾਰ ਦਾ ਵੀ ਨਾਸ ਕਰ ਦਿੱਤਾ, ਅੰਤ ਕਰ ਦਿੱਤਾ। ਦਿਜੰਗ ਬਾਵਨਿਯੰਗ ਦਿਜੰਗ ਬਾਵਨਯੰ, ਜੋ ਇਹ ਪਰਮੇਸ਼ਰ ਜਿਹੜਾ 52 ਅਵਤਾਰ ਹੋਇਆ ਹੈ, ਹਨਿਓ ਕਾਲ ਤੇਯੰ 52 ਅਵਤਾਰ ਨੂੰ ਵੀ ਉਸ ਕਾਲ ਨੇ ਹਣਿਓ ਉਸ ਨੂੰ ਵੀ ਖਤਮ ਕਰ ਦਿੱਤਾ। ਮਹਾ ਮੱਛ ਮੁੰਡੰ ਜਿਹੜਾ ਵਿਸ਼ਨੂੰ ਦਾ ਮੱਛ ਅਵਤਾਰ ਮਹਾ ਬੜੇ ਵਿਸ਼ਾਲ ਸਰੂਪ ਵਾਲਾ ਹੋਇਆ ਹੈ, ਫਦਿਓ ਕਾਲ ਛੁੰਡੰ ਫਦਿਓ ਕਾਲ ਝੁੰਡੰ, ਕਾਲ ਨੇ ਉਸ ਨੂੰ ਵੀ ਫਦਿਓ ਨਾਸ ਕਰ ਦਿੱਤਾ। ਇਸ ਪ੍ਰਕਾਰ ਜਿਤੇ ਹੋਏ ਬੀਤੇ ਜਿੰਨੇ ਵੀ ਹੁਣ ਤੱਕ ਹੋਏ ਹੋ ਕਰਕੇ ਬੀਤ ਗਏ, ਤਿਤੇ ਕਾਲ ਜੀਤੇ ਉਹਨਾਂ ਸਾਰਿਆਂ ਨੂੰ ਹੀ ਕਾਲ ਨੇ, ਉਸ ਮੌਤ ਰੂਪੀ ਕਾਲ ਨੇ ਸਾਰਿਆਂ ਨੂੰ ਹੀ ਜਿੱਤ ਲਿਆ। ਜਿਤੇ ਸਰਨ ਜੈ ਹੈ ਪਰ ਸਤਿਗੁਰੂ ਫਰਮਾਉਂਦੇ ਵੀ ਸਾਰੇ ਜਿੰਨੇ ਵੀ ਹਨ ਸਾਰਿਆਂ ਨੂੰ ਕਾਲ ਨੇ ਨਾਸ ਕਰ ਦਿੱਤਾ, ਪਰ ਜਿੱਤੇ ਸਰਨ ਜੈ ਹੈ ਜਿਹੜੇ ਉਸ ਪਰਮੇਸ਼ਰ ਦੀ ਸ਼ਰਣੀ ਜਾਣਗੇ, ਤਿਤਿਓ ਰਾਖ ਲੈ ਹੈ ਪਰਮੇਸ਼ਰ ਫਿਰ ਤਿੱਤਿਓ ਉਹਨਾਂ ਨੂੰ ਰਾਖ ਲੈ ਹੈ, ਉਹਨਾਂ ਨੂੰ ਪਰਮੇਸ਼ਰ ਫਿਰ ਕਾਲ ਤੋਂ ਬਚਾ ਕੇ ਆਪਣੀ ਸ਼ਰਣੀ ਵਿੱਚ ਰੱਖ ਲਵੇਗਾ। ਭੁਜੰਗ ਭਰਿਆਤ ਛੰਦ ਬਿਨਾ ਸ਼ਰਨ ਤਾਕੀ ਨਾਉ ਔਰੇ ਉਪਾਯੰ ਬਿਨਾ ਸ਼ਰਨ ਤਾਕੀ ਉਸ ਪਰਮੇਸ਼ਰ ਦੀ ਸ਼ਰਨ ਜਾਏ ਤੋਂ ਬਿਨਾ ਨਾ ਔਰੇ ਉਪਾਯੰ, ਹੋਰ ਕੋਈ ਉਪਾਅ ਕਾਲ ਤੋਂ ਬਚਾਉਣ ਦੇ ਕੰਮ ਨਹੀਂ ਆ ਸਕਦਾ। ਕਹਾ ਦੇਵ ਦਯੰਤ ਕਹਾ ਰੰਕ ਰਾਯੰ ਕਹਾ ਦੇਵ ਦਯੰਤ, ਵਾਹਿਗੁਰੂ ਕਹਾ ਦੇਵ ਦੈਤੰ, ਕਿੱਥੇ ਜੋ ਦੇਵਤੇ ਅਤੇ ਕਿੱਥੇ ਹਨ ਉਹ ਦੈਂਤ, ਤੇ ਕਿੱਥੇ ਉਹ ਰੰਕ ਰਾਜੇ ਅਤੇ ਕੰਗਾਲ ਅਤੇ ਰਾਯੰ ਰਾਜੇ, ਇਹ ਸਾਰਿਆਂ ਨੂੰ ਹੀ ਕਾਲ ਦੇ ਵਸ ਪੈਣਾ ਪਵੇਗਾ। ਕਹਾ ਪਾਤਸ਼ਾਹੰ ਕਹਾ ਉਮਰਾਯੰ, ਭਾਵੇਂ ਉਹ ਪਾਤਸ਼ਾਹ ਹੋਣ, ਦੁਨੀਆ ਦੇ ਰਾਜੇ ਹੋਣ, ਭਾਵੇਂ ਉਮਰਾਯੰ ਰਾਏ ਅਮੀਰ ਹੋਣ, ਬਿਨਾ ਸ਼ਰਨ ਤਾਕੀ ਨਾ ਕੋਟੈ ਉਪਾਯੰ ਸ਼ਰਨ ਤਾਂ ਕੀ ਪਰਮੇਸ਼ਰ ਦੀ ਸ਼ਰਨ ਵਿੱਚ ਆਏ ਤੋਂ ਬਿਨਾ ਨਾ ਕੋਟੈ ਉਪਾਯੰ, ਕਰੋੜਾਂ ਉਪਾਅ ਭਾਵੇਂ ਕਰ ਲੈਣ, ਕਾਲ ਤੋਂ ਨਹੀਂ ਬਚਿਆ ਜਾ ਸਕਦਾ। ਪਰਮੇਸ਼ਰ ਦੀ ਸ਼ਰਨ ਜਿੱਤੇ ਸ਼ਰਨ ਜੈ ਹੈ ਤਿਤਿਓ ਰਾਖ ਲੈ, ਪਰਮੇਸ਼ਰ ਉਹਨਾਂ ਨੂੰ ਫਿਰ ਰੱਖ ਲਵੇਗਾ। ਜਿਤੇ ਜੀਵ ਜੰਤੰ ਸੂ ਦੁਨੀਆ ਉਪਾਯੰ, ਜਿੰਨੇ ਵੀ ਪਰਮੇਸ਼ਰ ਨੇ ਇਸ ਦੁਨੀਆ ਦੇ ਅੰਦਰ ਜੀਵ ਜੰਤ ਪੈਦਾ ਕੀਤੇ ਹਨ, ਸਭੈ ਅੰਤ ਕਾਲੰ ਬਲੀ ਕਾਲ ਕਾਯੰ, ਸਾਰਿਆਂ ਨੂੰ ਹੀ ਅੰਤ ਦੇ ਸਮੇਂ ਫਿਰ ਉਹ ਜਿਹੜਾ ਬਲੀ ਕਾਲ ਹੈ ਕਾਯੰ ਉਸ ਨੇ ਨਾਸ ਕਰ ਦਿੱਤਾ ਹੈ। ਬਿਨਾ ਸ਼ਰਨ ਤਾਕੀ ਨਹੀਂ ਆਰ ਓਟੰ, ਬਿਨਾ ਸ਼ਰਨ ਤਾਗੀ ਪਰਮੇਸ਼ਰ ਦੀ ਸ਼ਰਨ ਜਾਏ ਤੋਂ ਬਿਨਾ ਹੋਰ ਕੋਈ ਆਸਰਾ ਸਾਨੂੰ ਨਜ਼ਰ ਨਹੀਂ ਆਉਂਦਾ। ਲਿਖੇ ਜੰਤਰੰ ਕੇਤੇ ਪੜੇ ਮੰਤਰੰ ਕੋਟੰ, ਲਿਖੇ ਜੰਤਰ ਕੇਤੇ ਪੜੇ ਮੰਤਰ ਕੋਟੰ, ਭਾਵੇਂ ਲੱਖਾਂ ਜੰਤਰ ਮੰਤਰ ਤੁਸੀਂ ਲਿਖ ਲਵੋ ਪੜ੍ਹ ਲਵੋ, ਪਰ ਪਰਮੇਸ਼ਰ ਦੀ ਸ਼ਰਨ ਜਾਏ ਤੋਂ ਬਿਨਾ ਉਸ ਕਾਲ ਤੋਂ ਰਖਵਾਲੀ ਨਹੀਂ ਕੋਈ ਕਰ ਸਕਦਾ, ਕੋਈ ਬਚਾ ਨਹੀਂ ਸਕਦਾ। ਇਸ ਪ੍ਰਕਾਰ ਨਾਲ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਕੁਝ ਆਪਾਂ ਸੰਖੇਪ ਦੇ ਅੰਦਰ ਜੋ ਪਹਿਲਾ ਅਧਿਆਇ ਸਤਿਗੁਰਾਂ ਦਾ
ਸਰਵਣ ਕਰ ਰਹੇ ਹਾਂ, ਜੋ ਇੱਥੋਂ ਤੱਕ 77 ਪੌੜੀਆਂ ਸੰਪੂਰਨ ਹੋਈਆਂ ਹਨ। ਹੁਣ ਜੋ ਸਤਿਗੁਰੂ ਅੱਗੇ 84ਵੀਂ ਪੌੜੀ ਵਿੱਚ ਬਖਸ਼ਿਸ਼ ਕਰਦੇ ਹਨ, ਉਹ ਸਰਵਣ ਕਰੀਏ ਜੀ। ਸਵਈਆ ਕਾਲ ਹੀ ਪਾਏ ਭਇਓ ਭਗਵਾਨ। ਸਵਈਏ ਅੰਦਰ ਸਤਿਗੁਰੂ ਫਰਮਾਉਂਦੇ ਕਾਲ ਹੀ ਪਾਏ, ਉਸ ਪਰਮੇਸ਼ਰ ਦੀ ਕਾਲ ਆਗਿਆ ਅਤੇ ਪਰਮੇਸ਼ਰ ਦੀ ਕਲਾ ਸ਼ਕਤੀ ਪ੍ਰਾਪਤ ਕਰਕੇ ਹੀ ਭਇਓ ਭਗਵਾਨ, ਜਿਹਦਾ ਵਿਸ਼ਨੂੰ ਜਿਸ ਨੂੰ ਭਗਵਾਨ ਕਿਹਾ ਜਾਂਦਾ ਹੈ, ਉਹ ਪੈਦਾ ਹੋਇਆ। ਸੂ ਜਾਗਤ ਯਾ ਜਗ ਜਾ ਕੀ ਕਲਾ ਹੈ। ਸੋ ਜਾਗਤ ਜਾਂ ਜਗ ਜਾ ਕੀ ਕਲਾ ਹੈ, ਜਿਸ ਨੂੰ ਕਿਹਾ ਜਾਂਦਾ ਹੈ ਕਿ ਇਹ ਸਾਰਾ ਜਗਤ ਇਸ ਵਿਸ਼ਨੂੰ ਨੇ ਪੈਦਾ ਕੀਤਾ ਹੈ। ਉਹ ਸਤਿਗੁਰੂ ਕਹਿੰਦੇ ਕਿ ਇਹ ਪਰਮੇਸ਼ਰ ਦੀ ਆਗਿਆ, ਪਰਮੇਸ਼ਰ ਦੀ ਸ਼ਕਤੀ ਪਾ ਕੇ ਹੀ ਪੈਦਾ ਹੋਇਆ। ਕਾਲ ਹੀ ਪਾਏ ਭਇਓ ਬ੍ਰਹਮਾ ਸ਼ਿਵ। ਕਾਲ ਹੀ ਪਾਏ, ਪਰਮੇਸ਼ਰ ਦੀ ਆਗਿਆ, ਪਰਮੇਸ਼ਰ ਦੀ ਸ਼ਕਤੀ ਪਾ ਕੇ ਹੀ ਜਿਹੜਾ ਬ੍ਰਹਮਾ ਅਤੇ ਸ਼ਿਵ ਜੀ ਪੈਦਾ ਹੋਇਆ। ਕਾਲ ਹੀ ਪਾਏ ਭਇਓ ਜੁਗੀਆ ਹੈ। ਪਰਮੇਸ਼ਰ ਦੀ ਆਗਿਆ ਅਤੇ ਸ਼ਕਤੀ ਪਾ ਕੇ ਹੀ ਜੋ ਜੋਗੀ ਆਦਿਕ ਪੈਦਾ ਹੋਏ। ਕਾਲ ਹੀ ਪਾਏ ਸੁਰਾਸੁਰ ਗੰਤਰਵ। ਸੁਰਾਸੁਰ ਗੰਧਰਵ, ਜਿਹੜੇ ਦੇਵਤੇ ਦੈਤ ਅਤੇ ਗੰਧਰਵ ਹੋਏ, ਇਹ ਪਰਮੇਸ਼ਰ ਦੀ ਆਗਿਆ ਸ਼ਕਤੀ ਪਾ ਕੇ ਹੀ ਪੈਦਾ ਹੋਏ। ਜਛ ਭੁਜੰਗ ਦਿਸ਼ਾ ਵਿਦਿਸ਼ਾ ਹੈ। ਜਛ ਹਨ ਅਤੇ ਭੁਜੰਗ ਜੋ ਸੱਪ ਹਨ, ਜੋ ਦੇਸ਼ਾਂ ਵਿਦੇਸ਼ਾਂ ਵਿੱਚ, ਜੋ ਦੇਸ਼ ਵਿਦੇਸ਼ ਪੈਦਾ ਹੋਏ, ਦੇਸ਼ਾਂ ਵਿਦੇਸ਼ਾਂ ਅੰਦਰ। ਔਰ ਸੁਕਾਲ ਸਭੈ ਬਸ ਕਾਲ ਕੈ। ਇਹ ਸਾਰੇ ਹੀ ਜਿਤਨੇ ਪਰਮੇਸ਼ਰ ਦੀ ਸ਼ਕਤੀ ਕਲਾ ਲੈ ਕੇ ਆਗਿਆ ਲੈ ਕੇ ਜਨਮ ਹੋਇਆ ਹੈ, ਇਹਨਾਂ ਦਾ ਸਭੈ ਬਸ ਕਾਲ ਕੇ, ਸਾਰੀ ਹੀ ਉਹ ਕਾਲ ਦੇ ਵਸ ਹਨ। ਉਸ ਮੌਤ ਰੂਪੀ ਸ਼ਕਤੀ ਜੋ ਪਰਮੇਸ਼ਰ ਦੀ ਕਾਲ ਮੌਤ ਹੈ, ਉਸ ਦੇ ਵਸ ਹਨ। ਉਸ ਦੇ ਕਾਲ ਹੀ ਇਹਨਾਂ ਨੂੰ ਅੰਤ ਨਾਸ ਕਰ ਦੇਵੇਗਾ। ਏਕ ਹੀ ਕਾਲ ਅਕਾਲ ਸਦਾ ਪਰ ਹੈ। ਸਤਿਗੁਰੂ ਫਰਮਾਉਂਦੇ ਏਕ ਹੀ ਕਾਲ, ਜਿਹੜਾ ਇੱਕੋ ਕਾਲ ਪਰਮੇਸ਼ਰ ਹੈ ਨਾ, ਸਾਰਿਆਂ ਦਾ ਕਾਲ ਅਕਾਲ ਸਦਾ ਹੈ। ਉਹ ਸਦਾ ਹੀ ਅਕਾਲ, ਕਾਲ ਤੋਂ ਰਹਿਤ ਹੈ। ਉਸ ਪਰਮੇਸ਼ਰ ਨੂੰ ਕੋਈ ਵੀ ਕਾਲ ਛੋ ਨਹੀਂ ਸਕਦਾ। ਉਹ ਅੰਤ ਹੈ, ਬੇਅੰਤ ਹੈ, ਨਾ ਉਸ ਦਾ ਜਨਮ ਤੇ ਨਾ ਮਰਨ, ਨਾ ਤਾਤੰਗ ਨਾ ਮਾਤੰਗ, ਨਾ ਮਾਤਾ ਨਾ ਪਿਤਾ ਨਾ ਭਰਾ। ਐਸਾ ਜੋ ਪਰਮੇਸ਼ਰ ਬੇਅੰਤ ਹੈ। ਹੁਣ ਸਤਿਗੁਰੂ ਜੋ 99ਵੀਂ ਪੌੜੀ ਦੇ ਅੰਦਰ ਬਖਸ਼ਿਸ਼ ਕਰਦੇ ਹਨ। ਰਸਾਵਲ ਛੰਦ ਨਮੋ ਚੱਕਰ ਪਾਨੰਗ ਅਭੂਤੰਗ ਪਨਾਯੰ। ਇੱਥੇ ਸਤਿਗੁਰੂ ਹੁਣ ਇੱਕ ਅਕਾਲ ਜਿਹੜਾ ਮਹਾਕਾਲ ਪਰਮੇਸ਼ਰ ਹੈ, ਉਸ ਦੀ ਉਸਤਤੀ ਕਰ ਰਹੇ ਹਨ ਅਤੇ ਨਾਲ ਹੀ ਜੋ ਸ਼ਸਤਰਾਂ ਦੀ ਉਸਤਤੀ ਵਰਣਨ ਕਰ ਰਹੇ ਹਨ। ਰਸਾਵਲ ਛੰਦ ਅੰਦਰ ਨਮੋ ਚੱਕਰ ਪਾਣੰ, ਹੈ ਪਰਮੇਸ਼ਰ ਸਾਨੂੰ ਨਮਸਕਾਰ ਹੈ, ਜਿਹੜਾ ਤੁਸੀਂ ਆਪਦੇ ਹੱਥ ਵਿੱਚ ਚੱਕਰ ਧਾਰਨ ਕੀਤਾ ਹੋਇਆ ਹੈ। ਅਭੂਤੰਗ ਭਿਆਨੰ। ਅਭੂਤੰਗ ਜੋ ਅਸਚਰਜ ਅਤੇ ਭਿਆਨਕ ਜੋ ਭਿਆਨਕ ਸੋਭ ਰਿਹਾ ਹੈ। ਨਮੋ ਉਗਰ ਦਾੜੰ। ਇਹ ਪਰਮੇਸ਼ਰ ਉੱਚੀਆਂ ਦਾੜਾਂ ਵਾਲੇ, ਸਖਤ ਦਾੜਾਂ ਵਾਲੇ ਜੋ ਪਰਮੇਸ਼ਰ, ਤੁਹਾਨੂੰ ਨਮਸਕਾਰ ਹੈ। ਮਹਾਗ੍ਰਿਸ਼ਟ ਗਾੜੰ। ਮਹਾਗ੍ਰਿਸ਼ਟ ਜਿਹੜਾ ਅਤ ਕਰੜਾ, ਗਾੜੰ ਜਿਹੜਾ ਨੇਜਾ ਹੈ ਤੁਸੀਂ ਹੱਥ ਵਿੱਚ ਫੜਿਆ ਹੋਇਆ, ਗ੍ਰਿਸ਼ਟ ਸਖਤ ਨੇਜਾ ਫੜਿਆ ਹੈ, ਸਾਨੂੰ ਉਸ ਨੂੰ ਨਮਸਕਾਰ ਹੈ ਸਾਡੀ। ਨਮੋ ਤੀਰ ਤੋਪੰਗ ਜਿਨੈ ਸਤਰ ਕੋਪੰ। ਨਮੋ ਤੀਰ ਤੋਪੰ, ਜਿਹੜੇ ਤੀਰ ਅਤੇ ਤੋਪਾਂ, ਜਿਨੈ ਸ਼ਸਤਰ ਕੋਪੰ, ਜਿਨੇ ਸ਼ਤਰੂ ਕੋਪੰ, ਜਿਨ੍ਹਾਂ ਨੇ ਸ਼ਤਰੂਆਂ ਨੂੰ ਘੋਪ ਵਿਨ ਸਿੱਟਿਆ ਹੈ, ਨਾਸ ਕਰ ਦਿੱਤਾ ਹੈ, ਐਸੇ ਤੀਰ ਅਤੇ ਤੋਪਾਂ ਨੂੰ ਸਾਡੀ ਨਮਸਕਾਰ ਹੈ। ਨਮੋ ਧੂਪ ਪਟੰਗ। ਨਮੋ ਧੂਪ ਪਟੰ ਜਿਨੈ ਦੁਸ਼ਟ ਦਟੰ, ਜਿਨ੍ਹਾਂ ਨੇ ਦੁਸ਼ਟਾਂ ਨੂੰ ਡੱਟ ਦਿੱਤਾ, ਨਾਸ ਕਰ ਦਿੱਤਾ, ਐਸੇ ਧੂਪ ਪਟੰਗ। ਧੂਪ ਪਟੰਗ ਹੁੰਦਾ ਹੈ ਸਾਧ ਸੰਗਤ, ਜਿਹੜੀ ਸਿੱਧੀ ਕਿਰਚ ਵਰਗੀ ਤਲਵਾਰ ਹੁੰਦੀ ਹੈ, ਉਸ ਨੂੰ ਧੂਪ ਪਟੰਗ ਕਿਹਾ ਜਾਂਦਾ ਹੈ। ਸਤਿਗੁਰੂ ਕਹਿੰਦੇ ਕਿ ਜਿਹੜੀ ਐਸੀ ਤਲਵਾਰ ਨੇ ਜੋ ਦੁਸ਼ਟਾਂ ਨੂੰ ਵਿਨ ਨਾਸ ਕਰ ਦਿੱਤਾ ਹੈ, ਉਸ ਨੂੰ ਸਾਡੀ ਨਮਸਕਾਰ ਹੈ। ਜਿੱਤੈ ਸ਼ਸਤਰ ਨਾਮੰਗ ਨਮਸਕਾਰ ਤਾਮੰਗ। ਜਿੰਨੇ ਵੀ ਸ਼ਸਤਰ ਜਿਹੜੇ ਹੱਥ ਵਿੱਚ ਫੜ ਕੇ ਚਲਾਏ ਜਾਂਦੇ ਹਨ, ਉਹਨਾਂ ਨੂੰ ਸ਼ਸਤਰ ਕਿਹਾ ਜਾਂਦਾ ਹੈ, ਕਿਰਪਾਨ ਆਦਿਕ। ਨਮਸਕਾਰ ਤਾਮੰਗ, ਉਹਨਾਂ ਨੂੰ ਸਾਡੀ ਨਮਸਕਾਰ ਹੈ। ਜਿੱਤੈ ਅਸਤਰ ਭੈਯੰ ਨਮਸਕਾਰ ਤੇਯੰ। ਜਿੱਤੇ ਅਸਤਰ ਭੈਯੰ, ਜਿੰਨੇ ਅਸਤਰ ਜਿਹੜੇ ਹੱਥ ਤੋਂ ਛੱਡ ਕੇ ਚਲਾਏ ਜਾਂਦੇ ਹਨ, ਜਿਸ ਪ੍ਰਕਾਰ ਤੀਰ ਆਦਿਕ ਅਤੇ ਚੱਕਰ, ਇਹ ਜੋ ਬੰਦੂਕ ਆਦਿਕ, ਇਹ ਜੋ ਅਸਤਰ ਹਨ, ਇਹਨਾਂ ਦੇ ਜਿੰਨੇ ਵੀ ਨਾਮ ਹਨ, ਨਮਸਕਾਰ ਤਾਮੰਗ, ਸਤਿਗੁਰੂ ਉਹਨਾਂ ਨੂੰ ਨਮਸਕਾਰ ਕਰ ਰਹੇ ਹਨ। ਸਵਈਆ ਮੇਰ ਕਰੋ ਤ੍ਰਿਨ ਤੇ ਮੋਹਿ ਜਾਹੇ। ਇੱਥੇ ਹੁਣ ਸਤਿਗੁਰੂ ਫਿਰ ਨਿਮਰਤਾ ਸਹਿਤ ਬਚਨ ਉਚਾਰ ਰਹੇ ਹਨ ਪਰਮੇਸ਼ਰ ਅੱਗੇ ਕਿ ਮੇਰ ਕਰੋ ਤ੍ਰਿਣ ਤੇ, ਕਿ ਪਰਮੇਸ਼ਰ ਤੁਸੀਂ ਸੁਮੇਰ ਪਰਬਤ ਕਰ ਦਿੰਦੇ ਹੋ। ਤ੍ਰਿਣ ਭਾਵ ਤੀਲੇ ਵਰਗੇ ਹੌਲੇ ਜੀਵਾਂ ਨੂੰ ਸੁਮੇਰ ਪਰਬਤ ਵਰਗੇ ਭਾਰੇ ਕਰ ਦਿੰਦੇ ਹੋ। ਮੋਹੇ ਜਾਹੇ, ਮੇਰੇ ਵਰਗੇ, ਸਤਿਗੁਰੂ ਨਿਮਰਤਾ ਸਹਿਤ ਕਰ ਕਹਿੰਦੇ ਹਨ ਕਿ ਮੇਰੇ ਵਰਗੇ ਤੀਲੇ ਵਰਗੇ ਹੌਲੇ ਨੂੰ ਤੁਸੀਂ ਸੁਮੇਰ ਪਰਬਤ ਵਰਗੇ ਸ੍ਰੇਸ਼ਟ ਭਾਰੇ ਕਰ ਦਿੰਦੇ ਹੋ, ਵਿਸ਼ਾਲ ਬਣਾ ਦਿੰਦੇ ਹੋ। ਗਰੀਬ ਨਿਵਾਜ ਨ ਦੂਸਰ ਤੋਸੋ।
ਪਰਮੇਸ਼ਰ ਗਰੀਬ ਨਿਵਾਜ, ਤੁਹਾਡੇ ਵਰਗਾ ਗਰੀਬਾਂ ਨੂੰ ਨਿਵਾਜਣ ਵਾਲਾ ਕੋਈ ਦੂਸਰਾ ਨਹੀਂ ਹੈ। ਭੂਲ ਛਿਮੋ ਹਮਰੀ ਪ੍ਰਭ ਆਪ, ਭੂਲ ਸਿਮੋ ਪਰਮੇਸ਼ਰ, ਤਾਂ ਸਾਡੇ ਕੋਲ ਕੋਈ ਵੀ ਭੁੱਲ ਹੋ ਗਈ ਅਗਰ ਸਿਮੋ, ਤੁਸੀਂ ਸਿਮਾ ਕਰਨੀ, ਬਖਸ਼ਿਸ਼ ਕਰਨੀ ਕਰੋ। ਭੂਲਨ ਹਾਰ ਕਹੂੰ ਕੋ ਨਾ ਭੁੱਲਣਹਾਰ ਕਹੂੰ ਕੋ ਮੋਸੋ, ਸਾਡੇ ਵਰਗਾ ਕੋਈ ਭੁੱਲਣਹਾਰ ਹੈ ਪਰਮੇਸ਼ਰ ਨਹੀਂ ਹੈ, ਤੁਸੀਂ ਬਖਸ਼ਿੰਦ ਹੋ, ਸਾਨੂੰ ਬਖਸ਼ ਲਵੋ। ਸੇਵ ਕਰੀ ਤੁਮਰੀ ਤਿਨ ਕੇ ਸਭ ਹੀ, ਸੇਵ ਕਰੀ, ਜਿਨ੍ਹਾਂ ਨੇ ਹੈ ਪਰਮੇਸ਼ਰ ਤੁਹਾਡੀ ਸੇਵਾ ਕਰਨਾ ਕੀਤੀ। ਗ੍ਰਹਿ ਦੇਖੀਅਤ ਦਰਬ ਭਰੋਸੋ, ਤਿੰਨ ਕੇ ਸਭ ਹੀ ਗ੍ਰਹਿ ਦੇਖੀਅਤ, ਜਿਨ੍ਹਾਂ ਨੇ ਸੇਵਾ ਕੀਤੀ ਫਿਰ ਉਹਨਾਂ ਦੇ ਘਰੇ ਗ੍ਰਹਿ ਵਿਖੇ ਦੇਖੀਅਤ ਦੇਖੇ ਜਾਂਦੇ ਹਨ। ਦਰਬ ਭਰੋਸੋ, ਦਰਬ ਭਾਵ ਧਨ ਦੇ ਨਾਲ ਜੋ ਭੰਡਾਰੇ ਉਹਨਾਂ ਦੇ ਘਰੇ ਭਰੇ ਹੋਏ ਦੇਖੇ ਜਾਂਦੇ ਹਨ, ਜਿਹੜੇ ਪਰਮੇਸ਼ਰ ਤੁਹਾਡੀ ਸੇਵਾ ਕਰਦੇ ਹਨ। ਯਾ ਕਲ ਮੈਂ ਸਭ ਕਾਲ ਕਿਰਪਾਨ ਕੇ, ਜਾਂ ਕੱਲ ਮੈਂ ਇਸ ਕਲਯੁਗ ਦੇ ਅੰਦਰ ਸਭ ਕਾਲ ਸਾਰੇ ਹੀ ਵਸ ਹਨ ਕਿਰਪਾਨ ਕੇ, ਉਹ ਜੋ ਕਿਰਪਾਨ ਧਾਰੀ ਜੋ ਸ਼ਕਤੀਸ਼ਾਲੀ ਜੋ ਪਰਮੇਸ਼ਰ ਹੈ ਸਾਰੇ ਇਸ ਕਲਯੁਗ ਦੇ ਅੰਦਰ ਉਹਦੇ ਵਸ ਹਨ। ਇਸੇ ਪ੍ਰਕਾਰ ਜਾਂ ਕੱਲ ਮੈਂ ਸਭ ਕਾਲ ਸਾਰੇ ਹੀ ਕਿਰਪਾਨ, ਜਿਹੜਾ ਕਿਰਪਾਨ ਸ਼ਸਤਰ ਹੈ ਉਹਦੇ ਅਧੀਨ ਹਨ ਸਾਰੇ। ਭਾਰੀ ਭੁਜਾਨ ਕੋ ਭਾਰੀ ਭਰੋਸੋ, ਇਹ ਪਰਮੇਸ਼ਰ ਤੁਹਾਡੀਆਂ ਭਾਰੀ ਭੁਜਾਂ ਬਾਹਾਂ ਹਨ, ਸਾਨੂੰ ਉਹਨਾਂ ਦਾ ਭਾਰੀ ਭਰੋਸੋ, ਬੜਾ ਹੀ ਦ੍ਰਿੜ ਭਰੋਸਾ ਹੈ ਸਾਨੂੰ ਉਹਨਾਂ ਦਾ। ਇੱਥੋਂ ਤੱਕ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਜੋ 92 ਪੌੜੀਆਂ ਇੱਥੋਂ ਤੱਕ ਸੰਪੂਰਨ ਹੋਈਆਂ ਹਨ ਤੇ ਅੱਗੇ ਸਤਿਗੁਰੂ ਹੁਣ 96ਵੀਂ ਪੌੜੀ ਦੇ ਵਿੱਚ ਬਖਸ਼ਿਸ਼ ਕਰਦੇ ਹਨ। ਜੋ ਕਹੂੰ ਕਾਲ ਤੇ ਭਜ ਕੇ ਬਾਜੀਅਤ, ਸਤਿਗੁਰੂ ਫਰਮਾਉਂਦੇ ਹਨ ਕਿ ਹੁਣ ਇਹ ਕਾਲ ਤੋਂ ਸਤਿਗੁਰੂ ਦੱਸਦੇ ਹਨ ਵੀ ਹੁਣ ਤੱਕ ਕੋਈ ਵੀ ਬਚ ਕੇ ਨਹੀਂ ਨੱਠ ਸਕਿਆ, ਤੇ ਇੱਥੇ ਬਖਸ਼ਿਸ਼ ਕਰਦੇ ਕਿ ਜੋ ਕਹੂੰ ਕਾਲ ਤੇ ਭਾਜ ਕੇ ਬਾਜੀਅਤ, ਕਿ ਜੇਕਰ ਉਸ ਕਾਲ ਤੋਂ ਮੱਤ ਤੋਂ ਜੇਕਰ ਭੱਜ ਕੇ ਬਚਿਆ ਜਾਂਦਾ ਹੋਵੇ, ਤੂੰ ਕਹਿ ਕੁੰਟ ਕਹੋ ਭਜ ਜਾਈਏ, ਤਾਂ ਫਿਰ ਉਹ ਦੱਸੋ ਭਾਈ ਕਿਹੜਾ ਕੁੰਟ, ਕਿਹੜਾ ਪਾਸਾ, ਕਿਹੜਾ ਟਿਕਾਣਾ ਹੈ ਜਿੱਥੇ ਭੱਜ ਕੇ ਤੇ ਮੌਤ ਤੋਂ ਕਾਲ ਤੋਂ ਬਚਿਆ ਜਾ ਸਕੇ। ਆਗੇ ਹੂੰ ਕਾਲ ਧਰੇ ਅਸਗਾਜਤ, ਪਰ ਜਿੱਥੇ ਵੀ ਤੁਸੀਂ ਜਾਓਗੇ, ਜਿਹੜੇ ਕੁੰਟ ਟਿਕਾਣੇ ਤੇ ਜਾਓਗੇ, ਆਗੇ ਹੂੰ ਕਾਲ, ਅੱਗੇ ਫਿਰ ਉਹ ਕਾਲ ਧਰੇ ਅਸ ਗਾਜਤ, ਫਿਰ ਆਸ ਕਿਰਪਾਨ ਫੜ ਕੇ ਤੇ ਉੱਥੇ ਗੱਜ ਰਿਹਾ ਹੋਵੇਗਾ ਤੁਸੀਂ ਜਿੱਥੇ ਵੀ ਜਾਓਗੇ। ਸਾਜਤ ਹੈ ਜਿਹ ਤੇ ਨਸ ਆਈਏ, ਸਾਜਤ, ਉਹ ਅੱਗੇ ਤੁਹਾਡੇ ਉੱਥੇ ਵੀ ਖੜਾ ਸਾਜਤ ਸੱਜ ਰਿਹਾ ਹੈ, ਸੁਭਾਏਮਾਨ ਹੋ ਰਿਹਾ ਹੈ, ਛਾ ਰਿਹਾ ਹੈ। ਜਿਹ ਤੇ ਨਸ ਜਾਈ, ਜਿੱਥੋਂ ਤੁਸੀਂ ਭੱਜ ਕੇ ਜਿਹਦੇ ਕੋਲ ਜਾਓਗੇ ਨਾ, ਜਿੱਥੇ ਜਾਓਗੇ ਉਹ ਪਰਮੇਸ਼ਰ ਉਹ ਕਾਲ ਜਿਹੜਾ ਹੈ ਉੱਥੇ ਵੀ ਛਾਇਆ ਹੋਇਆ ਹੈ, ਬਲੀ ਹੈ। ਐਸੋ ਨਾ ਕਹੇ ਗਇਓ ਕੋਈ ਸੋ ਦਾਵਰੇ, ਐਸੋ ਨਾ ਕਹੇ ਗਇਓ, ਕੋਈ ਐਸਾ ਕਹਿ ਕੇ ਨਹੀਂ ਜਾ ਗਿਆ, ਦੱਸ ਕੇ ਗਿਆ, ਕੋਈ ਸੋ ਦਾਵਰੇ, ਐਸਾ ਕੋਈ ਦਾ ਪੇਚ ਜਾਂ ਕੋਈ ਸ੍ਰੇਸ਼ਟ ਪੁਰਖ ਐਸਾ ਕੋਈ ਉਪਾਅ ਨਹੀਂ ਦੱਸ ਕੇ ਗਿਆ ਜਿਹਦੇ ਨਾਲ ਕਾਲ ਤੋਂ ਬਚਿਆ ਜਾ ਸਕੇ। ਜਾਹ ਉਪਾਵ ਸੋ ਘਾਵ ਬਚੀਐ, ਜਿਹੜੇ ਉਪਾਅ ਤੋਂ ਇਸ ਮੌਤ ਤੋਂ ਬਚਿਆ ਜਾ ਸਕੇ। ਸਤਿਗੁਰੂ ਕਹਿੰਦੇ ਵੀ ਕੋਈ ਵੀ ਉਪਾਅ ਨਹੀਂ ਦੱਸ ਕੇ ਗਿਆ ਹੁਣ ਤੱਕ। ਜਾਂ ਤੇ ਨਾ ਛੂਟ ਗਿਆ ਮੂੜ ਕਹੂੰ, ਜਾਂ ਤੇ ਨਾ ਛੁੱਟ ਗਿਆ, ਜਿਹੜੇ ਕਾਲ ਤੋਂ ਨਹੀਂ ਛੁੱਟਿਆ ਜਾ ਸਕਦਾ, ਮੂੜ ਕਹੂੰ, ਕਿਸੇ ਵੀ ਪ੍ਰਕਾਰ ਨਾਲ ਇਹ ਮੂਰਖ ਜੀਵ ਨਹੀਂ ਛੁੱਟਿਆ ਜਾ ਸਕਦਾ, ਬਚਿਆ ਜਾ ਸਕਦਾ। ਹਸਤਾ ਕੀ ਨਾ ਕਿਉਂ ਸਰਨਾਗਤ ਜਈਏ, ਫਿਰ ਉਸ ਦੀ ਹੱਸ ਕੇ ਸ਼ਰਨ ਵਿੱਚ ਕਿਉਂ ਨਾ ਜਾਣਾ ਕਰੀਏ। ਜਿਹੜਾ ਪਰਮੇਸ਼ਰ ਜਿਹੜਾ ਪਰਮੇਸ਼ਰ ਦਾ ਜੋ ਬਲੀ ਕਾਲ ਹੈ ਉਸ ਤੋਂ ਨਹੀਂ ਬਚਿਆ ਹੀ ਨਹੀਂ ਜਾ ਸਕਦਾ ਕਿਸੇ ਪ੍ਰਕਾਰ ਕਰਕੇ, ਤਾਂ ਫਿਰ ਸਤਿਗੁਰੂ ਕਹਿੰਦੇ ਤਾਂ ਉਸ ਦੀ ਤਾਂ ਸ਼ਰਨ ਜਾਣਾ ਹੀ ਬਣਦਾ ਹੈ। ਹੱਸ ਤਾਂ ਕਿ ਨਾ ਕਿਉਂ ਸਰਨਾਗਤ ਜਾਈਏ, ਉਸ ਦੀ ਕਿਉਂ ਨਹੀਂ ਸ਼ਰਨ ਜਾਂਦੇ, ਫਿਰ ਉਸ ਦੀ ਸ਼ਰਨ ਜਾਣਾ ਕਰੀਏ। ਅੱਗੇ ਸਤਿਗੁਰੂ ਹੁਣ 101 ਜਿਹੜੀ ਪੌੜੀ, ਇਸ ਜੋ ਪਹਿਲਾ ਅਧਿਆਇ ਹੈ ਇਸ ਦੀ ਜਿਹੜੀ 101 ਪੌੜੀਆਂ ਹਨ ਕੁੱਲ, ਤੇ ਇਹ ਜੋ ਅਖੀਰਲੀ ਪੌੜੀ ਦੇ ਵਿੱਚ ਹੁਣ ਸਤਿਗੁਰੂ ਪਹਿਲੇ ਅਧਿਆਇ ਦੀ ਅਖੀਰਲੀ ਪੌੜੀ ਦੇ ਵਿੱਚ ਬਖਸ਼ਿਸ਼ ਕਰ ਰਹੇ ਹਨ। ਕਾਗਦ ਦੀਪ ਸਬੈ ਕਰਕੇ, ਕਾਗਦ ਦੀਪ ਜਿਹੜੀ ਧਰਤੀ ਨੂੰ ਸੱਭਿਆ ਕਰਕੇ, ਸਤਿਗੁਰੂ ਕਹਿੰਦੇ ਵੀ ਸਾਰੀ ਧਰਤੀ ਨੂੰ ਜੇਕਰ ਕਾਗਜ਼ ਕਰ ਲਈਏ, ਬਣਾ ਲਈਏ, ਅਰ ਸੱਤ ਸਮੁੰਦਰਨ ਕੀ ਮਸਕੈ, ਅਤੇ ਸੱਤਾਂ ਸਮੁੰਦਰਾਂ ਦੇ ਅੰਦਰ ਜਿੰਨਾ ਪਾਣੀ ਹੈ ਉਹ ਸਾਰੇ ਪਾਣੀ ਸਾਰੇ ਪਾਣੀ ਨੂੰ ਸ਼ਾਹੀ ਬਣਾ ਲਿਆ ਜਾਵੇ। ਕਾਟ ਬਨਸਪਤੀ ਸਿਗਰੀ, ਸਾਰੀ ਬਨਸਪਤੀ ਰੁੱਖ ਬਿਰਖਾਂ ਨੂੰ ਕੱਟ ਕੇ, ਲਿਖ ਬੇਓ ਹੂੰ ਕੇ ਲੇਖਨ ਕਾਜ ਬਣੈ ਹੋ, ਲਿਖਦੇ ਹੂੰ ਕੇ ਲੇਖਣ ਕਾਜ ਬਣਿਆ ਹੋ, ਤੇ ਲਿਖਣ ਵਾਸਤੇ ਪਰਮੇਸ਼ਰ ਦਾ ਜਸ ਲਿਖਣ ਵਾਸਤੇ ਤੇ ਕਲਮ ਬਣਾ ਲਈਏ ਜੇਕਰ ਸਾਰੀ ਬਨਸਪਤੀ ਦੀ। ਸਾਰ ਸੁਤੀ ਬਖਤਾ ਕਰਕੇ, ਅਤੇ ਜਿਹੜੀ ਸਰਸਵਤੀ ਜਿਹਨੂੰ ਵਿਦਿਆ ਦੀ ਦੇਵੀ ਕਿਹਾ ਜਾਂਦਾ ਹੈ, ਜੇ ਉਸ ਨੂੰ ਪਰਮੇਸ਼ਰ ਦਾ ਜਸ ਉਚਾਰਨ ਕਰਨ ਤੇ ਲਾ ਦਈਏ। ਜੁਗ ਕੋਟ ਗਣੇਸ਼ ਕੈ ਹੱਥ ਲਿਖੇ ਹੋ, ਅਤੇ ਜਿਹੜਾ ਗਣੇਸ਼ ਦਾ ਹੱਥ ਮੰਨਿਆ ਗਿਆ ਹੈ ਕਿ ਬੜਾ ਤੇਜ਼ ਚੱਲਦਾ ਹੈ,
ਅਤੇ ਇਸ ਪ੍ਰਕਾਰ ਜੇ ਗਣੇਸ਼ ਦੇ ਹੱਥ ਨਾਲ ਜੁਗ ਕੋਟ ਕਰੋੜਾਂ ਜੁੱਗਾਂ ਤੱਕ ਵੀ ਉਸ ਪਰਮੇਸ਼ਰ ਦਾ ਜੇਕਰ ਜਸ ਲਿਖਦੇ ਰਹੀਏ। ਕਾਲ ਕਿਰਪਾਨ ਬਿਨਾ ਬਿਨਤੀ। ਸਤਿਗੁਰੂ ਫਰਮਾਉਂਦੇ ਕਾਲ ਕਿਰਪਾਨ ਬਿਨਾ ਬਿਨਤੀ, ਉਸ ਪਰਮੇਸ਼ਰ ਕਿਰਪਾਨ ਧਾਰੀ ਜੋ ਪਰਮੇਸ਼ਰ ਦੀ ਸ਼ਕਤੀ, ਉਹ ਪਰਮੇਸ਼ਰ ਸ਼ਕਤੀਮਾਨ ਬਿਨਾ ਬੇਨਤੀ, ਉਸ ਅੱਗੇ ਬੇਨਤੀ ਕੀਤੇ ਤੋਂ ਬਿਨਾ। ਨਾਉ ਤੋ ਤੁਮ ਕੋ ਪ੍ਰਭ ਨੇਕ ਰਿਜੈ ਹੈ। ਨਾ ਤਉ ਤੁਮ ਕੋ, हे ਪਰਮੇਸ਼ਰ ਪ੍ਰਭ ਨੈਕ ਰਿਜੈ ਹੈ, ਨੈਕ ਖਿਨ ਮਾਤਰ ਵੀ ਰਜਾ ਨਹੀਂ ਸਕਦੇ। ਜੇਕਰ ਇਹ ਪਰਮੇਸ਼ਰ ਜੇ ਸਾਰੀ ਧਰਤੀ ਨੂੰ ਕਾਗਜ਼ ਬਣਾ ਕੇ, ਸਾਰੇ ਸਮੁੰਦਰ ਦੇ ਪਾਣੀ ਨੂੰ ਸ਼ਾਹੀ ਬਣਾ ਕੇ, ਸਾਰੀ ਬਨਸਪਤੀ ਕੱਟ ਕੇ ਕਲਮ ਬਣਾ ਦਿੱਤੀ ਜਾਵੇ, ਜਿਹੜੀ ਸਰਸਵਤੀ ਉਹਨੂੰ ਉਚਾਰਨ ਤੇ ਲਾ ਦਿੱਤਾ ਜਾਵੇ, ਗਣੇਸ਼ ਦੇ ਹੱਥ ਨਾਲ ਲਿਖਣ ਲੱਗ ਪਈਏ ਜੇਕਰ ਆਪਾਂ, ਪਰ हे ਪਰਮੇਸ਼ਰ ਇਤਨੀ ਉਸਤਤੀ ਤੇਰੀ ਲਿਖ ਕੇ ਵੀ ਨਾ ਤਉ ਤੁਮ ਕੋ ਪ੍ਰਭ ਨੈਕ ਰਿਜੈ ਹੈ, ਇਹਨਾਂ ਕੁਝ ਕਰਨ ਤੇ ਵੀ हे ਪਰਮੇਸ਼ਰ ਤੁਸੀਂ ਖਿਨ ਮਾਤਰ ਵੀ ਰਿਜਦੇ ਨਹੀਂ, ਪ੍ਰਸੰਨ ਨਹੀਂ ਹੁੰਦੇ। ਸਤਿਗੁਰ ਫਰਮਾਉਂਦੇ ਪ੍ਰਸੰਨ ਕਿਵੇਂ ਹੁੰਦਾ ਹੈ ਪਰਮੇਸ਼ਰ? ਕਾਲ ਕਿਰਪਾਨ ਬਿਨਾ ਬੇਨਤੀ, ਬੇਨਤੀ ਤੋਂ ਬਿਨਾ, ਬੇਨਤੀਆਂ ਕੀਤੇ ਤੋਂ ਬਿਨਾ ਉਹ ਪਰਮੇਸ਼ਰ ਪ੍ਰਸੰਨ ਨਹੀਂ ਹੁੰਦਾ। ਇਸ ਪ੍ਰਕਾਰ ਕੇ ਸਤਿਗੁਰੂ ਫਰਮਾਉਂਦੇ ਵੀ ਇਸ ਪ੍ਰਕਾਰ ਨਾਲ ਸਤਿਗੁਰਾਂ ਅੱਗੇ ਤਾਂ ਨਿਮਰ ਧਾਰਨ ਕਰਕੇ, ਨਿਮਰਤਾ ਭਾਵ ਹੋ ਕਰਕੇ ਬੇਨਤੀਆਂ ਹੀ ਕਰਨੀਆਂ ਬਣਦੀਆਂ ਹਨ, ਕਿਉਂਕਿ ਫਿਰ ਪਰਮੇਸ਼ਰ ਨੇ ਵੀ ਹਰ ਥਾਂ ਤੇ ਪਰਮੇਸ਼ਰ ਅੱਗੇ ਹੀ ਬੇਨਤੀ ਕੀਤੀ ਹੈ ਨਾ, ਮੇਰ ਕਰੋ ਤ੍ਰਿਣ ਤੇ ਮੋਹੇ ਜਾਹੇ, ਸਾਡੇ ਤੀਲੇ ਵਰਗੇ ਹੌਲਿਆਂ ਤੇ ਤੁਸੀਂ ਮੇਰ ਕਰੋ, ਸੁਮੇਰ ਪਰਬਤ ਵਰਗੇ ਤੁਸੀਂ ਬਣਾ ਦਿੰਦੇ ਹੋ, ਐਸੇ ਤੁਸੀਂ ਪਰਮੇਸ਼ਰ ਹੋ, ਸਾਡੇ ਵਰਗਾ ਕੋਈ ਭੁੱਲਣਹਾਰ ਨਹੀਂ ਹੈ ਤੇ ਤੁਹਾਡੇ ਵਰਗਾ ਕੋਈ ਗਰੀਬ ਨਿਵਾਜ ਨਹੀਂ ਹੈ। ਇਸ ਪ੍ਰਕਾਰ ਨਾਲ ਜੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜੋ ਅਕਾਲ ਉਸਤਤ ਦੇ ਪਹਿਲੇ ਅਧਿਆਇ ਅੰਦਰ ਇਹ ਬਖਸ਼ਿਸ਼ ਕੀਤੀ, ਕਿਉਂਕਿ ਆਪਾਂ ਇਹ ਸੰਖੇਪ ਦੇ ਅੰਦਰ ਹੀ ਜੋ ਦੋਹਰੇ ਹਨ ਸਤਿਗੁਰਾਂ ਦੇ ਸਰਵਣ ਕੀਤੇ ਹਨ। ਇੱਥੇ ਸਤਿਗੁਰੂ ਫਿਰ ਇਤ ਸ੍ਰੀ ਬਚਿੱਤਰ ਨਾਟਕ ਗ੍ਰੰਥ ਸ੍ਰੀ ਕਾਲ ਜੀ ਕੀ ਉਸਤਤ ਪ੍ਰਥਮ ਅਧਿਆਇ ਸੰਪੂਰਨ, ਪਹਿਲਾ ਅਧਿਆਇ ਸੰਪੂਰਨ ਹੁੰਦਾ ਹੈ ਸ਼ੁਭ ਮਸਤ ਅਫਜੂ, ਅਤੇ ਇੱਥੇ ਪਹਿਲੇ ਅਧਿਆਇ ਦੀ ਸਤਿਗੁਰੂ ਸੰਪੂਰਨ ਦਾ ਕਰਦੇ ਹਨ। ਆਪਾਂ ਸੰਖੇਪ ਰੂਪ ਦੇ ਅੰਦਰ ਜੋ ਪਹਿਲਾ ਅਧਿਆਇ ਹੈ ਸ੍ਰੀ ਅਕਾਲ ਉਸਤਤ ਦਾ ਉਹ ਸਰਵਣ ਕਰਨਾ ਕੀਤਾ ਹੈ। ਤੇ ਇਸੇ ਪ੍ਰਕਾਰ ਸਾਧ ਸੰਗਤ ਜੋ ਦੂਸਰਾ ਅਤੇ ਤੀਸਰਾ ਤੇ ਚੌਥਾ ਅਧਿਆਇ ਹੈ, ਇਹਨਾਂ ਦੇ ਅੰਦਰ ਸਤਿਗੁਰਾਂ ਨੇ ਜੋ ਸ਼ੁਭ ਬੰਸ ਵਰਣ ਕੀਤੀ ਹੈ, ਜੋ ਸੋਢੀ ਬੰਸ, ਬੇਦੀ ਬੰਸ, ਇਹਨਾਂ ਦਾ ਕਿੱਥੋਂ ਚੱਲੀਆਂ ਬੰਸਾਂ, ਇਹ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਤੇ ਅੱਗੇ ਫਿਰ ਸਤਿਗੁਰੂ ਕਿਵੇਂ ਆਪਣੇ ਪਹਾੜ ਦੇ ਉੱਪਰ ਜਾ ਕਰਕੇ, ਹੇਮਕੁੰਟ ਸਾਹਿਬ ਦੇ ਉੱਪਰ ਜਾ ਕਰਕੇ ਤਪੱਸਿਆ ਕੀਤੀ ਅਤੇ ਪ੍ਰਕਾਸ਼ ਧਾਰਨ ਕੀਤਾ, ਉਹ ਸਾਰੀ ਕਥਾ ਸਾਧ ਸੰਗਤ ਆਪਾਂ ਆਉਣ ਵਾਲੇ ਦੀਵਾਨਾਂ ਅੰਦਰ ਸਰਵਣ ਕਰਾਂਗੇ, ਜਿਸ ਪ੍ਰਕਾਰ ਨਾਲ ਸਤਿਗੁਰਾਂ ਨੇ ਇਸ ਬਾਣੀ ਦੇ ਅੰਦਰ ਬਖਸ਼ਿਸ਼ ਕੀਤੀ ਹੈ। ਸਾਰੀ ਹੀ ਸੰਗਤ ਦਾ ਧੰਨਵਾਦ ਜੋ ਅੱਜ ਬਚਿੱਤਰ ਨਾਟਕ ਦੀ ਪਵਿੱਤਰ ਕਥਾ ਪ੍ਰਾਰੰਭ ਹੋਈ ਹੈ, ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ, ਜੋ 19 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋ ਰਹੇ ਹਨ, ਉਦਣ ਤੱਕ ਆਪਣੀ ਇਹ ਕਥਾ ਆਪਾਂ ਕਰਨ ਦਾ ਯਤਨ ਕਰਾਂਗੇ। ਤੇ ਸਤਿਗੁਰੂ ਕਿਰਪਾ ਕਰਨ, ਸਾਰੀ ਹੀ ਸੰਗਤ ਦੇ ਸਿਰ ਤੇ ਮੇਰ ਭਰਿਆ ਹੱਥ ਰੱਖ ਕੇ ਤੇ ਉਦਮ ਬਖਸ਼ਿਸ਼ ਕਰਕੇ ਇਸ ਸਤਿਗੁਰਾਂ ਦੇ ਪ੍ਰਕਾਸ਼ ਪੁਰਬਾਂ ਵਾਲੇ ਦਿਨਾਂ ਦੇ ਅੰਦਰ ਇਸ ਸਤਿਗੁਰਾਂ ਦਾ ਹਰ ਜਸ ਕਥਨ ਕਰਨ ਤੇ ਸਰਵਣ ਕਰਨ ਦਾ ਸਤਿਗੁਰੂ ਆਪ ਬਲ ਬਖਸ਼ਿਸ਼ ਕਰ ਲੈਣ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਸਤਿਗੁਰੂ ਤੁਸੀਂ ਕਿਰਪਾ ਕਰਿਓ, ਕਥਾ ਕਰਦਿਆਂ ਤੋਂ, ਗੁਰਬਾਣੀ ਦਾ ਉਚਾਰਨ ਕਰਦਿਆਂ ਅਨੇਕਾਂ ਗਲਤੀਆਂ ਹੋ ਗਈਆਂ ਹਨ, ਸਤਿਗੁਰੂ ਤੁਸੀਂ ਬਖਸ਼ਿਸ਼ ਕਰਕੇ ਤੇ ਬਖਸ਼ ਲਿਓ, ਤੇ ਅੱਗੇ ਵਾਸਤੇ ਵੀ ਇਸੇ ਤਰੀਕੇ ਨਾਲ ਸਮੱਤ ਬਖਸ਼ਿਸ਼ ਕਰਕੇ ਤੇ ਆਪ ਸੋਝੀ ਬਖਸ਼ ਕੇ ਕਥਾ ਕਰਵਾ ਲਿਓ। ਤੇ ਹੁਣ ਸਾਧ ਸੰਗਤ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਾਰੀ ਸਮਾਪਤੀ ਹੈ ਜੀ। सार सूती बक्ता कर कै जुग कोट गणेश के हाथ लिखे हों, काल कृपाण बिना बिनती, नाउ तो तुमको प्रभ नेक रिजै हों। वाहिगुरु जी का खालसा, वाहिगुरु जी की फतेह। हे अच्युत हे पार ब्रह्म अविनाशी अगनास, हे पूरन हे सर्ब मैं दुख भंजन गुणतास। हे संगी हे निरंकार, हे निर्गुण सब टेक, हे गोबिंद हे गुण निदान, जाकै सदा विवेक। हे अपरंपर हर हरे, है भी होवन हार, हे संतह कै सदा संग निधारा आधार। हे ठाकुर हऊँ दासरो, मैं निर्गुण गुण नहीं कोय, नानक दीजै नाम दान, राखो हिया परोए। आए प्रभ शरणागति,
ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵਦੇ, ਗੁਰ ਪਾਰੇ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵਦੇ, ਗੁਰ ਪਾਰੇ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।